ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਹੇ ਮੁਹੱਬਤ ਐਪੀਸੋਡ ਅੱਜ ਦਾ ਦਾਨ ਕੀ ਹੁੰਦਾ ਹੈ। ਇਸ ਟੌਪਿਕ ਨੂੰ ਕਵਰ ਕਰਨ ਵਾਸਤੇ ਆਪਾਂ ਕੁਝ ਕੁ ਟੌਪਿਕਸ ਨੂੰ ਵਿਚਾਰਾਂਗੇ। ਪਹਿਲੀ ਗੱਲ ਹੈ ਕਿ ਡੈਫੀਨੇਸ਼ਨ ਆਫ ਦਾਨ ਸਿੰਪਲੀ ਮੀਨਸ ਵਾਟ? ਡੋਨੇਸ਼ਨ, ਚੈਰਿਟੀ। ਤੇ ਟਾਈਪਸ ਆਫ ਦਾਨ, ਕਿੰਨੇ ਤਰ੍ਹਾਂ ਦੇ ਦਾਨ ਹੁੰਦੇ ਨੇ, ਤੇ ਦੈਨ ਵਾਟ ਡੂ ਯੂ ਐਕਸਪੈਕਟ ਆਫਟਰ ਗਿਵਿੰਗ ਦਾਨ ਦੇਣ ਤੋਂ ਬਾਅਦ ਤੁਸੀਂ ਕੀ ਲੈਣਾ, ਵਾਟ ਡੂ ਯੂ ਆਸਕ ਫॉर। ਤੇ ਉਸ ਤੋਂ ਬਾਅਦ ਜਿਹੜੇ ਡੋਨੇਸ਼ਨ ਯੂਸਲੈਸ ਹੁੰਦੇ ਨੇ, ਕੋਈ ਕੰਮ ਨਹੀਂ ਕਿਸੇ ਦੇ ਆਉਂਦੇ, ਜਾਂ ਦ ਲਾਸਟ ਥਿੰਗ ਦੈਟ ਵੀ ਆਰ ਗੋਇੰਗ ਟੂ ਲੁੱਕ ਐਟ ਇਜ਼ ਟਾਈਪਸ ਆਫ ਦਾਨ ਕਿੰਨੇ ਤਰ੍ਹਾਂ ਦੇ ਹੁੰਦੇ ਹਨ। ਨਾਓ ਡੈਫੀਨੇਸ਼ਨ ਆਫ ਦਾਨ, ਜਿਵੇਂ ਆਪਾਂ ਪਹਿਲਾਂ ਕਿਹਾ ਹੈ, ਡੋਨੇਸ਼ਨ ਔਰ ਚੈਰਿਟੀ। ਇਹਦਾ ਮਤਲਬ ਕੀ ਆ? ਜੋ ਤੁਹਾਡਾ ਹੋ ਗਿਆ, ਜੋ ਤੁਸੀਂ ਆਪਣਾ ਮੰਨ ਲਿਆ, ਤੁਸੀਂ ਉਹ ਕਿਸੇ ਖਾਸ ਵਜ੍ਹਾ ਵਾਸਤੇ, ਫॉर ਅ ਸਪੈਸ਼ਲ ਸਪੈਸੀਫਿਕ ਐਕਸਕਲੂਸਿਵ ਰੀਜ਼ਨ ਵਾਸਤੇ ਤੁਸੀਂ ਕਿਸੇ ਨੂੰ ਦੇ ਰਹੇ ਹੋ। ਯੂ ਆਰ ਸ਼ੇਅਰਿੰਗ ਇਟ ਵਿਦ ਸਮਬਡੀ, ਐਂਡ the thing that you want to give, is that something that is extra or spare, or you are giving something that is most precious to you? So ਇੱਥੇ ਦਾਨ ਦੇ ਵਿੱਚ ਫਰਕ ਪੈ ਗਿਆ। See, ਦਾਨ I can also give the garbage which I'm going to throw, ਮੈਂ ਉਹਨੂੰ ਦਾਨ ਵਿੱਚ ਦੇ ਦੇਵਾਂ, ਰਾਈਟ। ਦੂਜੀ ਗੱਲ ਹੈ ਕਿ ਮੈਂ ਉਹ ਦੇਵਾਂ ਜੋ ਮੇਰੇ ਕੰਮ ਦਾ ਚੀਜ਼ ਹੈ, ਮੇਰੀ ਕੰਮ ਦੀ ਚੀਜ਼ ਹੈ। ਜਿਵੇਂ you have money in your bank, you want to use that money and you don't know when you're going to use or what you're going to use, ਉਹਦਾ ਦਾਨ ਕਰ ਦੋ। ਤੀਜੀ ਗੱਲ ਹੈ, you want to give something which is very precious to you, ਤੁਸੀਂ ਉਹਦਾ ਦਾਨ ਕਰਨਾ। ਓਕੇ, ਸੋ ਫਰਕ ਪੈ ਗਿਆ ਨਾ ਦਾਨ ਦੇ ਵਿੱਚ। ਓਕੇ, ਨਾਓ ਸੈਕੰਡ ਥਿੰਗ ਇਜ਼, ਇਹ ਦਾਨ ਜਿਹੜਾ ਹੈ ਕਿਹੜੇ ਐਕਸਟੈਂਟ ਤੱਕ ਜਾਂਦਾ ਹੈ। ਡਿਫਰੈਂਟ ਫੇਥ ਨੇ ਡਿਫਰੈਂਟ ਆਪਣੀਆਂ ਉਹਨਾਂ ਦੇ ਫਲ ਦੱਸੇ ਨੇ, ਵੀ ਤੁਸੀਂ ਇਹ ਦਿਓਗੇ ਤੁਹਾਨੂੰ ਇਹ ਮਿਲੇਗਾ, ਤੁਸੀਂ ਇਹ ਦਿਓਗੇ ਤੁਹਾਨੂੰ ਇਹ ਮਿਲ ਜਾਣਾ ਹੈ, ਤੁਸੀਂ ਇਹ ਗਵਾਓਗੇ ਤੁਹਾਨੂੰ ਇਹ ਪ੍ਰਾਪਤ ਹੋਣਾ ਹੈ, ਆਲ ਦੋਜ਼ ਥਿੰਗਸ। ਓਕੇ, ਦੈਨ ਹੁਣ ਆਪਾਂ ਸਿੱਖੀ ਤੇ ਆ ਜਾਈਏ। ਸਿੱਖੀ ਦੇ ਵਿੱਚ ਡੋਨੇਸ਼ਨ ਜਿਹੜਾ ਹੈ ਕੀ ਹੈ? ਮਨ, ਤਨ ਤੇ ਧਨ। ਦੈਟ ਮੀਨਸ ਉਹਦੇ ਵਿੱਚ ਕੀ ਆ ਜਾਂਦਾ ਹੈ? your mind, your body and your wealth, ਇਹ ਤਿੰਨ ਚੀਜ਼ਾਂ ਆ ਗਈਆਂ। ਸੋ ਓਕੇ, ਨਾਓ ਫੇਰ ਗੱਲ ਆਉਂਦੀ ਹੈ ਕਿ ਦਾਨ ਦੇ ਕੇ is this what you call detachment from the world? ਤੁਸੀਂ ਦੇਤਾ, is it gone or you still think that you have given this? ਤੁਹਾਡੀ ਓਨਰਸ਼ਿਪ ਹਜੇ ਵੀ ਹੈਗੀ ਆ, ਪਰ ਦਾਨ ਤੁਸੀਂ ਦਿੱਤਾ ਹੋਇਆ। ਓਕੇ, ਨਾਓ then what do you ask for? ਗੁਰੂ ਤੋਂ ਕੀ ਮੰਗਣਾ ਹੈ ਦਾਨ ਦੇ ਕੇ? what do you ask for? what do you expect from the guru? because you're already giving something out, so now definitely you're going to expect something in return, ਵੀ ਮੈਨੂੰ ਕੁਝ ਮਿਲੇ ਵੀ। ਤੇ ਮਹਾਰਾਜ ਤੋਂ ਆਪਾਂ ਅਰਦਾਸ ਵਿੱਚ ਹਰ ਰੋਜ਼ ਮੰਗਦੇ ਹਾਂ। ਆਪਣੀ ਸਟੈਂਡਰਡ ਅਰਦਾਸ ਜਿਹੜੀ ਹੈ ਉਹਦੇ 'ਚ ਆਪਾਂ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਦੇ ਦਰਸ਼ਨੀ ਇਸ਼ਨਾਨ ਆਪਾਂ ਮੰਗਦੇ ਹਾਂ। ਓਕੇ, ਰਾਈਟ। ਨਾਓ ਡੋਨੇਸ਼ਨ ਜਿਹੜਾ ਹੁੰਦਾ ਹੈ ਇਹ ਕੈਸਾ ਹੋਣਾ ਚਾਹੀਦਾ? ਮਹਾਰਾਜ ਦਾ ਇਹ ਆਸ਼ਾ ਜਿਹੜਾ ਹੈ ਨਾ, ਭਾਈ ਗੁਰਦਾਸ ਜੀ ਲਿਖਦੇ ਨੇ ਨਾ, ਉਹਨਾਂ ਨੇ ਲਿਖਿਆ ਕਿ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੈ। ਓਕੇ, ਹੁਣ ਇੱਥੇ ਮਤਲਬ ਕੀ ਹੈ? ਭਾਵਨੀ ਕੀ ਹੁੰਦਾ? ਪ੍ਰੇਮ, ਪਿਆਰ ਨਾਲ। ਜਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਦਿੰਦੇ ਹੋ, ਉਹ ਪਿਆਰ ਨਾਲ ਤੁਸੀਂ ਦਿੰਦੇ ਹੋ, ਰਾਈਟ। ਤੁਸੀਂ ਆਪਣੇ ਕੋਈ ਪਿਆਰੇ ਨੂੰ ਕੋਈ ਚੀਜ਼ ਦਿੰਦੇ ਹੋ, ਤੁਸੀਂ ਪਿਆਰ ਨਾਲ ਦਿੰਦੇ ਹੋ, ਤੁਸੀਂ ਐਕਸਪੈਕਟ ਨਹੀਂ ਕਰਦੇ ਵੀ ਵਾਪਸ ਆਊਗੀ, ਰਾਈਟ। ਭਾਵਨੀ, ਇਹਨੂੰ ਭਾਵਨੀ ਕਹਿੰਦੇ ਆ। ਦੂਜੀ ਗੱਲ, ਭਗਤ ਭਾਏ, ਪ੍ਰੇਮਾ ਭਗਤੀ ਤੁਹਾਡੇ ਅੰਦਰ ਚਾਹੀਦੀ ਹੈ। ਹੁਣ ਇਹ ਦੋ ਚੀਜ਼ਾਂ ਆ ਗਈਆਂ। ਇੱਕ ਤਾਂ ਆ ਗਈ ਭਾਵਨੀ, ਤੁਹਾਡੀ ਭਾਵਨਾ ਸੱਚੀ ਹੈ, ਤੁਹਾਡਾ ਇੰਟੈਂਸ਼ਨ ਇਜ਼ ਵੈਰੀ ਪਿਓਰ। ਨੈਕਸਟ ਥਿੰਗ ਇਜ਼ ਭਗਤੀ ਹੈ, ਪ੍ਰੇਮਾ ਭਗਤੀ ਤੁਹਾਡੇ ਅੰਦਰ ਹੈ। ਕਹਿੰਦੇ ਫਿਰ ਭਾਵੇਂ ਕੌਡੀ ਇੱਕ ਸ਼ੈਲ ਲਿਆ ਕੇ ਨਾ ਗੁਰੂ ਦੇ ਅੱਗੇ ਰੱਖ ਕੇ, ਅਗਰ ਭਾਗ ਵਿੱਚ ਮਹਾਰਾਜ ਦੇ ਅੱਗੇ ਰੱਖ ਕੇ ਤੁਸੀਂ ਮੱਥਾ ਟੇਕ ਦਿਓ, ਜਿਵੇਂ ਤੁਸੀਂ ਗੁਰਦੁਆਰੇ ਮੱਥਾ ਟੇਕਦੇ ਕਹਿੰਦੇ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ।
कहणगे एक कौडी दे बदले गुरु महाराज तुहानूं की देवेगा वापस? कहंदे सर्ब निधान, सारे खजाने थोड़े झोली विच गुरु ने पा देने एक कौडी दे बदले। पर भाई गुरदास जी कहंदे भावनी भगत भाए, कौडी अगर भाग रखे। भावनी चाहिदी है ना, ਇਹ ਨਾ ਹੋਵੇ ਤੁਸੀਂ ਜੇ ਅੱਜ ਇੱਕ ਰਿੰਗਿਟ ਜਾਂ $1 ਚੜਾਉਣਾ ਤੁਸੀਂ ਲੁਕੋ ਕੇ ਚੜਾਉਂਦੇ ਹੋ ਵੀ ਕੋਈ ਦੇਖ ਨਾ ਲਵੇ ਮੈਂ ਇੰਨੇ ਥੋੜੇ ਚੜਾਉਣ ਲੱਗਿਆ। ਜੇ ਤੁਸੀਂ $100 100 ਰਿੰਗਿਟ ਚੜਾਉਣਾ ਹੋਵੇ ਔਰ ਦਿਖਾ ਕੇ ਲਗਾਉਂਦੇ ਨੇ ਜਾਣ ਕੇ ਉਸ ਤਰ੍ਹਾਂ ਆਪਾਂ ਫੜਦੇ ਹਾਂ ਵੀ ਸਾਰੇ ਦੇਖ ਲੈਣ ਮੈਂ 100 ਰਿੰਗਿਟ ਦਾ ਮੱਥਾ ਟੇਕ ਰਿਹਾ ਹਾਂ। ਕਹਿੰਦੇ ਫਿਰ ਰੱਖਣਾ ਵੀ ਹੌਲੀ ਹੌਲੀ ਕਰਕੇ ਇਹਨੂੰ ਵੀ ਦੇਖ ਲੈਣ ਆਲੇ ਦੁਆਲੇ। ਜਿਵੇਂ ਹਰਮੰਦਰ ਸਾਹਿਬ 'ਚ ਆਪਾਂ ਦੇਖਦੇ ਹਾਂ ਨਾ, ਜਦੋਂ ਮੱਥਾ ਟੇਕੀਦਾ ਹੈ, ਜਦੋਂ ਜਾਂਦੇ ਆ ਨਾ, ਜਦੋਂ ਤੁਸੀਂ 500 ਦਾ ਨੋਟ ਮੂਹਰੇ ਰੱਖੋ ਨਾ ਤੇ ਦ ਪਰਸਨ ਹੂ ਸਿਟਿੰਗ ਡਾਊਨ ਦੇ ਨਾ ਦੇਖ ਕੇ 500 ਹੀ ਵਿਲ ਗਿਵ ਯੂ 1 ਪਤਾਸਾ। ਉਹ ਤੁਹਾਨੂੰ ਕੀ ਕਰੇਗਾ? ਇੱਕ ਸਰਪਾਉ ਦੇਗਾ ਹੈ ਨਾ, ਇੱਕ ਦਸਤਾਰ ਦੇ ਵਿੱਚ ਇੱਕ ਪਤਾਸਾ ਹੁੰਦਾ ਤੁਹਾਨੂੰ ਪੜ ਕੇ ਦੇ ਦੇਗਾ। ਸੋ ਯੂ ਜਿਨ੍ਹਾਂ ਨੂੰ ਚਾਹੀਦਾ ਹੁੰਦਾ ਨਾ ਉਹ ਡੀਕਦੇ ਹੁੰਦੇ ਆ, ਜਦੋਂ ਦੇਖਦਾ ਹੋਵੇ ਨਾ ਉਦੋਂ ਉਹਨਾਂ ਨੇ ਰੱਖਣਾ ਜਾ ਕੇ। ਹਾਂ, ਸੋ ਥਿੰਗਸ ਲਾਈਕ ਦੈਟ। ਓਕੇ, ਪਰ ਇੱਥੇ ਮਹਾਰਾਜ ਕਹਿੰਦੇ ਆ ਭਾਵਨੀ ਚਾਹੀਦੀ ਹੈ, ਪ੍ਰੇਮਾ ਭਗਤੀ ਚਾਹੀਦੀ ਹੈ। ਚਲੋ ਓਕੇ, ਨਾਓ ਕਹਿੰਦੇ ਆਪਾਂ ਦੇਣਾ ਕੀ ਹੈ? ਮਨ, ਤਨ ਤੇ ਧਨ ਦੇਣਾ ਹੈ। ਆ ਤਿੰਨ ਚੀਜ਼ਾਂ ਆਪਾਂ ਦੇਣੀਆਂ, ਮਾਈਂਡ, ਬੋਡੀ ਐਂਡ ਵੈਲਥ। ਇਹ ਤਿੰਨ ਚੀਜ਼ਾਂ ਤੁਸੀਂ ਆਫਰ ਕਰ ਸਕਦੇ ਹੋ। ਤੁਸੀਂ ਲੈਣਾ ਕੀ ਹੈ? ਗੁਰੂ ਤੋਂ ਮੰਗਣਾ ਕੀ ਹੈ? ਤੁਸੀਂ ਸਿੱਖੀ ਦਾ ਦਾਨ ਮੰਗਣਾ ਹੈ, ਤੁਸੀਂ ਕੇਸਾਂ ਦਾ ਦਾਨ ਮੰਗਣਾ ਹੈ, ਤੁਸੀਂ ਰਹਿਤ ਦਾ ਦਾਨ ਮੰਗਣਾ ਹੈ, ਤੁਸੀਂ ਵਿਵੇਕ ਮੰਗਣਾ ਹੈ, ਤੁਸੀਂ ਵਿਸਾਹ ਮੰਗਣਾ ਹੈ, ਭਰੋਸਾ ਮੰਗਣਾ ਹੈ, ਨਾਮ ਮੰਗਣਾ ਹੈ। ਓਕੇ, ਤੁਸੀਂ ਇਹ ਚੀਜ਼ਾਂ ਗੁਰੂ ਤੋਂ ਵਾਪਸ ਮੰਗਣੀਆਂ ਹੈ। ਪਾਤਸ਼ਾਹ ਜੀ ਜੇ ਤਰੁੱਠੇ ਹੋ ਤਾਂ ਮੈਨੂੰ ਇਹ ਦੇ ਦਿਓ। But you see, this is what you ask in a proper manner. ਉਹ ਚੀਜ਼ ਤੁਸੀਂ ਮੰਗਣੀ ਹੈ ਜਿਹੜਾ ਤੁਹਾਡਾ ਲੋਕ ਤੇ ਪਰਲੋਕ ਵਿੱਚ ਭਲਾ ਹੋਵੇ, ਤੁਹਾਡਾ ਜੀਵਨ ਚੰਗਾ ਬਣ ਜਾਵੇ। ਪਰ ਆਪਾਂ ਮੰਗਦੇ ਕੀ ਹਾਂ? ਆਪਾਂ ਇਹ ਤਾਂ ਮੰਗਦੇ ਨਹੀਂ ਨਾ। ਆਪਾਂ ਮੰਗਦੇ ਕੀ ਆ? ਸ਼ਾਰਟ ਟਰਮ। ਮਹਾਰਾਜ ਮੇਰਾ ਇਹ ਕੰਮ ਆ, ਮੇਰਾ ਜੀ ਇਹ ਕੰਮ ਆ, ਮੇਰੇ ਪੁੱਤਰ ਦਾ ਇਹ ਕੰਮ ਆ, ਮੇਰੇ ਇਹਦਾ ਇਹ ਕੰਮ ਆ, ਮੇਰੀ ਧੀ ਦਾ ਇਹ ਕੰਮ ਹੈ, ਮਹਾਰਾਜ ਇਹਨੂੰ ਸਵਾਰ ਦਿਓ, ਇਹਨੂੰ ਸਵਾਰ ਦਿਓ। ਸਾਰੀ ਉਮਰ ਲੰਘ ਜਾਂਦੀ ਹੈ। But we never ask for this, what you should be asking for. Okay. Now, first we go to mind. On mind, body, and your wealth. There are three things that you can offer. So let's look at the mind first. ਹੁਣ mind ਨੂੰ ਆਪਾਂ ਗੁਰੂ ਨੂੰ ਕਿਵੇਂ ਦੇਣਾ ਹੈ? ਮਹਾਰਾਜ ਆਪਾਂ ਇੱਥੋਂ ਗੱਲ ਸ਼ੁਰੂ ਕਰੀਏ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਮਨ ਵੇਚੈ ਸਤਿਗੁਰੂ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕਹਿੰਦੇ ਆਪਣਾ ਮਨ ਜੇ ਵੇਚਣਾ ਹੈ ਨਾ, ਇਫ ਯੂ ਵਾਂਟ ਟੂ ਸੈਲ ਯੋਰ ਮਾਈਂਡ, ਸੈਲ ਇਟ ਟੂ ਦ ਗੁਰੂ। ਵੇਚ ਦਿਓ ਗੁਰੂ ਨੂੰ, ਦੇ ਦਿਓ ਗੁਰੂ ਨੂੰ। ਕਿਵੇਂ ਦੇਣਾ? ਇਹ ਮਾਈਂਡ ਗੁਰੂ ਦਾ ਹੋ ਗਿਆ, ਤੁਹਾਡਾ ਨਹੀਂ ਰਿਹਾ। ਨਾਓ ਇਟਸ ਵੈਰੀ ਸਿੰਪਲ ਟੂ ਸੇ ਮਾਈ ਮਾਈਂਡ ਨਾਓ ਬਿਲੋਂਗਸ ਟੂ ਦ ਗੁਰੂ, ਬਟ ਮਨ ਮਰਜ਼ੀ ਆਪਾਂ ਆਪਣੀ ਕਰਨੀ ਹੈ। ਰਾਈਟ? ਹਾਊ ਡਿਡ ਯੂ ਗਿਵ ਯੋਰ ਮਾਈਂਡ ਟੂ ਦ ਗੁਰੂ ਦੈਨ? ਯੂ ਆਰ ਸਟਿਲ ਮੇਕਿੰਗ ਡਿਸੀਜਨਸ, ਯੂ ਸਟਿਲ ਥਿੰਕ ਦੈਟ ਯੂ ਕੈਨ ਡੂ ਵਟ ਐਵਰ ਯੂ ਵਾਂਟ ਟੂ ਡੂ। ਫਿਰ ਤੁਸੀਂ ਮਾਈਂਡ ਕਿਵੇਂ ਗੁਰੂ ਨੂੰ ਦੇ ਦਿੱਤਾ? ਨਹੀਂ ਦਿੱਤਾ ਨਾ ਹਜੇ। ਹਾਂ, ਸੋ ਅਸ਼ਟਾਫਕਰ ਇੱਕ ਜਿਹੜਾ ਹੋਇਆ, ਇੱਕ ਰਾਜਾ ਜਨਕ ਸੀਗਾ ਨਾ, ਉਹ ਕਹਿੰਦਾ ਨਾ ਮੈਨੂੰ ਘੋੜੇ ਚੜ੍ਹਦੇ ਤੱਕ ਨਾ ਕੋਈ ਉਪਦੇਸ਼ ਦੇ ਦੇਵੇ ਰੱਬ ਦਾ, ਪਰਮਾਤਮਾ ਦਾ। ਤੇ ਅਸ਼ਟਾਫਕਰ ਕਿੰਨੇ ਲੋਕਾਂ ਨੇ ਟਰਾਈ ਕੀਤਾ, ਯੂ ਨੋ ਵਾਈਲ ਯੂ ਆਰ ਗੋਇੰਗ ਅਬਵ ਦ ਹਾਰਸ, ਜਸਟ ਇੰਨੇ ਟਾਈਮ ਦੇ ਵਿੱਚ ਉਪਦੇਸ਼ ਚਾਹੀਦਾ। ਸੋ ਸਾਰੇ ਨੇ ਟਰਾਈ ਕਰ ਲਿਆ, ਕਿਸੇ ਤੋਂ ਨਹੀਂ ਹੋਇਆ। ਅਸ਼ਟਾਫਕਰ ਆਇਆ, ਉਹ ਕਹਿੰਦਾ, ਰਾਜਾ ਜਨਕ ਚੁੱਪ ਕਰਕੇ ਖੜਾ ਰਿਹਾ। ਰਾਜਾ ਜਨਕ ਚੜ੍ਹਨ ਲੱਗਿਆ ਨਾ, ਉਹ ਕਹਿੰਦਾ ਨਾ ਚੜ੍ਹ। ਉਹ ਕਹਿੰਦਾ ਕਿਉਂ ਨਾ ਚੜਾ? ਕਹਿੰਦਾ ਤੇਰੀ ਮਰਜ਼ੀ ਨਹੀਂ ਮੇਰੀ ਮਰਜ਼ੀ ਹੈ, ਤੇਰਾ ਮਾਈਂਡ ਹੁਣ ਮੇਰਾ ਹੈ। ਉਹਨੇ ਇੰਨੇ 'ਚ ਉਪਦੇਸ਼ ਦੇ ਦਿੱਤਾ। ਐਕਸੈਕਟ ਦ ਸੇਮ ਥਿੰਗ ਹੀਅਰ। ਮਨ ਵੇਚਤਾ ਨਾ, ਫਿਰ ਤੁਹਾਡੀ ਮਰਜ਼ੀ ਚੱਲੇਗੀ ਜਾਂ ਯੂ ਹੈਵ ਟੂ ਫੋਲੋ ਵਟ ਐਵਰ ਦ ਗੁਰੂ ਸੇਜ਼ ਨਾਓ। ਓਕੇ, ਸੋ ਦਿਸ ਇਜ਼ ਹਾਊ ਯੂ ਡੋਨੇਟ ਯੋਰ ਮਾਈਂਡ। ਨਾਓ giving mind to the guru means that your function of mind ਜਿਹੜਾ ਹੈ ਨਾ, ਸੰਕਲਪ ਤੇ ਵਿਕਲਪ ਹੈ। ਦੋ ਚੀਜ਼ਾਂ ਤੁਹਾਡਾ ਮਾਈਂਡ ਕਰਦਾ ਹੈ, ਜਿਹਨੂੰ ਸੰਕਲਪ ਕਹਿੰਦੇ ਆ ਤੇ ਵਿਕਲਪ। ਸੰਕਲਪ ਮੀਨਸ ਥਾਟ, ਵਿਕਲਪ ਮੀਨਸ ਕਾਊਂਟਰ ਥਾਟ, ਜਿਹੜਾ ਕਾਊਂਟਰ ਵਿੱਚ ਉਹਦੇ ਆਉਂਦਾ ਹੈ। ਦੈਟਸ ਹਾਊ ਯੋਰ ਮਾਈਂਡ ਕੀਪਸ ਗੋਇੰਗ ਆਲ ਦ ਟਾਈਮ। ਇੱਕ ਥਾਟ ਉੱਠਦਾ ਹੈ, ਕਾਊਂਟਰ ਉੱਠਦਾ ਹੈ, ਉਹ ਉੱਠਦਾ ਹੈ, ਉਹ ਕਾਊਂਟਰ ਕਰਦਾ ਹੈ। ਸੋ ਇਸ ਤਰ੍ਹਾਂ ਤੁਹਾਡਾ ਮਾਈਂਡ ਚੱਲਦਾ ਰਹਿੰਦਾ ਹੈ ਇਨ ਸਰਕਲਸ, ਓਵਰ ਐਂਡ ਓਵਰ ਅਗੇਨ। ਸੋ ਇੱਥੇ ਸੰਕਲਪ ਤੇ ਵਿਕਲਪ, you should be thinking of ਗੁਰਬਾਣੀ। ਸੰਕਲਪ ਦੇ ਵਿੱਚ ਗੁਰਬਾਣੀ ਦਾ ਸ਼ਬਦ ਆ ਗਿਆ, ਕਾਊਂਟਰ ਉਹਦੇ ਅਰਥ ਆ ਗਏ। ਸੋ ਕਾਊਂਟਰ ਉਹਦਾ ਜਿਹੜਾ ਰੀਅਲਾਈਜੇਸ਼ਨ ਆ ਗਿਆ, ਉਹਦਾ ਜਸਟੀਫਿਕੇਸ਼ਨ ਆ ਗਿਆ। ਸੋ ਯੋਰ ਮਾਈਂਡ ਸ਼ੁੱਡ ਆਲਵੇਜ਼ ਗੋ ਇਨਟੂ ਦੈਟ ਗੁਰਬਾਣੀ ਸਰਕਲ ਆਲ ਦ ਟਾਈਮ। ਇਹਨੂੰ ਕਹਿੰਦੇ ਆ ਮਾਈਂਡ ਗੁਰੂ ਦਾ ਹੈ। ਤੀਜੀ ਗੱਲ ਹੈ
कि माइंड जिहड़ा है ना, ये काउंटर थॉट्स ते थॉट्स जिहड़े ने ये हटने नहीं, यू कैनॉट स्टॉप दैट, बट तुसी उन्हां नूं एक डायरैक्शन दे सकदे हो। यू नो ऑल आवर आर्ग्यूमेंट्स, आवर मिसअंडरस्टैंडिंग्स, जिन्नियां भी कुछ हुंदा ना, ये माइंड दा ही काम है सारा। एंड हाउ डू द वर्ल्ड कंट्रोल योर माइंड नाउ? Sending you WhatsApp messages, showing you movies, showing you, they give you lectures, you hear in your ears, ਉਹ ਸਭ ਕੁਝ ਤੁਹਾਡੇ ਮਾਈਂਡ ਨੂੰ ਕੰਟਰੋਲ ਕਰ ਰਿਹਾ ਹੈ, ਤੁਹਾਡੇ ਮਾਈਂਡ ਨੂੰ ਮੋਲਡ ਕਰ ਰਿਹਾ ਹੈ। Exactly what happened during the pandemic. ਦੇਖੋ ਸਾਰੀਆਂ ਚੀਜ਼ਾਂ ਸਭ ਕੁਝ ਸੋਸ਼ਲ ਵਰਤਿਆ to put a fear deep in you that COVID is dangerous, it's a killer. ਸਾਰੇ ਡਰ ਰਾਈਟ। देखो वो सारा मीडिया वरतिया वो एक चीज वास्ते। नाउ जस्ट टेक इट इन दिस वे, इफ आई टेल यू टुडे गुरबाणी अल्टीमेट है, गुरबाणी परमात्मा है, जे तुसी इनू नहीं जपोगे यू हैव टू सफर इन योर दैट। मैं यही चीज नू सारा सोशल मीडिया लैके जरा हम पूरा ब्लस्ट कर देवां, पुट दैट इन योर माइंड दैट विदाउट गुरबाणी यू आर नथिंग, योर लाइफ इज यूजलेस। ये चीज थोड़े मन च पाई जावे, definitely you will go in and the action follows. The government start, they start restricting people's movement, this and that, then ਸਾਰੇ ਚੀਜ਼ ਹੁੰਦੇ। ਦੇਖੋ ਮਨ ਦੇ ਵਿੱਚ ਉਹਨਾਂ ਨੇ ਕਵਰ ਕਰਤਾ, ਤਨ ਵਿੱਚ ਕਵਰ ਕਰਤਾ ਨਾ, ਸਰੀਰ ਦੇ ਵਿੱਚ, ਧਨ ਦੇ ਵਿੱਚ ਵੀ ਕਰਤਾ, ਸਾਰੇ ਪਾਸਿਆਂ ਨੂੰ ਕੰਟਰੋਲ ਕਰਕੇ ਡਰਾ ਕੇ ਰੱਖਤਾ ਦੁਨੀਆ ਨੂੰ। See, this is how they are using this weapon against us. But in Gurbani, if you do same thing for Gurbani, you are going to explore your life beyond your life as well. ਇਹ ਚੀਜ਼ ਅੱਗੇ ਤੋਂ ਅੱਗੇ ਚਲੀ ਜਾਣੀ ਹੈ। ਚਲੋ ਹੁਣ ਗੱਲ ਕੀ ਹੈ ਕਿ ਮਾਈਂਡ ਜੇ ਵੇਚਣਾ ਹੈ, ਮਨ ਵੇਚੇ ਸਤਿਗੁਰੂ ਕੈ ਪਾਸ, ਸਿਰਫ ਮਾਈਂਡ ਨੂੰ ਗੁਰੂ ਦੇ ਪਾਸ ਵੇਚਣਾ, ਹੋਰ ਕਿਸੇ ਨੂੰ ਆਪਣਾ ਮਾਈਂਡ ਨਹੀਂ ਦੇਣਾ। ਗੱਲ ਗੁਰੂ ਦੀ ਮੰਨਣੀ ਹੈ, ਹੋਰ ਕਿਸੇ ਦੀ ਨਹੀਂ ਮੰਨਣੀ, ਡਾਇਰੈਕਟਲੀ ਗੁਰੂ ਦੀ। ਨਾਓ ਦ ਬਿਊਟੀਫੁਲ ਪਾਰਟ ਇਜ਼ ਦੈਟ ਜਦੋਂ ਵੇਦ ਹੁੰਦੇ ਸੀ ਨਾ, ਵੇਦ ਸ਼ਾਸਤਰ ਹੁੰਦੇ ਸੀ ਨਾ, ਉਹਨਾਂ ਦੇ ਅਰਥ ਕੱਢਣੇ ਨਾ, you have to go to somebody and listen to the earth. You have to get some scholar to explain to you what the verse means. ਬਹੁਤ ਜ਼ਿਆਦਾ ਜਿਹੜਾ ਹਿੰਮਤ ਕਰਨੀ ਪੈਂਦੀ ਸੀ। ਗੁਰੂ ਅਮਰਦਾਸ ਜੀ ਨੂੰ ਪੁੱਛਿਆ ਨਾ, then why are you writing ਬਾਣੀ when there are already Vedas and Shastras in the world? ਮਹਾਰਾਜ ਨੇ ਐਗਜ਼ਾਮਪਲ ਦਿੱਤਾ, ਕਹਿੰਦੇ Vedas are like well, the water in the well, ਉਹਨੂੰ ਕੱਢਣ ਵਾਸਤੇ ਹਿੰਮਤ ਚਾਹੀਦੀ ਹੈ, and not everybody can afford to have a well those days. So ਪਾਣੀ ਕੱਢਣਾ ਹਿੰਮਤ ਕਰਨੀ ਪੈਂਦੀ ਹੈ, but ਗੁਰਬਾਣੀ that is Vedas. ਗੁਰਬਾਣੀ ਕੀ ਹੈ? It's like a cloud, the cloud is showering you, that is ਗੁਰਬਾਣੀ। That means you don't have to go to any scholar, this and that. ਗੁਰਬਾਣੀ straight ਅਰਥਾਂ ਵਿੱਚ ਤੁਹਾਨੂੰ ਦੱਸਦੀ ਹੈ। Now you tell me, if you know single ਪੰਜਾਬੀ, ਮੈਂ ਇਹ ਸ਼ਬਦ ਪੜ੍ਹਦਾ ਤੁਹਾਨੂੰ ਸਮਝ ਨਹੀਂ ਆਈ। मन बेचै सदगुरु के पास, तिस सेवक के कारज रास। वेरी सिंपल। See, ए गुरबाणी। Okay, now this is how Maharaj says that गुरबाणी ਨੂੰ ਤੁਸੀਂ ਆਪਣੇ ਮਨ ਵਿੱਚ ਵਸਾਉਣਾ ਹੈ। Now ਮਨ ਚੰਚਲ ਹੈ, that's why Maharaj ji have ਕੀਰਤਨ। ਮਹਾਰਾਜ ਨੇ ਕੀਰਤਨ ਕੀਤਾ। ਮਨ ਜਿਹੜਾ ਹੈ ਇੱਕ ਮੈਲੋਡੀ ਦੇ ਵਿੱਚ, ਇੱਕ ਰਿਦਮ ਵਿੱਚ ਚਲਿਆ ਜਾਂਦਾ ਹੈ। ਸੋ ਇਟਸ ਈਜ਼ੀ ਟੂ ਕਾਮ ਯੋਰ ਮਾਈਂਡ ਵਿਦ ਕੀਰਤਨ। ਮਹਾਰਾਜ ਨੇ ਰਾਗ ਲਿਆਂਦੇ ਜਿਨ੍ਹਾਂ ਨੂੰ ਮੁਸਲਮਾਨ ਕਹਿੰਦੇ ਸੀ ਇਹ ਜ਼ਹਿਰ ਹੈ। ਨਾਓ ਮੁਸਲਮਾਨ ਸੇਜ਼ ਰਾਗ ਇਜ਼ ਬੈਂਡ, ਯੂ ਕੈਨੋਟ ਸਿੰਗ ਬਿਕਾਜ਼ ਦਿਸ ਇਜ਼ ਈਵਲ। ਪਰ ਗੁਰੂ ਮਹਾਰਾਜ ਨੂੰ ਜਦੋਂ ਉਹਨਾਂ ਨੇ ਕਿਹਾ, ਮੁਸਲਮਾਨਾਂ ਨੇ ਆ ਕੇ ਮਹਾਰਾਜ ਨੇ ਇੱਕੋ ਗੱਲ ਕਹੀ, ਕਹਿੰਦੇ ਹੁਣ ਜੇ ਭਾਂਡਾ ਸੋਨੇ ਦਾ ਹੋਵੇ, if the bowl is made of gold, you put poison into it, you drink, you are going to die, right? The gold, ਜਿਹੜਾ ਗੋਲਡ ਦਾ ਬਣਿਆ ਹੋਇਆ ਭਾਂਡੇ ਨੂੰ ਤੁਹਾਨੂੰ ਬਚਾਉਣਾ ਤਾਂ ਨਹੀਂ ਹੈਗਾ ਜੀ, ਅੰਦਰ ਜ਼ਹਿਰ ਪਾਤੀ। The same bowl, the same ਭਾਂਡਾ, you put ਅੰਮ੍ਰਿਤ, it's going to liberate you. It works the other way. ਹੁਣ ਮਹਾਰਾਜ ਕਹਿੰਦੇ ਰਾਗ ਜਿਹੜੇ ਨੇ ਇੱਕ ਬੋਲ ਹੈ, ਇਹਦੇ ਵਿੱਚ ਚਾਹੇ ਤੁਸੀਂ ਜ਼ਹਿਰ ਪਾ ਲਓ ਚਾਹੇ ਅੰਮ੍ਰਿਤ ਪਾ ਲਓ। ਮਹਾਰਾਜ ਨੇ ਰਾਗਾਂ ਦੇ ਵਿੱਚ ਬਾਣੀ ਲਿਆ ਕੇ ਬਾਣੀ ਗਾਈ so that can control your mind. That's why you listen to Gurbani, you listen to Kirtan, your mind is there and there. कथा सुननी थोड़ी जी औखी है। You need to train your mind to listen to कथा. You have to train your mind. You have to focus yourself. वो थोड़ा जिहा औखा है। Okay, चलो। Now भाई गोपाले ਦੀ ਇੱਕ ਸਾਖੀ ਆਉਂਦੀ ਹੈ। Now ਭਾਈ ਗੋਪਾਲਾ ਜੀ ਜਿਹੜੇ ਸਨ ਨਾ ਬਹੁਤ ਗੁਰਸਿੱਖ ਸੀਗੇ। ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਬੈਠੇ ਮਹਾਰਾਜ ਜੀ ਕਹਿਣ ਲੱਗੇ ਕੋਈ ਗੁਰਸਿੱਖ ਹੈ ਜਿਹੜਾ ਸਾਨੂੰ ਸ਼ੁੱਧ
ਸੁੱਧ ਮੀਨਸ ਸੁੱਧ, correctly pronunciation punctuation correctly done, ਜਿਵੇਂ ਤੁਸੀਂ ਹੁਣ ਸੰਥਿਆ ਕਰਦੇ ਹੋ ਨਾ, ਇਹ ਸੰਥਿਆ ਦੇ ਨਾਲ ਇਹ ਚੀਜ਼ਾਂ ਠੀਕ ਹੁੰਦੀਆਂ ਹਨ। ਕਹਿੰਦੇ ਕੋਈ ਜਪਜੀ ਸਾਹਿਬ ਸੁੱਧ ਸਾਨੂੰ ਸੁਣਾਵੇ। ਉਸ ਵੇਲੇ ਭਾਈ ਗੋਪਾਲਾ ਜੀ ਨੇ ਆਪਣੇ ਆਪ ਨੂੰ ਵੋਲੰਟੀਅਰ ਕੀਤਾ, ਮਹਾਰਾਜ ਜੇ ਤੁਹਾਡੀ ਕਿਰਪਾ ਹੋਵੇ, ਤੁਹਾਡੀ ਆਗਿਆ ਹੋਵੇ, ਮੈਂ ਸੁਣਾਵਾਂ। ਉਹਨਾਂ ਨੇ ਆ ਕੇ ਮਹਾਰਾਜ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਥੱਲੇ ਬਹਿ ਗਏ ਨਾ, ਹੀ ਪੁੱਟ ਹਿਮ ਇਨਟੂ ਅ ਹਾਇਰ ਪਲੇਟਫਾਰਮ, ਵੀ ਉਹਨੇ ਬਾਣੀ ਸੁਣਾਉਣੀ ਹੈ। ਉਹਨੂੰ ਉੱਚੇ ਥਾਂ ਤੇ ਬਿਠਾ ਕੇ ਗੁਰੂ ਹਰਗੋਬਿੰਦ ਸਾਹਿਬ ਥੱਲੇ ਬਹਿ ਕੇ ਉਹਨੇ ਜਪਜੀ ਸਾਹਿਬ ਸ਼ੁਰੂ ਕੀਤਾ। ਬਹੁਤ ਕਾਮਲੀ ਮਨ ਦੀ ਉਹਨੇ ਐਨ ਮਨ ਨੂੰ ਠਹਿਰਾ ਕੇ ਵਿਦ ਅ ਕਨਸਨਟ੍ਰੇਟਡ ਮਾਈਂਡ, ਫੋਕਸ ਮਾਈਂਡ, ਉਹਨੇ ਧਿਆਨ ਦੇ ਨਾਲ ਪਾਠ ਕੀਤਾ all the way until he reached the pੌੜੀ 37। ਬਹੁਤ ਕਾਮਲੀ ਉਹਨੇ ਪਾਠ ਕੀਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਮਨ ਵਿੱਚ ਫੈਸਲਾ ਕਰ ਰਹੇ ਨੇ ਵੀ ਇਹਨੂੰ ਮੈਂ ਗੁਰੂ ਬਣਾ ਦੇਣਾ, ਆਈ ਐਮ ਗੋਇੰਗ ਟੂ ਗਿਵ ਗੁਰਤਾ ਗੱਦੀ ਟੂ ਹਿਮ, ਬਿਕੋਜ਼ ਇਹ ਇੰਨਾ ਸ਼ੁੱਧ ਪਾਠ ਸੁਣਾਇਆ ਐਨ ਮਨ ਦੀ ਇਕਾਗਰਤਾ ਦੇ ਨਾਲ। ਮਨ ਉੱਥੇ ਭਟਕਦਾ ਨਹੀਂ, ਐਨ ਚੰਗੀ ਤਰ੍ਹਾਂ। 37 ਵਾਲੀ ਪੌੜੀ ਤੋਂ ਬਾਅਦ ਉਹਦੇ ਮਨ ਵਿੱਚ ਖਿਆਲ ਆਇਆ। ਹੁਣ ਦੇਖੋ, ਇੱਕ ਭਾਈ ਸੁਭਾਗਾ ਜੀ ਸੀਗੇ, ਉਹ 4 ਘੋੜੇ ਲੈ ਕੇ ਆਏ ਸੀ ਗੁਰੂ ਹਰਗੋਬਿੰਦ ਸਾਹਿਬ ਵਾਸਤੇ, 4 ਘੋੜੇ, 4 horses। ਉਹ ਇੱਕ ਹੌਸ ਮਹਾਰਾਜ ਨੇ ਪੈਂਦੇ ਖਾਂ ਨੂੰ ਦਿੱਤਾ, ਦੂਜਾ ਜਿਹੜਾ ਘੋੜਾ ਸੀ ਮਹਾਰਾਜ ਨੇ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ, 2 ਘੋੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਸੀਗੇ। ਨਾ ਭਾਈ ਗੋਪਾਲਾ ਜੀ 37th ਪੌੜੀ ਤੋਂ ਬਾਅਦ ਉਹਦੇ ਮਨ 'ਚ ਖਿਆਲ ਆਇਆ, ਜੇ ਗੁਰੂ ਖੁਸ਼ ਹੋਵੇ ਨਾ ਮੈਨੂੰ ਇੱਕ ਘੋੜਾ ਦੇ ਦੇਵੇ। ਕੀ ਹੋਇਆ, ਪਾਠ ਦਾ ਭੋਗ ਪਿਆ, ਪੌਣ ਗੁਰੂ ਪਾਣੀ ਪਿਤਾ ਪੜ ਕੇ ਉਹਨੇ ਭੋਗ ਪਾਇਆ ਜਪਜੀ ਸਾਹਿਬ ਦਾ। ਗੁਰੂ ਮਹਾਰਾਜ ਕਹਿੰਦੇ ਸ਼ਾਬਾਸ਼, ਕਹਿੰਦੇ ਭਾਈ ਗੋਪਾਲਾ ਬੜਾ ਸੁੱਧ ਪਾਠ ਸੁਣਾਇਆ ਹੈ, ਕਹਿੰਦੇ ਮੇਰਾ ਅੱਜ ਜੀ ਕਰਦਾ ਸੀ ਤੈਨੂੰ ਗੁਰੂ ਬਣਾ ਦੇਣਾ, ਯੂ ਵਿਲ ਬੀ ਦ 7th ਗੁਰੂ, ਦ ਨੈਕਸਟ ਗੁਰੂ, ਆਈ ਐਮ ਗੋਇੰਗ ਟੂ ਮੇਕ ਯੂ। ਪਰ ਕਹਿੰਦੇ ਤੇਰੇ ਮਨ 'ਚ ਖਿਆਲ ਆ ਗਿਆ ਤੂੰ ਘੋੜਾ ਮੰਗ ਲਿਆ, ਮੈਂ ਤਾਂ ਤੈਨੂੰ ਗੁਰੂ ਨਾਨਕ ਦੀ ਗੱਦੀ ਦੇਣ ਨੂੰ ਤਿਆਰ ਹੋਇਆ ਸੀਗਾ, ਤੂੰ ਸਿਰਫ ਇੱਕ ਘੋੜਾ ਹੀ ਮੰਗਿਆ। ਮਹਾਰਾਜ ਨੇ ਉਹ ਘੋੜਾ ਵੀ ਉਹਨੂੰ ਦੇਤਾ ਤੇ ਬਹੁਤ ਸਾਰੀ ਮਾਇਆ ਵੀ ਦਿੱਤੀ। ਦੇਖੋ ਸ਼ੁੱਧ ਪਾਠ ਇਟਸ ਵੈਰੀ ਇੰਪੋਰਟੈਂਟ। ਇਹਦੇ ਵਿੱਚ ਇਹ ਨਾ ਕਿ ਉਹਦੇ ਵਿੱਚ ਕੀ ਆ, ਦ ਪਲੇ ਆਫ ਮਾਈਂਡ ਆ। If your mind is running here and there, you cannot do Shuddh Path. You see, you cannot concentrate on Bani. ਤੇ ਮਹਾਰਾਜ ਦੇਖੋ ਕੀ ਕੁਝ ਨਹੀਂ ਦਿੰਦੇ ਜੇ ਸ਼ੁੱਧ ਪਾਠ ਕੀਤਾ ਜਾਵੇ। Now, second thing is ਤਨ, your body. Now, ਇਹ body ਜਿਹੜੀ ਹੈ ਇਹ ਵੀ ਗੁਰੂ ਨੂੰ ਦੇਣੀ ਹੈ। ਇਹ ਕਿਵੇਂ ਦੇਣੀ ਹੈ? ਕਹਿੰਦੇ ਇਹ ਜਿਹੜਾ ਹਨ ਆਪਣੀ ਜਿਹੜੇ body ਨੂੰ ਡੈਡੀਕੇਟ ਕਰਨਾ ਗੁਰੂ ਮਹਾਰਾਜ ਦੀ ਸੇਵਾ ਵਾਸਤੇ ਵੀ ਇਹ ਮਹਾਰਾਜ ਨੇ ਦਿੱਤੀ ਹੈ। ਇਹ ਬੋਡੀ ਦੇ ਰਾਹੀਂ ਆਈ ਐਮ ਗੋਇੰਗ ਟੂ ਲਿਬਰੇਟ ਮਾਈ ਸੋਲ, ਆਈ ਐਮ ਗੋਇੰਗ ਟੂ ਲਿਬਰੇਟ ਮਾਈ ਸੈਲਫ ਥਰੂ ਦਿਸ ਬੋਡੀ। ਦਿਸ ਬੋਡੀ ਇਜ਼ ਜਸਟ ਅ ਮੈਕੈਨਿਜ਼ਮ, ਚੀਜ਼ ਹੈ, ਇੱਕ ਚੀਜ਼ ਹੈ ਜਿਹਦੇ ਨਾਲ ਮੈਂ ਟਰੈਵਲ ਕਰਕੇ ਮੈਂ ਆਪਣੇ ਰੱਬ ਕੋਲ ਪਹੁੰਚਣਾ ਹੈ। ਇਟਸ ਅ ਵਹੀਕਲ ਫॉर ਮੀ ਟੂ ਟਰੈਵਲ ਥਰੂ ਗੁਰੂ ਮਹਾਰਾਜ ਜਿਸ ਪਾਥ ਟੂ ਰੀਚ ਪਰਮਾਤਮਾ, ਟੂ ਮਰਜ ਵਿਥ ਹਿਮ ਐਸ ਵਨ। ਇਹ ਬੋਡੀ ਹੋਰ ਕੋਈ ਕੰਮ ਨਹੀਂ ਇਸ ਬੋਡੀ ਦਾ। Now, to realize the actual reason why you are having this body, ਇਹ body ਦਾ ਕੀ function ਹੈ। Now, ਗੁਰੂ ਮਹਾਰਾਜ ਨੇ ਇਹ ਸੇਵਾ ਜਿਹੜੀ ਹੈ ਦੇਖੋ ਆਪਾਂ ਨੂੰ ਦਿੱਤੀ, ਪਰ we are more concerned about our health, our beauty, to keep up the body, to uplift the body health. We are concerned about that, but we forget one thing, the real ਜਿਹੜਾ use of the body, we have abandoned it. ਇਹਦਾ body ਦਾ target ਕੀ ਹੈ, ਇਹਦਾ reason ਕੀ ਹੈ, ਉਹ ਆਪਾਂ ਛੱਡਤਾ। Okay, now the body, now you have to give it to the Guru because it's so precious to you. That's why we come back to the same issue. What are you donating? Now here I'm going to tell you one sakhi. Akbar hoya na, Akbar one day asked a Hindu Brahmin who can tell you the previous life, ਜਿਹੜਾ ਹਨ ਤੁਹਾਡਾ previous life ਉਹ ਦੱਸ ਸਕਦਾ ਸੀਗਾ, ਉਹਦੇ ਵਿੱਚ ਇਹ ਗੁਣ ਸੀਗਾ। ਉਹਨੂੰ ਅਕਬਰ ਨੇ ਪੁੱਛਿਆ, ਕਹਿੰਦਾ ਮੈਨੂੰ ਇਹ ਦੱਸ ਮੈਂ ਰਾਜਾ ਕਿਉਂ ਬਣਿਆ, why have I got so big kingdom? ਕਈ ਬੰਦਿਆਂ ਕੋ ਖਾਣ ਨੂੰ ਨਹੀਂ ਕੁਝ ਹੁੰਦਾ, ਮੈਨੂੰ ਤਾਂ ਐਡਾ kingdom ਮਿਲ ਗਿਆ and I'm just born into the family and I got it for free. ਉਹਨੇ ਬ੍ਰਾਹਮਣ ਨੇ ਦੱਸਿਆ, ਕਹਿੰਦੇ ਪਿਛਲੇ ਜਨਮ ਦੇ ਵਿੱਚ ਨਾ ਤੂੰ ਇੱਕ ਭਿਖਾਰੀ ਸੀਗਾ, you was a beggar। ਕਹਿੰਦੇ ਕੀ ਹੋਇਆ, ਇੱਕ ਦਿਨ ਤੂੰ ਕਾਂਸ਼ੀ ਚਲਿਆ ਗਿਆ, ਤੂੰ ਕਾਂਸ਼ੀ 'ਚ ਦੇਖਿਆ ਲੋਕ ਗੰਗਾ ਦੇ ਵਿੱਚ ਬਹੁਤ ਕੁਝ ਸਿੱਟ ਰਹੇ ਆ, they are donating to ਗੰਗਾ, giving up to ਗੰਗਾ। ਤੇਰੇ ਮਨ 'ਚ ਖਿਆਲ ਆਇਆ ਕਿ ਮੈਂ ਵੀ ਕੁਝ ਦਵਾਂ, ਪਰ ਤੇਰੇ ਕੋਲ ਕਹਿੰਦੇ ਉਸ ਵੇਲੇ ਇੱਕ ਲੋਟਾ ਹੀ ਸੀਗਾ, ਇਟਸ ਜਸਟ ਅ ਬੋਲ ਸੀਗਾ ਛੋਟਾ ਜਿਹਾ ਉਹਦੇ ਕੋਲ। ਹੀ ਹੈਜ਼ ਨਥਿੰਗ ਐਲਸ ਇਨ ਹਿਸ ਲਾਈਫ, ਦ ਓਨਲੀ ਥਿੰਗ ਹੀ ਹੈਡ ਵਾਸ ਜਸਟ ਅ ਬੋਲ। ਕਹਿੰਦੇ ਤੇਰੇ ਮਨ 'ਚ ਸ਼ਰਧਾ ਆਈ, ਤੂੰ ਚੱਕ ਕੇ ਉਹ ਬੋਲ ਜਿਹੜਾ ਹੈ ਗੰਗਾ ਵਿੱਚ ਸੁੱਟ ਦਿੱਤਾ। ਜਦੋਂ ਤੂੰ ਗੰਗਾ 'ਚ ਸੁੱਟਿਆ ਨਾ, ਬਿਕੋਜ਼ ਦੈਟਸ ਦ ਓਨਲੀ ਥਿੰਗ ਦੈਟ ਯੂ ਹੈਵ। ਨਾਓ ਸੀ when you give donation, you have 1 million, you are giving 1000 away, so what is the percentage?
You have 1 million, you get 10% out. It's only 100,000. You still have 900,000 with you. So it doesn't matter how big is your donation, but in percentage it becomes very small, right? Now a person like him, this is the beggar, ਉਹਦੇ ਕੋਲ ਇੱਕ ਬੋਲ ਹੈ, ਉਹਨੇ ਉਹ ਬੋਲ ਹੀ ਦੇ ਦਿੱਤਾ. That means he gave everything that he had. After the bowl, he had nothing with him. So ਕਹਿੰਦੇ ਤੂੰ ਸਭ ਕੁਝ ਦਿੱਤਾ, ਦੇਖੋ ਪਰਮਾਤਮਾ ਨੇ ਤੈਨੂੰ ਹੁਣ ਰਾਜ ਦਿੱਤਾ ਉਹਦੇ ਬਦਲੇ. So Akbar got the whole kingdom with only one bowl. ਜਿਹੜਾ ਬੰਦਿਆਂ ਨੂੰ ਮਿਲੀਅਨਸ ਦਾਨ ਕਰਕੇ ਵੀ ਨਹੀਂ ਮਿਲਦਾ. You got it? ਹਾਂ, ਇਹ ਕਨਸੈਪਟ ਹੈ. ਫਿਰ ਦੇਖੋ ਕਹਿੰਦੇ ਇਹ ਬਾਡੀ ਜਿਹੜੀ ਹੈ, ਕਹਿੰਦੇ ਇਹ ਬਾਡੀ ਜਿਹੜੀ ਇੱਕ ਵਹੀਕਲ ਹੈ, ਇਹਨੇ ਸਿਰਫ ਤੁਹਾਨੂੰ ਪਰਮਾਤਮਾ ਦੀ ਸੇਵਾ, ਗੁਰੂ ਦੀ ਸੇਵਾ ਕਰਕੇ ਤੁਸੀਂ ਪਰਮਾਤਮਾ ਤੱਕ ਪਹੁੰਚਾ. ਨਾਓ ਲੈਟ ਮੀ ਟੈਲ ਯੂ ਵਨ ਮੋਰ ਥਿੰਗ. ਜੇ ਗੁਰੂ ਨਾ ਹੋਵੇ, ਹਾਊ ਆਰ ਯੂ ਗੋਇੰ ਟੂ ਸਰਵ ਪਰਮਾਤਮਾ? Unless you can see Paramatma within his creation, then it's okay. But do you have that avastha? No, right? You can't see God within everything. ਤੁਸੀਂ ਸਾਰਿਆਂ ਵਿੱਚ ਰੱਬ ਥੋੜੋ ਦੇਖ ਸਕਦੇ ਹੋ. That's why Guru Nanak ਬਣ ਕੇ ਪਰਮਾਤਮਾ ਆਇਆ. That means you can serve Guru in his physical form. It makes your life simpler. ਸੌਖਾ ਹੋ ਗਿਆ ਨਾ ਕੰਮ. ਨੇ ਭਾਈ ਮਨੀ ਸਿੰਘ ਨੇ ਕਿਹਾ ਨਾ, ਜੇ ਤਨ ਦਿੱਤੀਆਂ ਹਰ ਮਿਲੇ ਤਾਂ ਵੀ ਸਸਤਾ ਜਾਣਨਾ, ਵੀ ਜੇ ਤਨ ਦਿੱਤੀਆਂ ਪਰਮਾਤਮਾ ਮਿਲ ਜਾਵੇ ਤਾਂ ਵੀ ਇੱਕ ਸਸਤਾ ਡੀਲ ਹੋ ਗਿਆ. ਜੇ ਤਨ ਦਿੱਤੀਆਂ, ਸਰੀਰ ਦਿੱਤੀਆਂ, ਰੱਬ ਮਿਲ ਜਾਵੇ. ਨਾ ਚਰਨ ਨਾ ਛਾਡੋ ਸਰੀਰ ਕਲ ਜਾਈ. ਭਗਤ ਰਵਿਦਾਸ ਜੀ ਕਹਿੰਦੇ ਆ, ਭਗਤ ਪਰਮਾਤਮਾ ਦੇ ਚਰਨ ਨਾ ਛੱਡੋ, ਭਾਵੇਂ ਸਰੀਰ ਗਲ ਵੀ ਜਾਵੇ. ਬਿਕੋਜ਼ ਇਹ ਸਰੀਰ ਦਾ ਫੰਕਸ਼ਨ ਹੀ ਉਹੀ ਹੈ. ਯੂ ਵਾਂਟ ਟੂ ਅਟੇਨ ਪਰਮਾਤਮਾ. ਜੇ ਪਰਮਾਤਮਾ ਨੂੰ ਛੱਡਤਾ, the body becomes useless, your time spent on the world becomes useless. You then have to go with more burden to the next world. You are making your life more difficult afterwards. ਦੇਖੋ ਕੰਮ ਬੁਰਾ ਹੋ ਗਿਆ ਨਾ ਫਿਰ. ਸੋ ਮਹਾਰਾਜ ਕਹਿੰਦੇ ਤਨ ਵੀ ਗੁਰੂ ਦਾ ਜਾਣੋ, ਤਾਂ ਹੀ ਗੁਰਸਿੱਖ ਸ਼ਹੀਦੀਆਂ ਪਾਉਂਦੇ ਸੀਗੇ ਨਾ. ਹੁਣ ਇਹ ਦੇਖੋ, ਭਾਈ ਸੰਮਣ ਤੇ ਭਾਈ ਮੁਸਨ ਦੀ ਇੱਕ ਸਾਖੀ ਹੈ. ਨਾਓ ਭਾਈ ਸੰਮਣ ਪੁੱਤਰ ਹੈ, ਜਿਹੜਾ ਹਨ ਸੰਮਣ ਪੁੱਤਰ ਹੈ, ਮੁਸਨ ਉਹਦਾ ਪਿਤਾ ਹੈ. ਨਾ ਇਹ ਦੋਵੇਂ ਪਿਓ ਪੁੱਤਰ ਜਿਹੜੇ ਆ ਨਾ, ਵਿਚਾਰੇ ਬਹੁਤ ਗਰੀਬ ਹੈ. ਇਹ ਲਾਹੌਰ ਵਿੱਚ ਰਹਿਣ ਵਾਲੇ ਨੇ. ਸੋ ਇਹ ਸੰਮਣ ਤੇ ਮੁਸਨ ਜਿਹੜੇ ਹਨ, ਇੱਕ ਵਾਰ ਗੁਰੂ ਅਰਜਨ ਦੇਵ ਜੀ ਲਾਹੌਰ ਆਏ ਤੇ ਸੰਮਣ ਤੇ ਮੁਸਨ ਜਿਹੜੇ ਹਨ, ਪਿਓ ਪੁੱਤਰ ਜਿਹੜੇ ਹਨ, ਆਪਸ ਵਿੱਚ ਗੱਲਾਂ ਕਰਦੇ ਆ. ਕਹਿੰਦੇ ਗੁਰੂ ਅਰਜਨ ਦੇਵ ਜੀ ਆਏ ਹੋਏ ਹਨ, ਆਪਾਂ ਉਹਨਾਂ ਨੂੰ ਘਰ ਬੁਲਾ ਕੇ ਨਾ ਉਹਨਾਂ ਨੂੰ ਲੰਗਰ ਛਕਾ ਦਈਏ. ਲੈਟਸ ਸਰਵ them ਲੰਗਰ. ਕਹਿੰਦੇ ਆਪਣੇ ਘਰ 'ਚ ਮਹਾਰਾਜ ਦੇ ਚਰਨ ਪੈਣਗੇ. ਸੋ ਦੋਵੇਂ ਪਿਓ ਪੁੱਤਰ ਇੱਕ ਦੂਜੇ ਨੂੰ ਪੁੱਛਣ ਲੱਗੇ, ਕਹਿੰਦੇ ਆਪਣੇ ਕੋਲ ਪੈਸਾ ਤਾਂ ਹੈ ਨਹੀਂ, ਵੀ ਸੋ ਪੂਆ ਆਪਾਂ ਲੰਗਰ ਕਿਵੇਂ ਬਣਾਵਾਂਗੇ? ਤਾਂ ਉਹਨਾਂ ਨੂੰ ਯਾਦ ਆਇਆ, ਜਿਹੜੇ ਐਮਪਲੋਇਰ ਨਾਲ ਉਹ ਕੰਮ ਕਰਦੇ ਸੀ ਨਾ, ਜਿਹੜਾ ਕਾਰਜ ਕਰਦੇ ਸੀਗੇ, ਉਹਨਾਂ ਦਾ ਜਿਹੜਾ ਪੈਸਾ ਸੀ ਨਾ, 500 ਰੁਪੀਸ ਇਕੱਠੇ ਹੋ ਗਏ ਸੀ ਉਹਨਾਂ ਦੀ ਸੈਲਰੀਜ਼ ਦੇ, ਵਿਚ ਦੇ ਹੈਵ ਕੈਪਟ ਟੂ ਦੇਅਰ ਐਮਪਲੋਇਰ. ਉਹਨਾਂ ਨੇ ਨਹੀਂ ਲਈ ਸੀ, ਉੱਥੋਂ ਰੱਖੇ ਹੋਏ ਸੀ ਐਸ ਸੇਵਿੰਗ. ਸੋ ਇਹਨਾਂ ਨੇ ਸੋਚਿਆ, ਚਲੋ ਉਹਨੂੰ ਜਾ ਕੇ ਆਪਾਂ ਪੁੱਛ ਲੈਂਦੇ ਹਾਂ ਵੀ 500 ਆਪਾਂ ਨੂੰ ਦੇ ਦੇਵੇ, ਦੈਨ ਵੀ ਵਿਲ ਡੂ ਲੰਗਰ. ਕੀ ਹੁੰਦਾ ਹੈ, ਇਹ ਵਿਚਾਰੇ ਸੰਮਣ ਤੇ ਮੁਸਨ, ਉਹ ਜਿਹੜੇ ਹਨ ਆਪਣੇ ਜਿਹੜੇ ਹਨ ਉਹਦੇ ਕੋਲ ਜਾਂਦੇ ਨੇ ਮਾਲਕ ਕੋਲ, ਉਹਨੂੰ ਕਹਿੰਦੇ ਮੈਨੂੰ ਪੈਸਿਆਂ ਦੀ ਲੋੜ. ਕਹਿੰਦਾ ਲੈ ਲਓ ਜੀ, ਤੁਹਾਡੇ ਪੈਸੇ ਲੈ ਲਓ. ਕੀ ਹੋਇਆ, ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਇਨਵਾਈਟ ਕਰ ਲਿਆ. ਸੰਮਣ ਤੇ ਮੁਸਨ ਨੇ ਜਾ ਕੇ ਮੱਥਾ ਟੇਕਿਆ. ਪੁੱਤਰ ਜਿਹੜਾ ਸੰਮਣ ਆ ਨਾ, ਉਹਨੂੰ ਬਹੁਤ ਚਾਅ ਹੈ, ਕਹਿੰਦੇ ਮਹਾਰਾਜ ਜ਼ਰੂਰ ਸਾਡੇ ਘਰ ਵਿੱਚ ਆਇਓ. ਬਹੁਤ ਖੁਸ਼ ਹੋ ਗਿਆ ਜਦੋਂ ਮਹਾਰਾਜ ਨੇ ਹਾਂ ਕੀਤੀ, ਬਹੁਤ ਉਹਨੂੰ ਚਾਅ ਚੜ ਗਿਆ. ਤੇ ਆ ਕੇ ਉਹਨਾਂ ਨੇ ਨਾ, ਉਹ ਜਿਹੜਾ ਹੈ, ਉਹਨਾਂ ਨੇ ਆ ਕੇ ਉਸ ਮਾਲਕ ਨੂੰ ਕਿਹਾ ਵੀ ਦੇ ਦੇ 500, ਹੁਣ ਅਸੀਂ ਲੰਗਰ ਤਿਆਰ ਕਰਨਾ. ਭਲਕੇ ਮਹਾਰਾਜ ਜੀ ਆ ਰਹੇ ਨੇ ਨੈਕਸਟ ਡੇ. ਉਹ ਜਿਹੜਾ ਸੌਦਾਗਰ ਸੀਗਾ ਨਾ, ਉਹਦਾ ਮਾਲਕ ਜਿਹੜਾ ਸੀਗਾ, ਉਹਦਾ ਕੋਈ ਫਰੈਂਡ ਸੀ ਜੋ ਚੰਦੂ ਨਾਲ ਬਹੁਤ ਕਲੋਜ਼ ਸੀਗਾ. ਤੇ ਚੰਦੂ ਨੇ ਇਹ ਗੱਲ ਫੈਲਾਈ ਹੋਈ ਸੀ ਲਾਹੌਰ ਵਿੱਚ, ਜੇ ਗੁਰੂ ਅਰਜਨ ਦੇਵ ਜੀ ਨੂੰ ਕੋਈ ਸੇਵਾ ਕਰੇਗਾ, ਕੋਈ ਆਪਣੇ ਘਰ ਵਿੱਚ ਲੈ ਕੇ ਆਵੇਗਾ, ਜਾਂ ਕੋਈ ਏਡ ਬਣੇਗਾ, ਕੋਈ ਮਦਦ ਕਰੇਗਾ, ਉਹਨੂੰ ਜਹਾਂਗੀਰ ਮਾਰ ਦੇਗਾ. ਸੋ ਇਹਨੇ ਆ ਕੇ ਉਹਨੂੰ ਦੱਸ ਦਿੱਤਾ ਮਾਲਕ ਨੂੰ, ਤੂੰ ਇਹਨਾਂ ਨੂੰ ਪੈਸੇ ਨਾ ਦੇਈਂ, ਗੁਰੂ ਅਰਜਨ ਦੇਵ ਜੀ ਤੇਰੇ ਪਿੰਡ 'ਚ ਨਹੀਂ ਆਉਣੇ ਚਾਹੀਦੇ, ਜੇ ਆ ਗਏ ਤੂੰ ਵੀ ਮਾਰਿਆ ਜਾਊਗਾ, ਉਹ ਵੀ ਮਾਰੇ ਜਾਣਗੇ. ਇਹ ਡਰ ਗਿਆ, ਇਹਨੇ 500 ਦੇਣ ਤੋਂ ਨਾ ਕਰਤੀ. ਕਹਿੰਦਾ ਮੈਂ ਨਹੀਂ ਅੱਜ ਦੇ ਸਕਦਾ, ਮੇਰੇ ਕੋਲ ਕੈਸ਼ ਹੈ ਨਹੀਂ, ਤੁਸੀਂ ਬਾਅਦ ਵਿੱਚ ਆ ਕੇ ਲੈ ਜਿਓ. ਹੁਣ ਇਹ ਸੰਮਣ ਤੇ ਮੁਸਨ ਵਿਚਾਰੇ ਪਿਓ ਪੁੱਤਰ ਸੋਚਾਂ ਵਿੱਚ ਪੈ ਗਏ ਕਿ ਜੇ ਹੁਣ ਗੁਰੂ ਅਰਜਨ ਦੇਵ ਜੀ ਘਰ ਆ ਗਏ, ਯੂ ਆਰ ਨਥਿੰਗ ਪ੍ਰੀਪੇਅਰਡ ਫॉर them, ਫਿਰ ਤਾਂ ਮਾੜੀ ਗੱਲ ਹੈ ਨਾ. ਐਂਡ ਟੂ ਗੋ ਐਂਡ ਟੈਲ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਸੀਂ ਘਰ ਨਾ ਆਇਓ, ਇਹ ਵੀ ਨਹੀਂ ਹੋ ਸਕਦਾ ਨਾ. ਚਾਹ ਵੀ ਬਹੁਤ ਹੈ. ਤਾਂ ਸੰਮਣ ਕਹਿਣ ਲੱਗਾ ਆਪਣੇ ਪਿਤਾ ਮੁਸਨ ਨੂੰ, ਕਹਿੰਦੇ ਪਿਤਾ ਜੀ ਆਪਾਂ ਇਸ ਤਰ੍ਹਾਂ ਕਰੀਏ, ਪੈਸੇ ਤਾਂ ਆਪਣੀ ਆ, ਆਪਾਂ ਜਾ ਕੇ ਚੋਰੀ ਕਰ ਲਈਏ, ਕੱਢ ਲਿਆਈਏ ਉਹਦੇ ਤਿਜੋਰੀ ਵਿੱਚੋਂ, ਆਪਾਂ ਕੱਢਾਂਗੇ 500, ਜਿੰਨਾ ਆਪਣਾ ਬਣਦਾ ਆਪਾਂ ਲੈ ਲਈਏ. We are not stealing from him, we are just taking it from him. ਪਿਓ ਪੁੱਤਰ ਨੇ ਸਲਾਹ ਕਰਕੇ ਨਾ ਦੋਵੇਂ ਨਾ ਉਹਦੇ ਕੋਠੇ ਤੇ ਚੜ ਗਏ.
ਉਹਦੇ ਐਮਪਲੋਈਅਰ ਦੇ ਉੱਤੇ ਜਾ ਕੇ ਉਹਨਾਂ ਨੇ ਦੇਖਿਆ ਇੱਕ ਜਿਹੜੀ ਨਾ ਇੱਕ ਰਾਈਜ਼ਰ ਬਣਿਆ ਹੋਇਆ ਸੀ, ਜਿਵੇਂ ਅੱਜ ਕੱਲ੍ਹ ਗੱਟਸ ਹੁੰਦੇ ਨਾ, ਡਰੇਨ ਪਾਈਪਸ ਹੁੰਦੇ ਨੇ, ਪਿਛਲੇ ਸਮਿਆਂ 'ਚ ਗੱਟ ਜਿਹੜਾ ਉਹ ਨਹੀਂ ਹੁੰਦੇ ਸਨ, ਉਹ ਰਾਈਜ਼ਰਸ ਹੁੰਦੇ ਸਨ। ਸੋ ਰਾਈਜ਼ਰਸ ਬਣਾਏ ਹੁੰਦੇ ਸਨ ਜਿਹਦੇ ਨਾਲ ਉਹ ਛੱਤ ਦਾ ਪਾਣੀ ਥੱਲੇ ਆਉਂਦਾ ਹੈ। ਤੇ ਇਹਨਾਂ ਨੇ ਸੋਚਿਆ ਵੀ ਅਸੀਂ ਵੜ ਜਾਈਏ ਅੰਦਰ। ਸੋ ਸੁਮਨ ਉਹ ਛੋਟਾ ਸੀਗਾ, ਉਹ ਵਿੱਚ ਵੜ ਗਿਆ। ਹੀ ਵੈਂਟ ਇਨ ਵਿਦਆਊਟ ਥਿੰਕਿੰਗ ਆਫ ਕਮਿੰਗ ਆਊਟ। ਦੇ ਨੈਵਰ ਥੌਟ ਆਫ ਹਾਊ ਵੀ ਆਰ ਗੋਇੰ ਟੂ ਕਮ ਆਊਟ। ਉਹ ਵਿੱਚ ਵੜ ਗਿਆ। ਉਹਨੇ 500 ਚੱਕ ਕੇ ਆਪਣੇ ਪਿਤਾ ਨੂੰ ਫੜਾ ਦਿੱਤਾ। ਜਦੋਂ ਉੱਤੇ ਚੜਨ ਲੱਗਿਆ ਨਾ, ਉਤੋਂ ਚੜਨਾ ਹੋਇਆ। ਹਿਸ ਸ਼ੋਲਡਰਸ ਗॉट ਸਟਕ। ਸੋ ਉਹਦਾ ਸਰ ਨਿਕਲਿਆ ਆ, ਪਰ ਉਹਦੇ ਸ਼ੋਲਡਰਸ ਫਸ ਗਏ। ਫਿਰ ਸਮਨ ਤੇ ਮੁਸਨ ਖਿੱਚਣ ਲੱਗੇ। ਮੁਸਨ ਸੋਚਦਾ ਮੈਂ ਇਹ ਜਿਹੜੀ ਬੋਲ ਨੂੰ ਤੋੜ ਦੇਵਾਂ, ਜੇ ਤੋੜਿਆ ਤਾਂ ਖੜਕਾ ਹੋਗਾ, ਨੋਇਸ ਪੀਪਲ, ਯੂ ਵਿਲ ਅਟਰੈਕਟ ਅਟੈਂਸ਼ਨ। ਸੋ ਕਹਿੰਦੇ ਇਹ ਨਹੀਂ ਹੋ ਸਕਦਾ। ਸਮਨ ਆਪਣੇ ਪਿਤਾ ਨੂੰ ਕਹਿੰਦਾ ਨਾ ਲੰਗਰ ਹੋਣਾ ਚਾਹੀਦਾ ਹੈ। ਕਹਿੰਦੇ ਪਿਤਾ ਜੀ ਇਸ ਤਰ੍ਹਾਂ ਕਰੋ, ਮੇਰਾ ਸਿਰ ਵੜ ਦਿਓ। ਯੂ ਨੋ ਵਾਈ? ਬਿਕਾਜ਼ ਜੇ ਸਿਰ ਵੜ ਦਿੱਤਾ, ਹੂ ਵਿਲ ਰੈਕਗਨਾਈਜ਼ ਦ ਬੋਡੀ। ਬੋਡੀ ਤਾਂ ਸਾਰਿਆਂ ਦੀ ਸੇਮ ਹੀ ਹੁੰਦੀ ਆ। ਕਹਿੰਦਾ ਤੁਸੀਂ ਮੇਰਾ ਸਿਰ ਵੱਢ ਜਾਓ, ਸਿਰ ਵੱਢ ਕੇ ਲੈ ਜਾਓ। ਕਹਿੰਦੇ ਬੋਡੀ ਇੱਥੇ ਆਪੇ ਡਿੱਗੀ ਪਈ ਰਹੇਗੀ, ਡਜ਼ਨਟ ਮੈਟਰ, ਪਰ ਐਟਲੀਸਟ ਗੁਰੂ ਮਹਾਰਾਜ ਦਾ ਲੰਗਰ ਤਾਂ ਹੋ ਜਾਏਗਾ ਨਾ। ਜੇ ਆਪਾਂ ਪਕੜੇ ਗਏ ਵੀ ਆਪ ਕੌਟ, ਕੀ ਹੋਏਗਾ? ਲੋਕ ਕਹਿਣਗੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਚੋਰ ਨੇ, ਨਾ ਖਰਾਬ ਹੋਏਗਾ, ਗੁਰੂ ਮਹਾਰਾਜ ਆਪਣੇ ਘਰੇ ਨਹੀਂ ਆਉਣਗੇ। ਸੋ ਉਹਨੇ ਆਪਣੇ ਪਿਤਾ ਨੂੰ ਕਿਹਾ ਮੇਰਾ ਸਿਰ ਵੱਢ ਦਿਓ। ਉਹ ਵਿਚਾਰਾ ਪਿਤਾ ਹੁਣ ਦੇਖੋ ਆਪਣੇ ਪੁੱਤਰ ਦਾ ਕਿਵੇਂ ਸਿਰ ਵੱਢ ਸਕਦਾ ਹੈ, ਨਾਟ ਈਜ਼ੀ, ਰਾਈਟ? ਪਰ ਉਹਨੇ ਆਪਣੇ ਪਿਤਾ ਨੂੰ ਕਿਹਾ ਮੇਰੇ ਇਹ ਸਰੀਰ ਦਾ ਇਹੀ ਕਾਰਨ ਹੈ, ਜੇ ਮੇਰਾ ਸਰੀਰ ਨੂੰ ਕੁਰਬਾਨੀ ਦੇ ਕੇ ਗੁਰੂ ਮਹਾਰਾਜ ਜੀ ਘਰ ਆ ਜਾਣ ਤੇ ਇਹ ਤੋਂ ਵੱਡੀ ਗੱਲ ਕਿਹੜੀ ਹੈ? ਪਿਤਾ ਗॉट नो ਚੋਇਸ। ਉਹਨੇ ਆਪਣੇ ਪੁੱਤਰ ਦਾ ਸਿਰ ਕੱਟ ਦਿੱਤਾ। ਹੀ ਟੁੱਕ ਦ ਹੈਡ ਵਿਥ ਹਿਮ। ਉਹਨੇ ਆਪਣੇ ਝੋਲੀ 'ਚ ਬੰਨ੍ਹ ਕੇ ਨਾ ਉਹ ਲੈ ਗਿਆ 500 ਦੇ ਨਾਲ। ਉਹਨੇ ਜਾ ਕੇ ਆਪਣੇ ਪੁੱਤਰ ਦਾ ਨਾ ਸਿਰ ਜਿਹੜਾ ਸੀ ਨਾ ਉਹ ਕਮਰੇ 'ਚ ਰੱਖ ਦਿੱਤਾ ਤੇ ਚੁੱਪ ਕਰਕੇ ਨਾ ਉਹ ਰੋਇਆ ਨਹੀਂ, ਕੁਛ ਨਹੀਂ। ਉਹਨੇ ਜਾ ਕੇ ਹਲਵਾਈ ਸੱਦ ਲਏ, ਕਹਿੰਦੇ ਲੰਗਰ ਬਣਾਓ। ਸਾਰਾ ਲੰਗਰ ਬਣਨ ਲੱਗੇ, ਆਲ ਨੋਰਮਲ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਆ ਗਏ। ਤੇ ਉਹ ਤੋਂ ਪਹਿਲਾਂ ਕੀ ਹੋਇਆ, ਜਦੋਂ ਉਹ ਮਾਲਕ ਨੇ ਦੇਖਿਆ ਵੀ ਉਹਦੇ ਘਰ 'ਚ ਕੋਈ ਮਰੀ ਹੋਈ ਬੋਡੀ ਪਈ, ਉਹ ਭੱਜਿਆ ਆਇਆ ਮੁਸਨ ਕੋਲ। ਕਹਿੰਦਾ ਭਾਈ ਉਹ ਬੋਡੀ ਨੂੰ ਤੂੰ ਚੱਕ ਕੇ ਲੈ ਜਾ, ਨਹੀਂ ਤਾਂ ਪੁਲਿਸ ਨੇ ਮੈਨੂੰ ਫੜ ਕੇ ਲੈ ਜਾਣਾ। ਆਈ ਹੈਵ ਕਿਲਡ ਸਮਬੋਡੀ। ਤੋ ਕੀ ਹੋਇਆ? ਕਹਿੰਦਾ ਮੇਰੀ ਬਦਨਾਮੀ ਹੋਏਗੀ, ਤੂੰ ਬੋਡੀ ਲੈ ਜਾ, ਤੇਰਾ 500 ਵੀ ਦਿੰਦਾ, ਆਈ ਗਿਵ ਯੂ ਐਕਸਟਰਾ 500 ਟੂ ਰਿਮੂਵ ਦ ਬੋਡੀ। ਮੁਸਨ ਕਹਿੰਦਾ ਮੈਨੂੰ ਕੋਈ ਤੇਰਾ ਪੈਸਾ ਨਹੀਂ ਚਾਹੀਦਾ, ਮੈਂ ਬੋਡੀ ਚੱਕ ਲਿਆਉਣਾ ਹੈ। ਉਹਨੇ ਵਿਚਾਰੇ ਨੇ ਆਪਣੇ ਪੁੱਤਰ ਦੀ ਬੋਡੀ ਚੱਕ ਕੇ ਨਾ ਉਹ ਜਿੱਥੇ ਮਿੰਜੇ ਤੇ ਸਿਰ ਰੱਖਿਆ ਸੀ ਨਾ, ਉੱਥੇ ਬੋਡੀ ਵੀ ਨਾਲ ਰੱਖ ਦਿੱਤੀ ਤੇ ਆਪ ਸੇਵਾ ਵਿੱਚ ਲੱਗ ਗਿਆ। ਹੁਣ ਗੁਰੂ ਅਰਜਨ ਦੇਵ ਜੀ ਸੰਗਤਾਂ ਦੇ ਨਾਲ ਆ ਗਏ। ਮਹਾਰਾਜ ਐ ਪੰਗਤਾਂ ਵਿੱਚ ਬੈਠੇ ਆ। ਮੁਸਨ ਜਿਹੜਾ ਹੈ ਨਾ ਵਿਚਾਰਾ ਪਲੇਟਾਂ ਰੱਖ ਰਿਹਾ ਹੈ ਤੇ ਤਿਆਰੀ ਕਰ ਰਿਹਾ ਹੈ, ਤੇ ਮਹਾਰਾਜ ਦੇ ਪਲੇਟ ਦੇ ਵਿੱਚ ਖਾਣਾ ਵੀ ਪਾਤਾ। ਗੁਰੂ ਅਰਜਨ ਦੇਵ ਜੀ ਬੈਠੇ ਖਾ ਨਹੀਂ ਰਹੇ। ਮੁਸਨ ਪੁੱਛਣ ਲੱਗਿਆ ਪਾਤਸ਼ਾਹ ਜੀ ਕਿਰਪਾ ਕਰੋ ਛਕੋ। ਮਹਾਰਾਜ ਕਹਿੰਦੇ ਸਮਣ ਪੁੱਤਰ ਕਿੱਥੇ ਆ? ਸਮਣ ਨੂੰ ਸੱਦ। ਪਹਿਲੀ ਵਾਰੀ ਕਿਹਾ, ਮੁਸਨ ਵਿਚਾਰਾ ਚੁੱਪ ਰਿਹਾ ਵੀ ਮੈਂ ਕੀ ਦੱਸਾਂ ਮਹਾਰਾਜ ਨੂੰ, ਕਿਵੇਂ ਮੈਂ ਝੂਠ ਬੋਲ ਸਕਦਾ ਨਾ, ਕੈਨ ਇਵਨ ਲਾਈ ਟੂ ਹਿਮ। ਦੂਜੀ ਵਾਰੀ ਫੇਰ ਮਹਾਰਾਜ ਨੇ ਪੁੱਛ ਲਿਆ, ਕਹਿੰਦੇ ਮੁਸਨ ਸਮਣ ਪੁੱਤਰ ਕਿੱਥੇ ਆ? ਉਹਨੂੰ ਬੁਲਾ, ਉਹਦੇ ਆਉਣ ਤੋਂ ਬਗੈਰ ਨਹੀਂ ਮੈਂ ਖਾਣਾ, ਅਸੀਂ ਨਹੀਂ ਛਕਾਂਗੇ। ਤਾਂ ਉਸ ਵੇਲੇ ਨਾ ਉਹਦੇ ਅੱਖਾਂ 'ਚੋਂ ਪਾਣੀ ਆਉਣ ਲੱਗ ਗਿਆ। ਕਹਿੰਦਾ ਪਾਤਸ਼ਾਹ, ਕਹਿੰਦੇ ਸੁਮਨ ਨਾ ਉੱਥੇ ਗਿਆ ਹੋਇਆ ਹੈ ਨਾ ਜਿੱਥੇ ਮੇਰੀ ਆਵਾਜ਼ ਨਹੀਂ ਜਾਂਦੀ। ਸੁਮਨ ਜਿੱਥੇ ਗਿਆ ਹੈ ਉੱਥੇ ਮੇਰੀ ਵੌਇਸ ਨਹੀਂ ਪਹੁੰਚੇਗੀ। ਪਾਤਸ਼ਾਹ ਜੇ ਤੁਸੀਂ ਸੱਦ ਲਓ ਤਾਂ ਆ ਜਾਏਗਾ। ਦੇਖੋ ਨਾ ਗੁਰੂ ਅਰਜਨ ਦੇਵ ਜੀ ਨੇ ਬੈਠਿਆਂ ਉੱਥੇ ਕਿਹਾ ਸਮਣ ਪੁੱਤਰ ਆ ਬਾਹਰ ਸੇਵਾ ਕਰ, ਸੰਗਤਾਂ ਆਈਆਂ। ਸਮਣ ਉੱਠ ਕੇ ਆ ਗਿਆ। ਹੁਣ ਦੇਖੋ ਨਾ ਮਹਾਰਾਜ ਨੂੰ ਸੇਵਾ ਕਰਨ ਵਾਸਤੇ ਉਹਨਾਂ ਨੇ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਪਰ ਦੇਖੋ ਫਿਰ ਮਹਾਰਾਜ ਨੇ ਵਾਪਸ ਉਹਨਾਂ ਨੂੰ ਦਿੱਤਾ ਨਾ ਜੀਵਨ ਦਾਨ। ਇਹ ਸਾਖੀਆਂ ਨਾ ਬਹੁਤ ਵਾਰੀ ਐਸੀਆਂ ਸਾਖੀਆਂ ਆਉਂਦੀਆਂ ਹੈ। ਦੈਟਸ ਵਾਈ ਡੂਰਿੰਗ ਅੰਮ੍ਰਿਤ ਸੰਚਾਰ ਮਹਾਰਾਜ ਨੇ 5 ਪਿਆਰਿਆਂ ਦੇ ਸਿਰ ਵੱਢ ਕੇ ਫਿਰ ਮੁੜ ਕੇ ਉਹਨਾਂ ਨੂੰ ਜਿਉਂਦਾ ਕੀਤਾ। ਇਟਸ ਨਾਟ ਅ ਬਿਗ ਡੀਲ, ਕੀਤਾ ਹੈ ਮਹਾਰਾਜ ਨੇ। ਦੇਖੋ ਸਮਣ ਮੁਸਨ ਨਾਲ ਵੀ ਹੋਇਆ, ਗੁਰੂ ਅਰਜਨ ਦੇਵ ਜੀ ਦੇ ਸਮੇਂ ਵਿੱਚ ਹੋਇਆ। ਸੋ ਦੇਖੋ ਆਪਣੀ ਬੋਡੀ ਦੇ ਦਿੱਤੀ। ਬੋਡੀ ਦਾ ਕੋਈ ਵੈਲਿਊ ਨਹੀਂ, ਸੇਵਾ ਦਾ ਵੈਲਿਊ ਹੈ। ਬਿਕੋਜ਼ ਦ ਪਰਪਸ ਆਫ ਯੋਰ ਬੋਡੀ ਇਜ਼ ਟੂ ਅਟੇਨ ਗੋਡ, ਪਰਮਾਤਮਾ। ਜੇ ਇਹ ਬੋਡੀ ਤੁਸੀਂ ਪ੍ਰੀਜ਼ਰਵ ਕਰਕੇ ਰੱਖੀ, ਪਰਮਾਤਮਾ ਨਾ ਮਿਲਿਆ, then what is the body for? ਕੀ ਕਰਨੀ ਹੈ ਬੋਡੀ ਫਿਰ? ਓਕੇ, ਨਾਓ ਦ ਥਰਡ ਥਿੰਗ ਇਜ਼ ਯੋਰ ਵੈਲਥ। ਹੁਣ ਵੈਲਥ ਤੇ ਜਾਈਏ। ਵੈਲਥ ਕੀ ਹੈ? ਜੋ ਆਪਾਂ ਨਾਰਮਲੀ 10% ਤੁਸੀਂ ਉਹ ਵੈਲਥ ਦਾ ਦਸਵੰਧ ਵਜੋਂ ਗੁਰੂ ਨੂੰ ਦਿੰਦੇ ਹੋ। ਨਾਓ that is compulsory. You take out your 10% and give it to the Guru's work. ਫਿਰ 90% is yours. Out of the 90%, whatever you give is called charity. 10% is your farj. Out of the 90% which you give, that is your wealth. That, people say your salary now you give to EPF or KWSP or provident funds ਜਿਹੜੇ ਹੁੰਦੇ ਨੇ, ਉਹ ਪਰ ਰੱਖਦੇ ਆ ਵੀ ਉੱਥੇ ਵੱਜ ਜਾਂਦੇ, correct? That's compulsory. ਉਹ ਆ ਦਸਵੰਧ।
ਬਾਕੀ ਜਿਹੜਾ ਤੁਹਾਡੇ ਕੋਲ ਆਉਂਦਾ ਹੈ ਉਹ ਤੁਸੀਂ ਪਾਉਂਦੇ ਆ, ਉਹ ਚੈਰਿਟੀ, that is your ਪੁੰਨਦਾਨ। Okay, get it straight, you know, don't think that the 10% covers everything else। Okay, ਫਿਰ ਕਹਿੰਦੇ ਮਹਾਰਾਜ ਨੂੰ ਆਪਣੇ ਸਾਰੇ ਦੁਨਿਆਵੀ ਚੀਜ਼ਾਂ ਮਹਾਰਾਜ ਦੀਆਂ ਜਾਣਨੀਆਂ, ਇਹ ਸਭ ਕੁਝ ਮਹਾਰਾਜ ਦਾ, ਮੇਰਾ ਨਹੀਂ ਹੈ। That's how you give your wealth to the Guru। ਮਹਾਰਾਜ ਤੁਹਾਡਾ, ਮੇਰਾ ਨਹੀਂ, because ਉਹ ਤੁਹਾਡਾ ਕਿਤੇ ਹੋਇਆ ਹੀ ਨਹੀਂ। You think it's yours, but it's not yours। When you die, you don't take it along। When you come to the next birth, you don't bring it along। So ਇਹ ਧਨ ਦੌਲਤ ਜਿਹੜਾ ਹੈ is just for you to use in the world, your pocket money, that's it। It doesn't serve anything else। So ਫਿਰ ਗੁਰੂ ਮਹਾਰਾਜ ਦੇ ਵਾਸਤੇ, ਗੁਰੂ ਮਹਾਰਾਜ ਦੇ ਕੰਮਾਂ ਵਾਸਤੇ ਇਹ ਮਾਇਆ ਵਰਤਨੀ ਹੈ। And then you should never think that you are giving। That's the biggest thing। ਨਾਮ ਧਨ ਬਿਨ, ਨਾਮ ਦੇ ਧਨ ਬਗੈਰ ਜਾਂ ਹੋਰ ਸਭ ਵਿਖ ਜਾਣ। ਮਹਾਰਾਜ ਕਹਿੰਦੇ ਨਾਮ ਦਾ ਧਨ ਹੀ ਧਨ ਹੈ, ਬਾਕੀ ਸਾਰੀ ਜ਼ਹਿਰ ਹੈ। You know why? ਨਾਮ ਦੇ ਧਨ ਨੇ ਤੁਹਾਨੂੰ ਮੁਕਤੀ ਦੇਣੀ ਹੈ, ਤੁਹਾਡੇ ਮਨ ਨੂੰ ਚੈਨ ਦੇਣਾ ਹੈ, ਤੁਹਾਨੂੰ ਪੀਸ ਦੇਣਾ ਹੈ, ਤੁਹਾਨੂੰ ਜਿਹੜਾ ਹਨ ਐਕਟੀਵੇਟ ਕਰਕੇ ਰੱਖਣਾ ਹੈ, ਤੁਹਾਨੂੰ ਮੋਟੀਵੇਟ ਕਰਨਾ ਹੈ। ਪਰ ਜੇ ਕਹਿੰਦੇ ਹੋਰ ਸਭ ਵਿਖ ਜਾਣ, ਇਹ ਮਾਇਆ ਜਿਹੜੀ ਹੈ ਬਾਕੀ ਦੀ ਤੁਹਾਨੂੰ ਭੁੱਖਾ ਹੀ ਰੱਖਦੀ ਹੈ। You know why? ਅੱਜ ਤੁਹਾਡੇ ਕੋਲ 100 ਰਿੰਗਿਟ ਹੈ, you think the day you're going to have 1000 ringgit, you're going to be happy। Once you reach to the 1000 level, you're not happy again, you're looking for 100,000 then। When you get 100,000, you're not going to be happy there then, you're looking for 1 million। See, the Maya value always decreases once it's come to you। Now 10 million is a big deal for you today, but once you get it, 10 million is not enough, you want 100 million। ਪਰ ਨਾਮ ਦਾ ਧਨ ਜਿੰਨਾ ਵੀ ਹੋਵੇ ਉਹ ਵੱਧਦਾ ਹੈ, ਮਾਇਆ ਦਾ ਘਟਦਾ ਹੈ। See, this is how we are, correct? ਇਹ ਮਾਇਆ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਬਿਕ ਹੈ, ਬਿਕੋਜ਼ ਇਟ ਡਾਈਵਰਟਸ ਯੂ ਫਰੋਮ ਯੋਰ ਪਰਪਸ ਆਫ ਲਾਈਫ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਦੂਜਾ ਭਾਵ ਵਿੱਚ ਆਪਾਂ ਨੂੰ ਲਾ ਦਿੰਦੇ, ਦੂਜੇ ਪ੍ਰੇਮ ਵਿੱਚ ਤੋਰ ਦਿੰਦੇ ਨੇ। ਹੁਣ ਇੱਥੇ ਸਾਖੀ ਆਉਂਦੀ ਆ ਮੋਤੀ ਮਹਿਰਾ ਦੀ। ਨਾ ਦਿਸ ਸਾਖੀ, ਨਾ ਮੋਤੀ ਮਹਿਰਾ ਜਿਹੜਾ ਸੀ ਨਾ, ਇੱਕ ਸਰਵੈਂਟ ਸੀਗਾ, ਜਿਹਨੂੰ ਕਹਿ ਦਈਏ ਵੀ ਲੇਬਰਰ ਸੀਗਾ, ਜਨਰਲ ਵਰਕਰ ਕਹਿ ਲਈਏ ਅੱਜ ਕੱਲ੍ਹ ਦੀ ਜ਼ੁਬਾਨ ਦੇ ਵਿੱਚ, the lowest level of employment ਕਹਿ ਲਈਏ। ਸੋ ਇਹ ਵਿਚਾਰਾ ਇੱਕ ਸਰਵਨ ਹੈ ਜੋ ਹਰ ਇੱਕ ਦੀ ਸੇਵਾ ਕਰਦਾ, ਸਰਹੰਦ ਵਿੱਚ ਰਹਿੰਦਾ ਹੈ। Now you know ਮਾਤਾ ਗੁਜਰ ਕੌਰ ਜੀ along with ਬਾਬਾ ਜੋਰਾਵਰ ਸਿੰਘ and ਬਾਬਾ ਫਤਿਹ ਸਿੰਘ, ਉਹਨਾਂ ਨੂੰ ਅਰੈਸਟ ਕਰਕੇ ਖੇੜੀ ਤੋਂ ਉਹਨਾਂ ਨੂੰ ਸਰਹੰਦ ਭੇਜਿਆ ਗਿਆ, ਵਹ ਵਜ਼ੀਰ ਖਾਂ ਵਾਸਤੇ। ਹੁਣ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ, ਮਾਤਾ ਗੁਜਰ ਕੌਰ ਜੀ 9th ਪੋਹ ਨੂੰ ਉੱਥੇ ਪਹੁੰਚਦੇ ਨੇ। 9th ਪੋਹ ਉਹਨਾਂ ਨੂੰ ਇੱਕ ਠੰਡੇ ਬੁਰਜ ਵਿੱਚ ਰੱਖਿਆ, ਇੱਕ ਟਾਵਰ ਹੈ ਜਿਹਨੂੰ ਠੰਡਾ ਬੁਰਜ ਕਹਿੰਦੇ ਆ। ਦੈਟ ਮੀਨਸ ਇਟਸ ਵੈਰੀ ਐਰੀ। That bridge was made for summer times, when it's very hot, then people go and sit up there, it's very windy। But ਪੋਹ ਮਹੀਨਾ is winter in India। ਉੱਥੇ ਵਿੰਟਰ ਸੀਗੀ, ਬਹੁਤ ਜ਼ਿਆਦਾ ਠੰਡ। ਤੇ ਮੀਨਸ ਸਮਰ ਵਿੱਚ ਠੰਡ ਸੀ, ਵਿੰਟਰ 'ਚ ਤਾਂ ਗੱਲ ਛੱਡ ਦੋ, ਗੱਲ ਕਿੰਨੀ ਕੁ ਠੰਡ ਹੋਵੇਗੀ ਉੱਥੇ। ਉੱਥੇ ਜਾ ਕੇ ਉਹਨਾਂ ਨੂੰ ਬੰਦ ਕਰਤਾ। And it was told that nobody is supposed to feed Mataji and Sahibzade। Now Sahibzade was only 7 years old and 9 years old। No food, no food। ਕੀ ਹੋਇਆ, ਮੋਤੀ ਮਹਿਰਾ ਜਿਹੜਾ ਹੈ ਉਹਨੂੰ ਸ਼ਰਧਾ ਆਈ ਵੀ ਮਾਤਾ ਜੀ ਆਏ ਨੇ, ਛੋਟੇ ਸਾਹਿਬਜ਼ਾਦੇ ਆਏ ਨੇ, I should serve them। ਉਹਨੇ ਵਿਚਾਰੇ ਨੇ ਘਰ ਜਾ ਕੇ ਖਾਣਾ ਚੱਕ ਕੇ ਲਿਆਂਦਾ, ਆ ਕੇ ਮਾਤਾ ਜੀ ਨੂੰ ਜਾ ਕੇ ਦਿੱਤਾ। ਮਾਤਾ ਜੀ ਕਹਿੰਦੇ ਇਹ ਰਾਜ ਦਾ ਕੋਈ ਅੰਨ ਅਸੀਂ ਨਹੀਂ ਖਾਣਾ। I'm not going to eat a single grain of this kingdom। ਇਹ ਜ਼ਾਲਮ ਕਿੰਗਡਮ ਹੈ, ਇਹ ਸਰਹੰਦ ਦਾ, ਇਹ ਵਜ਼ੀਰ ਖਾਨ ਦਾ ਮੈਂ ਇੱਕ ਦਾਣਾ ਵੀ ਨਹੀਂ ਖਾਣਾ। ਕਹਿੰਦੇ ਮੋਤੀ ਮਹਿਰਾ ਜੇ ਸੇਵਾ ਕਰਨੀ ਹੈ, ਤੇਰੇ ਘਰ ਵਿੱਚ ਕੁਝ ਹੈਗਾ ਉਹ ਲੈ ਕੇ ਆ ਜਾ। ਉਹ ਮੋਤੀ ਮਹਿਰਾ ਵਿਚਾਰਾ ਵਾਪਸ ਗਿਆ, ਉਹ ਦੁੱਧ ਲੈ ਕੇ ਆਇਆ। ਉਹਦੇ ਘਰ 'ਚ ਗਾਂ ਸੀਗੀ, ਉਹਨੇ ਚੋ ਕੇ ਗਾਂ ਜਿਹੜੀ ਹੈ ਮਾਤਾ ਜੀ ਵਾਸਤੇ ਦੁੱਧ ਲਿਆਂਦਾ। ਸਾਹਿਬਜ਼ਾਦਿਆਂ ਨੂੰ ਛਕਾਇਆ, ਮਾਤਾ ਜੀ ਨੂੰ ਛਕਾਇਆ। ਦੈਟਸ ਆਲ ਦੇ ਹੈਡ, ਖੇੜੀ ਤੋਂ ਉਹ ਮੁਰਿੰਡੇ ਇੱਕ ਰਾਤ ਰਹੇ। ਦ ਸੈਕੰਡ ਡੇ ਸਰਹੰਦ ਪਹੁੰਚੇ। ਦੈਟ ਮੀਨ ਵਾਸ ਸੈਕੰਡ ਡੇ ਦੇ ਡਿਡਨਟ ਹੈਵ ਫੂਡ। ਸਿਰਫ ਉਹ ਰਾਤ ਨੂੰ ਜਾ ਕੇ ਦੁੱਧ ਮਿਲਿਆ। 7 ਸਾਲ ਦਾ ਬੱਚਾ ਤੁਸੀਂ ਭੁੱਖਾ ਰੱਖ ਕੇ ਦੇਖੋ ਕਿਵੇਂ ਹੋਏਗਾ, ਨਹੀਂ ਹੁੰਦਾ ਨਾ। ਉਹਨੇ ਦੁੱਧ ਛਕਾ ਦਿੱਤਾ, ਮੋਤੀ ਮਹਿਰਾ ਮੁੜ ਗਿਆ। ਸਾਹਿਬਜ਼ਾਦੇ ਜਿਹੜੇ ਹਨ ਉਹ 4 ਦਿਨ ਵਜ਼ੀਰ ਖਾਨ ਦੀ ਕੋਰਟ ਨੂੰ ਗਏ ਹਨ। 4 days they was in court, presented in the court। that means 4 days। so ਉਹਨਾਂ ਦਾ ਸ਼ਹੀਦੀ ਹੁੰਦੀ ਆ 13 ਪੋਹ, 9 to 13। now how many days are there? 9, 10, 11, 12, 13, right?
ਸੋ 5 ਡੇਜ਼ ਬਣਦੇ ਨੇ 4 ਨਾਈਟਸ। ਹੁਣ ਉੱਥੇ ਉਹਨਾਂ ਨੂੰ ਪ੍ਰੈਜ਼ੈਂਟ ਕਰਦੇ ਸਨ। ਸੋ ਹੁਣ ਸੈਕੰਡ ਡੇ ਮੋਤੀ ਮਹਿਰਾ ਫੇਰ ਲੈ ਕੇ ਗਿਆ ਦੁੱਧ, ਮਾਤਾ ਜੀ ਨੂੰ ਪਿਲਾਇਆ, ਸਾਹਿਬਜ਼ਾਦਿਆਂ ਨੂੰ ਪਿਲਾਇਆ। ਬਟ ਫॉर ਸੈਕੰਡ ਡੇ ਬਿਫੋਰ ਗੋਇੰਗ ਇਨ ਉਹ ਗਾਰਡਸ ਕਹਿੰਦੇ ਤੈਨੂੰ ਨਹੀਂ ਜਾਣ ਦੇਣਾ ਅੰਦਰ। ਉਹਨੇ ਵਿਚਾਰੇ ਨਾ ਜਿੰਨੀ ਉਹਦੀ ਸੇਵਿੰਗ ਸੀਗੀ ਨਾ, ਲਾਈਫ ਸੇਵਿੰਗ ਸਾਰੀ ਲਿਆ ਕੇ ਉਹ ਗਾਰਡਸ ਨੂੰ ਫੜਾਤੀ। ਕਹਿੰਦਾ ਮੈਂ ਜਾ ਕੇ ਮਾਤਾ ਜੀ ਨੂੰ ਦੁੱਧ ਪਿਲਾ ਦਾਂ, ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾ ਦਾਂ। ਥਰਡ ਡੇ ਮੋਤੀ ਮਹਿਰਾ ਵਿਚਾਰਾ ਫੇਰ ਗਿਆ, ਉਹਨਾਂ ਨੇ ਫੇਰ ਘੇਰ ਲਿਆ। ਉਦੋਂ ਵਿਚਾਰਾ ਆਪਣੇ ਘਰ ਵਾਲੀ ਦੇ ਗਹਿਣੇ ਜਿਹੜੇ ਸੀ ਨਾ, ਜੁਵਲਰੀ, ਸਾਰੇ ਘਰ ਤੋਂ ਇਕੱਠੇ ਕਰਕੇ ਉਹਨਾਂ ਨੂੰ ਫੜਾ ਗਿਆ। ਫੇਰ ਜਾ ਕੇ ਉਹਨੂੰ ਦੁੱਧ ਪਿਲਾਇਆ। ਐਂਡ ਜਾਂ ਥਰਡ ਨਾਈਟ ਤੋਂ ਬਾਅਦ ਜਦੋਂ ਫੋਰਥ ਨਾਈਟ ਆਉਂਦੀ ਹੈ ਨਾ, ਜਦੋਂ ਉਹ ਚੌਥੇ ਦਿਨ ਗਿਆ, ਚੌਥੀ ਰਾਤ ਨੂੰ ਦੁੱਧ ਦੇਣ ਵਾਸਤੇ, ਉਦੋਂ ਕੀ ਹੋਇਆ? ਕਹਿੰਦੇ ਦੇ ਭਾਈ, ਉਹਦੇ ਕੋਲ ਕੁਝ ਨਹੀਂ ਹੈਗਾ ਸੀ ਦੇਣ ਨੂੰ, ਵਿਚਾਰੇ ਨੇ ਆਪਣਾ ਘਰ ਦੇ ਦਿੱਤਾ। ਹੀ ਗੇਵ ਹਿਸ ਹਾਊਸ, ਹਿਸ ਰੂਫ ਟੂ ਦੋਸ ਪੀਪਲ। ਕਹਿੰਦੇ ਤੁਸੀਂ ਲੈ ਲਓ ਘਰ, ਕੋਈ ਨਹੀਂ, ਮੈਨੂੰ ਦੁੱਧ ਪਿਲਾਉਣ ਦਿਓ। ਚੌਥਾ ਦਿਨ ਵਾਸ ਦ ਲਾਸਟ ਡੇ ਦੈਟ ਹੀ ਕੁਡ ਸਰਵ ਮਾਤਾ ਜੀ ਐਂਡ ਸਾਹਿਬਜ਼ਾਦੇ। ਉਹਨੇ ਉਹ ਵੀ ਦੇ ਦਿੱਤਾ। ਹੁਣ ਵਿਚਾਰਾ ਖਾਲੀ ਹੋ ਗਿਆ, ਇੱਕ ਨੋ ਹਾਊਸ। ਹੀ ਟੁਕ ਹਿਸ ਫੈਮਿਲੀ ਟੂ ਸਟੇ ਅੰਡਰ ਅ ਟਰੀ। ਵਿਚਾਰਾ ਇੱਕ ਜਿਹੜਾ ਦਰਖਤ ਦੇ ਥੱਲੇ ਚਲਿਆ ਗਿਆ। ਤੇ ਹੁਣ ਦੇਖੋ ਮਾਤਾ ਜੀ ਸਾਹਿਬਜ਼ਾਦੇ ਬ੍ਰਿਕ ਅਲਾਈਵ, ਉਹਨਾਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ। ਮਾਤਾ ਜੀ ਵੀ ਆਪਣੇ ਪ੍ਰਾਣ ਤਿਆਗ ਗਏ। ਕੀ ਹੁੰਦਾ ਹੈ ਹੁਣ ਮੋਤੀ ਮਹਿਰਾ ਬਾਰੇ ਨਾ, ਹੁਣ ਪੰਮਾ ਲੰਗਾ ਸੀਗਾ ਇੱਕ ਵਜ਼ੀਰ ਖਾਂ ਦਾ ਕੋਰਟ ਦੇ ਵਿੱਚ, ਉਹਨੇ ਜਾ ਕੇ ਦੱਸਿਆ, ਕਹਿੰਦਾ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਇਹਨੇ ਦੁੱਧ ਪਿਲਾਇਆ ਮੋਤੀ ਮਹਿਰਾ ਨੇ। ਵੀ ਵਾਸ ਟ੍ਰਾਈਂਗ ਟੂ ਮੇਕ them suffer so that they can agree to our conditions। ਪਰ ਕਹਿੰਦੇ ਉਹ ਨਹੀਂ ਅਗਰੀ, ਕਿਉਂਕਿ ਉਹਨੂੰ ਦੁੱਧ ਇਹ ਪਿਲਾਉਂਦਾ ਰਿਹਾ ਹੈ। ਕੀ ਕੀਤਾ? ਮੋਤੀ ਮਹਿਰਾ ਨੂੰ ਸੱਦ ਕੇ ਲਿਆਂਦਾ, ਐਂਡ ਹਿਸ ਹੋਲ ਫੈਮਿਲੀ ਆ, ਉਹਦੀ ਇੱਕ ਘਰ ਵਾਲੀ, ਉਹਦਾ ਬੱਚਾ ਲਿਆਂਦਾ, ਤੇ ਕੀ ਕੀਤਾ? ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਸ਼ੈਂਟੇ ਮਾਰੇ ਉਹਨਾਂ ਦੇ, ਕਈ ਦਿਨ ਉਹਨਾਂ ਨੂੰ ਟੌਰਚਰ ਕੀਤਾ। ਫੇਰ ਵੀ ਉਹ ਕਹਿੰਦਾ ਤੂੰ ਮਾਫੀ ਮੰਗ ਲਾ ਵੀ ਤੂੰ ਗਲਤ ਕੰਮ ਕੀਤਾ ਹੈ। ਮੋਤੀ ਮਹਿਰਾ ਕਹਿੰਦਾ ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਮੈਂ ਦੁੱਧ ਪਿਲਾਇਆ, ਮੈਂ ਸੇਵਾ ਕੀਤੀ ਹੈ। ਕਹਿੰਦਾ ਉਹ ਮਹਾਰਾਜ ਨੇ ਕਰਾਈ ਹੈ। ਨਹੀਂ ਮੰਨਿਆ ਮਾਫੀ ਮੰਗਣ ਨੂੰ। ਉਹ ਕਹਿੰਦੇ ਉਹਨਾਂ ਨੇ ਕੀ ਕੀਤਾ, ਜਿਵੇਂ ਰੋਲਰਸ ਨਹੀਂ ਹੁੰਦੇ ਸ਼ੂਗਰ ਕੇਨ ਵਾਲੇ, ਜਿਹੜਾ ਸ਼ੂਗਰ ਕੇਨ ਦਾ ਜੂਸ ਕੱਢੀਦਾ ਹੈ, ਮੋਤੀ ਮਹਿਰਾ ਵਾਸ ਫੋਰਸਡ ਇਨਟੂ ਦੈਟ ਟੂ ਰੋਲਰਸ। ਹੀ ਵਾਸ ਫਲੈਟਨ ਇਨ ਦੈਟ, ਇਨਕਲੂਡਿੰਗ ਹਿਸ ਫੈਮਿਲੀ। ਉਹਦਾ ਛੋਟਾ ਬੱਚਾ ਵੀ ਉਹਦੇ ਚ ਪਾ ਕੇ ਉਹਨਾਂ ਨੇ ਪੀੜ ਦਿੱਤਾ ਸੀਗਾ। ਸੀ ਨਾਓ ਮੋਤੀ ਮਹਿਰਾ ਨੇ ਸੇਵਾ ਕੀਤੀ। ਕਿਵੇਂ ਕੀਤੀ? ਆਪਣੇ ਬੋਡੀ ਦਾ ਵੀ ਉਹਨੇ ਪਰਵਾਹ ਨਹੀਂ ਕੀਤੀ ਸੀ। ਦੈਟਸ ਹਾਊ ਇਟ ਇਜ਼। ਉਹਨੂੰ ਪਰਵਾਹ ਨਹੀਂ ਸੀਗੀ ਕਿ ਮੇਰੀ ਬੋਡੀ ਬਚ ਜਾਵੇ। ਉਹਨੇ ਆਪਣੀ ਵੈਲਥ ਵੀ ਦੇਤੀ, ਬੋਡੀ ਵੀ ਦੇ ਦਿੱਤੀ, ਤਨ ਮਨ ਧਨ ਸਭ ਕੁਝ ਗੁਰੂ ਨੂੰ ਅਰਪ ਦਿੱਤਾ। ਨਾਟ ਓਨਲੀ ਦਿਸ, ਉਹ ਤੋਂ ਬਾਅਦ ਹੁਣ ਉਹ ਬੋਡੀਜ਼ ਜਿਹੜੀਆਂ ਨੇ ਸਾਹਿਬਜ਼ਾਦੀਆਂ ਦੀਆਂ ਜਿਹੜੀਆਂ ਹਨ, ਉਹ ਬ੍ਰਿਕ ਟੁੱਟ ਗਈ, ਉਹ ਕੰਧ ਟੁੱਟ ਗਈ, ਡਿੱਗ ਪਈਆਂ। ਵਜ਼ੀਰ ਖਾਨ ਨੇ ਉਹਨਾਂ ਨੂੰ ਜਦੋਂ ਉਹਨਾਂ ਨੇ ਸੱਚਖੰਡ ਨੂੰ ਚਲੇ ਗਏ, ਸਾਹਿਬਜ਼ਾਦੇ ਉਹਨਾਂ ਦੇ ਸਿਰ ਵੱਢ ਦਿੱਤੇ। ਉਹਨਾਂ ਨੇ ਸਿਰ ਵੱਢ ਕੇ ਉੱਥੇ ਪਏ ਨੇ, ਦੁਨੀਆ ਦੇਖਦੀ ਆ, ਜਸਟ ਲਾਈਂਗ ਡਾਊਨ ਦੇ। ਟੋਡਰ ਮਲ ਨੇ ਆਪਣਾ ਸਾਰਾ ਵੈਲਥ ਜਿਹੜਾ ਸੀ ਨਾ ਉਹਦੇ ਕੋਲ, ਹੀ ਵਾਸ ਅ ਵੈਰੀ ਰਿਚ ਮੈਨ ਸੀਗਾ, ਉਹਨੇ ਆਪਣਾ ਸਾਰਾ ਵੈਲਥ ਲਿਆਂਦਾ ਤੇ ਉਹਨੇ ਜਾ ਕੇ ਵਜ਼ੀਰ ਖਾਨ ਦੇ ਇੱਕ ਮਿਨਿਸਟਰ ਨੂੰ ਕਿਹਾ ਕਿ ਮੈਨੂੰ ਇਹਨਾਂ ਦੀ ਬੋਡੀਜ਼ ਦੇ ਦੇ, ਮੈਂ ਸੰਸਕਾਰ ਕਰ ਦੇਵਾਂ। ਵਜ਼ੀਰ ਖਾਨ ਕਹਿੰਦਾ ਤੂੰ ਜੇ ਇਹ ਬੋਡੀਜ਼ ਲੈਣੀਆਂ, ਕਹਿੰਦੇ ਅਰਫੀਆਂ ਹੁੰਦੀਆਂ, ਅਰਫੀਆਂ ਉਹ ਕਹਿੰਦੇ ਗੋਲਡ ਕੋਇਨਸ, ਉਹ ਕਹਿੰਦੇ ਉਹ ਲੈ ਕੇ ਆ ਐਂਡ ਯੂ ਪੁੱਟ ਔਨ ਦ ਗਰਾਊਂਡ। ਜਿੰਨੀ ਗਰਾਊਂਡ ਤੇ ਤੂੰ ਸੰਸਕਾਰ ਵਾਸਤੇ ਲੈਣੀ ਹੈ, ਉਨੇ ਗਰਾਊਂਡ ਤੇ ਤੈਨੂੰ ਮੋਹਰਾਂ ਵਿਛਾਉਣੀਆਂ ਪੈਣੀਆਂ। ਐਂਡ ਨਾਟ ਲਾਈਕ ਦੈਟ, ਯੂ ਨੋ, ਦ ਮੋਰ ਸ਼ੁੱਡ ਬੀ ਲਾਈਕ ਦੈਟ। Gold coin is not like that. You don't put like that on the earth. You stand it up. ਐਂ ਰੱਖ ਕੇ ਤੂੰ ਉਹ ਜ਼ਮੀਨ ਖਰੀਦ ਤਾਂ ਤੈਨੂੰ ਉਹ ਬੋਡੀਜ਼ ਮਿਲਣਗੀਆਂ। ਯੂ ਨੋ, ਐਸਟੀਮੇਟ ਹੈ ਇਹ, ਆਪਾਂ ਰਿਐਲਿਟੀ 'ਚ ਹਜੇ ਨਹੀਂ ਜਾ ਸਕਦੇ। ਐਸਟੀਮੇਟ ਕੀਤਾ ਜਾਂਦਾ ਹੈ ਕਿ 78,000 ਕੋਇਨਸ, ਗੋਲਡ ਕੋਇਨਸ ਦੇ ਨਾਲ ਟੋਡਰ ਮਲ ਨੇ ਉਹ ਜ਼ਮੀਨ ਖਰੀਦੀ ਤੇ ਉਹਦੇ ਉੱਤੇ ਸਾਹਿਬਜ਼ਾਦੇ ਤੇ ਮਾਤਾ ਜੀ ਦਾ ਉਹਨੇ ਸੰਸਕਾਰ ਕੀਤਾ। ਐਂਡ ਹੀ ਵਾਸ ਲੈਫਟ ਵਿਦ ਨਥਿੰਗ ਐਲਸ। then that particular ਜ਼ਮੀਨ is called ਜੋਤੀ ਸਰੂਪ ਗੁਰਦੁਆਰਾ, ਜਿੱਥੇ ਆਪਾਂ ਜਾਂਦੇ ਹਾਂ ਅੱਜ, ਜਿੱਥੇ ਸੰਸਕਾਰ ਕੀਤਾ ਸਾਹਿਬਜ਼ਾਦਿਆਂ। that is particular land and it's known as the most expensive land ever bought in the world until today। ਹੁਣ ਤੁਸੀਂ ਹਿਸਾਬ ਕਰ ਲਓ 78,000 coins ਦਾ ਹਿਸਾਬ ਕਰਕੇ ਤੁਸੀਂ ਇੱਕ coin ਨੂੰ ਕਿੰਨਾ weight ਕਹੋਗੇ, ਕਿੰਨਾ weight ਦੀ ਹੋਊਗੀ। then you have to calculate back again, see how many kilo of gold he gave for that। ਦੇਖੋ ਇਹ ਹੈ ਆਪਣੀ ਵੈਲਥ ਗੁਰੂ ਨੂੰ ਅਰਪ ਦੇਣੀ, ਗੁਰੂ ਦੇ ਕਾਰਜ ਵਿੱਚ ਲਾ ਦੇਣੀ। ਓਕੇ, ਨਾਓ ਹੁਣ ਗੱਲ ਆਉਂਦੀ ਹੈ ਕਿ ਡੋਨੇਸ਼ਨ ਆਪਾਂ ਕਿਹਨੂੰ ਦੇਣਾ। ਗੁਰੂ ਗੋਬਿੰਦ ਸਿੰਘ ਆਨਸਰਸ ਦਿਸ ਕੁਐਸਚਨ ਵੈਰੀ ਨਾਈਸਲੀ। ਮਹਾਰਾਜ ਜੀ ਕਹਿੰਦੇ ਦਾਨ ਦਿਓ ਇਨ ਹੀ ਕੋ ਭਲੋ, ਕਹਿੰਦੇ ਦਾਨ ਦੇਣਾ ਉਹਨਾਂ ਦਾ ਹੀ ਭਲਾ ਹੈ
ਇਹ ਦਾਨ ਦਿੱਤਾ ਭਲਾ ਉਹਨਾਂ ਦਾ ਹੈ। ਅਰ ਆਨ ਕੋ ਦਾਨ ਨਾ ਲਾਗਤ ਨੀਕੋ, ਹੋਰ ਕਿਤੇ ਦਾਨ ਦੇਣਾ ਠੀਕ ਨਹੀਂ ਹੈ, ਉਹ ਫਲ ਨਹੀਂ ਤੁਹਾਨੂੰ ਬਹੁਤਾ ਦੇਵੇਗਾ। ਕਿਹਦੇ ਆਗੇ ਫਲ ਇਨਹੀ ਕੋ ਦਿਓ, ਕਹਿੰਦੇ ਖਾਲਸੇ ਨੂੰ ਦਿਓ, ਗੁਰਸਿੱਖਾਂ ਨੂੰ ਦਿਓ, ਕਿਉਂਕਿ ਗੁਰਸਿੱਖ ਨੂੰ ਜਦੋਂ ਦਾਨ ਮਿਲਦਾ ਹੈ ਨਾ ਉਹ ਅੱਗੇ ਜਾ ਕੇ ਹੋਰ ਭਲਾ ਕਰਦਾ। ਇੱਕ ਸਿੱਖ ਨੂੰ ਤੁਸੀਂ ਰੋਟੀ ਖਿਲਾਓਗੇ ਨਾ, ਉਹ ਸਿੱਖ ਜਾ ਕੇ ਹਜ਼ਾਰਾਂ ਨੂੰ ਰੋਟੀ ਖਿਲਾਏਗਾ। ਜੇ ਤੁਸੀਂ ਚਾਹੁੰਦੇ ਨਾ ਤੁਹਾਡਾ ਦਾਨ ਵਧੇ, ਕਹਿੰਦੇ ਇੱਕ ਸਿੱਖ ਨੂੰ ਖਿਲਾ ਦਿਓ, ਕਿਉਂਕਿ ਸਿੱਖ ਨੇ ਕੋਈ ਕਲਰ ਨਹੀਂ ਦੇਖਣਾ, ਕੋਈ ਕ੍ਰੀਡ ਨਹੀਂ ਦੇਖਣੀ, ਕੋਈ ਬੰਦਾ ਨਹੀਂ ਦੇਖਣਾ, ਉਹਨੇ ਸਾਰਿਆਂ ਦੀ ਮਦਦ ਕਰਨੀ ਹੈ। ਦੇਖੋ ਜੇ ਕੋਈ ਮੁਸਲਮਾਨ ਹੋਏਗਾ ਉਹਨੂੰ ਕਹੋਗੇ ਤੇਰਾ ਦਾਨ ਸਿਰਫ ਮੁਸਲਮਾਨ ਤੱਕ ਜਾਂਦਾ ਹੈ। ਯੂ ਨੋ ਦ ਜ਼ਾਕਤ ਸਿਸਟਮ ਰਾਈਟ, ਇਟ ਓਨਲੀ ਗੋਜ਼ ਫॉर द ਮੁਸਲਿਮ, ਨਨ ਮੁਸਲਿਮ ਕਾਫਿਰਸ cannot be entertained or given that kind of donation, clearly written ਨਾ ਉਹਨਾਂ ਦੇ ਇਹ ਲਿਖਿਆ ਹੋਇਆ ਹੈ। ਪਰ ਗੁਰੂ ਦਾ ਜਿਹੜਾ ਸਿੱਖ ਹੈ ਉਹ ਜਿਹੜਾ ਹੈ ਸਾਰਿਆਂ ਨੂੰ ਛਕਾਉਂਦਾ। ਇਸ ਕਰਕੇ ਕਹਿੰਦੇ ਆਗੇ ਫਲੇ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫਿੱਕੋ। ਜੇ ਤੁਸੀਂ ਦਾਨ ਦਿੱਤਾ ਲੋਕਾਂ ਨੂੰ ਦਿਖਾਉਣ ਦਾ I'm fair, ਤੁਹਾਡੇ ਸਿੱਖ ਭਰਾ ਭੁੱਖੇ ਮਰਦੇ, ਹੁਣ ਤੁਸੀਂ ਹੋਰਾਂ ਨੂੰ ਖਿਲਾਈ ਜਾਓ। ਮਹਾਰਾਜ ਕਹਿੰਦੇ ਜਗ ਮੈਂ ਜਸ ਔਰ ਦਿਓ ਸਭ ਫਿੱਕੋ, ਇਹ ਫਿੱਕਾ ਹੀ ਜਸ ਹੈ। ਗੁਰੂ ਦੇ ਸਿੱਖਾਂ ਨੂੰ ਜਿਹੜਾ ਪਹਿਲਾਂ ਛਕਾਓ, ਕਿਉਂਕਿ ਉਹਨਾਂ ਨੇ ਤੁਹਾਡਾ ਦਾਨ ਅੱਗੇ ਬਹੁਤ ਵਧਾਉਣਾ ਹੈ। This is how it should be. Because why? No, the reason we are not being biased here. ਆਪਾਂ bias ਨਹੀਂ ਹੋ ਰਹੇ, ਸਿੱਧੀ ਜੀ ਗੱਲ ਹੈ। ਜੇ ਤੁਸੀਂ ਇੱਕ ਮੁਸਲਮਾਨ ਨੂੰ ਖਿਲਾਓਗੇ, ਉਹ ਖਾ ਕੇ ਫਿਰ ਆਪਣੇ ਮੁਸਲਮਾਨ ਭਰਾਵਾਂ ਨੂੰ ਹੀ ਖਿਲਾਏਗਾ, ਪਰ ਸਿੱਖ ਨੂੰ ਖਿਲਾਓਗੇ ਉਹ ਸਾਰੀ ਦੁਨੀਆ ਨੂੰ ਖਿਲਾਏਗਾ। This is the difference. Because why? We are being taught in that way. Our Guru guides us in every step in that way, in that direction. ਉਹ ਮਹਾਰਾਜ ਆਪਾਂ ਨੂੰ ਇਹ ਗੱਲ ਦੱਸਦੇ ਨੇ, ਮਾਨਸ ਕੀ ਜਾਤ ਸਭ ਹੈ ਇੱਕ ਪਛਾਣਬੋ। ਕੌਣ ਕਹਿ ਗਿਆ? ਇੱਕ ਗੁਰੂ ਗੋਬਿੰਦ ਸਿੰਘ ਨੇ ਕਿਹਾ, ਹੋਰ ਕਿਸੇ ਨੇ ਨਹੀਂ ਇਹ ਗੱਲ ਕਹੀ। ਓਨਲੀ ਗੁਰੂ ਗੋਬਿੰਦ ਸਿੰਘ ਸੇਸ ਸਾਰੇ ਇਕੁਅਲ ਆ, ਦੋ ਸਾਰਿਆਂ ਨੂੰ। ਸੋ ਐਸ ਸਿੱਖਸ ਵੀ ਹੈਵ ਟੂ ਫਲਰਿਸ਼ ਆਵਰ ਬ੍ਰਦਰਸ ਆਵਰ ਸਿਸਟਰਸ, ਉਹਨਾਂ ਨੂੰ ਫਲਰਿਸ਼ ਕਰੋ ਤਾਂ ਕਿ ਹੋਰ ਵੀ ਦਾਨ ਵਧੇ। ਜੇ ਤੁਸੀਂ ਦਾਨ ਜਾ ਕੇ ਦੂਜਿਆਂ ਨੂੰ ਦੇਤਾ, ਆਪਣੇ ਸਿੱਖ ਪਿੱਛੇ ਰਹਿ ਗਏ, then the ਦਾਨ becomes very small. ਕੀ ਹੋਵੇਗਾ? ਉਹ ਉੱਥੇ ਹੀ ਮੁੱਕ ਜਾਣਾ। It doesn't grow further. Okay? So now ਸਿੱਖੀ ਦੀ ਮੰਗ ਕੀ ਹੁੰਦੀ ਹੈ? ਸਿੱਖੀ ਤੋਂ ਆਪਾਂ ਕੀ ਲੈਣਾ ਹੈ? ਆਪਾਂ ਅਰਦਾਸ ਵਿੱਚ ਸਿੱਖ ਆਪਾਂ ਮੰਗਦੇ ਹਾਂ, ਹਾਂਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਹੁਣ ਆਪਾਂ ਸਿੱਖੀ ਮੰਗਦੇ ਹਾਂ ਵੀ ਮਹਾਰਾਜ ਮੈਨੂੰ ਸਿੱਖੀ ਦੇ ਦਿਓ। ਕਿਉਂ ਦੇ ਦਿਓ? ਕਿਉਂਕਿ ਅਲਟੀਮੇਟ ਗਿਫਟ ਇੱਕ ਬੰਦੇ ਵਾਸਤੇ ਸਿੱਖੀ ਹੋਈ ਹੈ। ਜਿਹਨੂੰ ਗੁਰੂ ਦੀ ਸਿੱਖੀ ਮਿਲ ਗਈ ਨਾ, ਉਹਨੂੰ ਸਭ ਕੁਝ ਮਿਲ ਗਿਆ, ਉਹਨੂੰ ਗੁਰੂ ਦੀ ਨਜ਼ਰ ਮਿਲ ਗਈ। ਕਹਿੰਦੇ ਸਿੱਖੀ ਦੇ ਵਿੱਚ ਸਾਰੇ ਲਾਈਫ ਦੇ ਪ੍ਰੋਬਲਮ ਆ ਸੋਲਵਡ। ਆਈ ਕੈਨ ਟੈਲ ਯੂ ਦਿਸ, ਗੁਰਸਿੱਖੀ ਹੋਈ ਇੱਕ ਰਸਤਾ ਹੈ ਜਿੱਥੇ ਤੁਹਾਡੇ ਸਾਰੇ ਪ੍ਰੋਬਲਮ ਸੋਲਵ ਹੋ ਜਾਂਦੇ ਨੇ, ਤੁਹਾਡਾ ਕੋਈ ਪ੍ਰੋਬਲਮ ਨਹੀਂ ਰਹਿ ਜਾਂਦਾ। ਜਸਟ ਫੋਲੋ ਦ ਗੁਰੂ ਵੇ। ਆਈ ਕੈਨ ਗਾਰੰਟੀ ਯੂ ਸਾਰੇ ਦੁੱਖ ਤੁਹਾਡੇ ਪਿੱਛੇ ਰਹਿ ਜਾਣਗੇ, ਤੁਸੀਂ ਦੁੱਖਾਂ ਨੂੰ ਦੇਖ ਕੇ ਹੱਸੋਗੇ, ਕਿਉਂਕਿ ਗੁਰੂ ਦੀ ਮਾਤੀ ਕੁਝ ਐਸੀ, ਗੁਰੂ ਮਹਾਰਾਜ ਤੁਹਾਨੂੰ ਇੰਨਾ ਐਲੀਵੇਟ ਕਰ ਦਿੰਦਾ ਹੈ। ਫਿਰ ਸਿੱਖੀ ਜਿਹੜੀ ਹੈ ਕਿੱਥੋਂ ਮਿਲਦੀ ਹੈ? ਮਹਾਰਾਜ ਕਹਿੰਦੇ ਗੁਰਸਿੱਖੀ ਦਾ ਮਿਲਣਾ ਗੁਰਮੁਖ ਸਾਧ ਸੰਗਤ ਦੀ ਸੇਵਾ। ਸੰਗਤ ਵਿੱਚੋਂ ਸਿੱਖੀ ਮਿਲਦੀ ਹੈ। ਸੇਵਾ ਕਰਿਆ ਕਰੋ, ਜੋੜੇ ਝਾੜਿਆ ਕਰੋ, ਭਾਂਡੇ ਸਾਫ਼ ਕਰਿਆ ਕਰੋ, ਉਹਦੇ ਵਿੱਚੋਂ ਤੁਹਾਨੂੰ ਸਿੱਖੀ ਮਿਲਣੀ ਹੈ। ਹੁਣ ਅੱਗੇ ਸਾਖੀ ਆਉਂਦੀ ਹੈ ਭਾਈ ਜਿਹੜਾ ਹਨ ਫਿਰਨਾ ਤੇ ਭਾਈ ਜੋਧ ਜੀ ਦੀ। ਭਗਤ ਮਾਲ ਵਿੱਚ ਇਹ ਸਾਖੀ ਆਉਂਦੀ ਹੈ। ਭਾਈ ਜਿਹੜਾ ਹਨ ਫਿਰਨਾ ਕਹਿਰਾ ਤੇ ਭਾਈ ਜੋਧ ਜੀ ਗੁਰੂ ਨਾਨਕ ਮਹਾਰਾਜ ਕੋਲ ਆਏ। ਉਹਨਾਂ ਨੇ ਕਹਿਣਾ ਮਹਾਰਾਜ ਸਾਨੂੰ ਸਿੱਖੀ ਬਖਸ਼ ਦਿਓ ਤਾਂ ਕਰਕੇ ਅਸੀਂ ਮੁਕਤ ਹੋ ਜਾਈਏ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਵੀ ਜਿਹਦੇ ਵਿੱਚ ਇਨਸਾਨੀਅਤ ਆ ਜਾਂਦੀ ਹੈ ਨਾ, ਸਿੱਖੀ ਵੀ ਉਹਨੂੰ ਹੀ ਮਿਲਦੀ ਹੈ। ਜਿਹਦੇ ਵਿੱਚ ਦਇਆ ਆ ਜਾਵੇ ਨਾ, ਸਿੱਖੀ ਉਹਨੂੰ ਹੀ ਮਿਲਦੀ ਹੈ। If you can see the world as equally the form of God himself, ਤੁਹਾਨੂੰ ਸਿੱਖੀ ਮਿਲ ਗਈ। ਤੇ ਉਹਦੇ ਵਾਸਤੇ ਉਹ ਪੁੱਛਿਆ ਕਿ ਕਿਵੇਂ ਸਾਨੂੰ ਇਹ ਮੱਤ ਮਿਲੇ, ਹਾਊ ਕੈਨ ਵੀ ਡੂ ਦਿਸ, ਹਾਊ ਕੈਨ ਵੀ ਅਟੇਨ ਸਿੱਖੀ। ਮਹਾਰਾਜ ਕਹਿੰਦੇ ਪਹਿਲਾ ਜਿਹੜਾ ਹਨ ਤੁਹਾਨੂੰ ਕੀ ਕਰਨਾ ਜਾਂ ਫਿਜ਼ੀਕਲ ਸੇਵਾ ਕਰੋ, ਸਰੀਰ ਨੂੰ ਦੂਜੇ ਦੀ ਸੇਵਾ ਵਿੱਚ ਲਾਓ, ਲੋਕਾਂ ਦੇ ਜੂਠੇ ਭਾਂਡੇ ਧੋ, ਕੱਪੜੇ ਧੋ, ਤੇ ਜਿਹੜਾ ਹਨ ਲੋਕਾਂ ਦੀਆਂ ਜੁੱਤੀਆਂ ਮਾਂਜੋ, ਤਾਂ ਕਰਕੇ ਤੁਹਾਡਾ ਮਾਣ, ਤੁਹਾਡਾ ਹੰਕਾਰ ਥੱਲੇ ਆ ਜਾਵੇ। ਫਿਰ ਦੂਜੀ ਗੱਲ ਹੈ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜੋ, ਸਿਮਰਨ ਕਰੋ, ਤੇ ਇੰਨਾ ਕੁਝ ਕਰਦਿਆਂ ਹੋਇਆਂ ਵੀ ਹੰਬਲ ਰਹੋ, ਨਿਮਰਤਾ ਵਿੱਚ ਰਹਿਣਾ, ਹੰਕਾਰ ਨਹੀਂ ਕਿਤੇ ਵੀ ਕਰਨਾ। ਤੀਜੀ ਗੱਲ, ਵਾਹਿਗੁਰੂ ਨੂੰ ਸਭ ਤੋਂ ਵੱਡਾ ਮੰਨੋ। ਵਾਹਿਗੁਰੂ ਹੀ ਸਾਰਿਆਂ ਦਾ ਮਾਲਕ ਹੈ ਤੇ ਆਪਣੇ ਆਪ ਨੂੰ ਉਸਦਾ ਨੌਕਰ ਮੰਨੋ ਵੀ ਮੈਂ ਉਹਦਾ ਸਰਵੈਂਟ ਹਾਂ। ਚੌਥੀ ਗੱਲ, ਸਾਧ ਸੰਗਤ ਵਿੱਚ ਜਾ ਕੇ ਗੁਰਬਾਣੀ ਸੁਣੋ। ਪੰਜਵੀਂ ਗੱਲ ਹੈ
अपने आप नू गुरबाणी नू सौंप दिओ। गुरबाणी इज द कमांडमेंट, गुरबाणी इज एवरीथिंग। सो वट एवर गुरबाणी सेज फॉलो इट। इफ यू कांट फॉलो यू मेक एन अटैम्प्ट टू फॉलो। इन्ना तो कर सकते हैं ना, जिन्ना हो सकते कर लो। सो देखो हुण आ गई गल केसां दी। ना हाउ केस आर सो इंपोर्टेंट। आप कहते सिक्खी जरा सिक्खी दान केस दान, हुण केस दान ते आ गए। कहते महाराज तो आप केस का दान हर रोज़ मंगते आ, की गल है? कहते सिक्खी जिहड़ी है केसां दे नाल संबंध है ना। सिक्खी जिहड़ी केसां दे नाल संबंध क्यों? क्योंकि परमात्मा जिहड़ा है वो भी तो केसां दे नाल है। जिहड़ा हन महाराज ने बाणी विच भी लिखिया है ना भी महाराज दे लंबे केस ने। कहते जदों भी परमात्मा आया वो लंबे केसां नाल ही आया। कहते जिन लंबड़े बाला भी उन्हें लंबे बाल। देखो हुण सिक्खी जिहड़ी है वाल जिहड़े ने गुरु महाराज गुरु गोबिंद सिंह कहते मेरी मोहर है, मैं अपनी मोहर में तेन दत्ती है। लाइक अ सील दी नो, मैं तेन अपना सील ला के तेन दत्ता है कि तू मेरा है। हुण देखो ना ये दुनिया दे विच केस जिहड़े ना सिर्फ सिख ही संभाल के रखते क्यों है ना? डू यू नो दैट इस हिंदुआं दे विच मुसलमानां विच वो मुंडन कराउंदे ने, दोवें करदे, क्रिश्चियंस भी करदे ने, बुद्धा दे लोग वो भी करदे ने। ना आई कैन से एवरी अदर फेथ दे विच मुंडन लिखिया होया, एक सिखां विच है। यू नो वट हैपन्स इन द एशियन टाइम्स? जिहड़ा बंदा पापी होवे ना, जिहड़ा बंदा बहुत गुनाहगार होवे, किसी का खून करता, इंस्टेड ऑफ किलिंग हिम दे विल शेव हिज हेड। ਉਹਦਾ ਮੂੰਹ ਸ਼ੇਵ ਕਰਕੇ ਉਹਦਾ ਵਾਲ ਸ਼ੇਵ ਕਰਕੇ ਉਹਨੂੰ ਗੰਜਾ ਕਰ ਦਿੰਦੇ ਸਨ ਕਿ ਉਹ ਇਜ਼ ਇਕੁਅਲੈਂਟ ਟੂ ਅ ਡੈਥ ਪੈਨਲਟੀ। ਯੂ ਨੋ ਵਾਈ ਪੀਪਲ ਗੋ ਟੂ ਮੰਦਰ, ਗੋ ਟੂ ਦਿਆ ਪਿਲਗ੍ਰਿਮੇਜ, ਜੋ ਜਾਂਦੇ ਆ ਪਿਲਗ੍ਰਿਮੇਜ ਕਰਦੇ ਨੇ, ਯਾਤਰਾ ਕਰਦੇ ਨੇ, ਉੱਥੇ ਜਾ ਕੇ ਗੰਜੇ ਹੁੰਦੇ ਨੇ। ਕਿਉਂ? ਯੂ ਨੋ ਦੇ ਬਿਲੀਵ ਦੈਟ ਦੇ ਆਰ ਗਿਵਿੰਗ देयर सिंस, बट नो एक्चुअली दे आर गिविंग themselves टू द डेटीज। ਉਹ ਆਪਣੇ ਆਪ ਨੂੰ ਉਹ ਦੇਸ਼ ਦੀ ਪ੍ਰੋਫਿਟ ਨੂੰ ਦਿੰਦੇ ਹਨ ਤੇ ਪ੍ਰੋਫਿਟ ਕਹਿੰਦਾ ਜੇ ਮੇਰੇ ਕੋਲ ਆਉਣਾ ਪਰਮਾਤਮਾ ਦਾ ਲਿੰਕ ਮੈਂ ਹੋਊਂਗਾ, ਸੋ ਯੂ ਰਿਪੋਰਟ ਟੂ ਮੀ ਐਂਡ ਇਟਸ ਅਪ ਟੂ ਮੀ ਟੂ ਯੂਨਾਈਟ ਯੂ ਵਿਦ ਗੋਡ ਔਰ ਨਾਟ। ਦੈਟ ਇਜ਼ देयर ਫੇਥ। ਉਹ ਤਾਂ ਕਰਕੇ ਉਹ ਕੇਸ ਮੁੰਡਨ ਕਰਦੇ ਨਹੀਂ ਵੀ ਤੂੰ ਅੱਜ ਤੋਂ ਮੇਰਾ ਹੈ। ਯੂ ਕੈਨੋਟ ਗੋ ਟੂ ਗੋਡ ਡਾਇਰੈਕਟਲੀ ਆ। ਉਹ ਉਹਨਾਂ ਦਾ ਮੈਸੇਜ ਹੈ। You cannot go to God directly, you have to report to me. In our case Guru Nanak is God himself। ਆਪਾਂ ਨੂੰ ਇਹ ਕਰਨ ਦੀ ਲੋੜ ਨਹੀਂ ਤੇ ਪਰਮਾਤਮਾ ਕਹਿੰਦਾ ਹੈ ਵੀ ਇਹ ਜਿਹੜਾ ਕੇਸ ਹੈ ਮੇਰੇ ਨਾਲ ਕਨੈਕਸ਼ਨ ਹੈ ਤੇਰਾ, ਇਹ ਕੇਸ ਮੇਰੀ ਨਿਸ਼ਾਨੀ ਹੈ ਤੇਰੇ ਵਾਸਤੇ। ਐਂਡ ਦੈਟਸ ਵਾਈ ਵੀ ਆਰ ਦ ਓਨਲੀ ਪੀਪਲ ਇਨ ਦ ਵਰਲਡ ਹੂ ਓਨਰਸ ਕੇਸ, ਨੋਬਡੀ ਐਲਸ ਇਨ ਦ ਵਰਲਡ। ਥਿੰਕ ਅਬਾਊਟ ਇਟ। ਓਕੇ, ਫਿਰ ਹੁਣ ਕੇਸ ਜਿਹੜਾ ਕੇਸਨ ਸੋ ਕਰੂੰਗਾ ਸੀਸ ਨਿਭਾਏ, ਕਹਿੰਦੇ ਕਿ ਇਹ ਜਿਹੜਾ ਹੈ ਨਾ ਰਤਨ ਸਿੰਘ ਭੰਗੂ ਨੇ ਲਿਖਿਆ ਹੈ। ਇਹ ਗੱਲ ਜਿਹੜੀ ਹੈ ਭਾਈ ਤਾਰੂ ਸਿੰਘ ਨੇ ਕਹੀ ਹੈ। ਕੇਸਨ ਸੋ ਕਰੂੰਗਾ, ਕਹਿੰਦੇ ਕਿ ਮੈਂ ਕੇਸਾਂ ਦੇ ਨਾਲ ਕਰੂੰਗਾ, ਸੀਸ ਨਿਭਾਏ, ਮੈਂ ਆਪਣਾ ਸੀਸ ਦੇ ਦਿਆਂਗਾ, ਪਰ ਮੈਂ ਕੇਸਾਂ ਨੂੰ ਨਹੀਂ ਕੁਛ ਹੋਣ ਦਿੰਦਾ ਕਿਉਂਕਿ ਕੇਸ ਮੇਰੇ ਗੁਰੂ ਦੀ ਨਿਸ਼ਾਨੀ ਹੈ। ਓਕੇ, ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖੋ ਆਪ ਨੂੰ ਕਿੱਡੀ ਵੱਡੀ ਸਰਦਾਰੀ ਦਿੱਤੀ ਹੈ। ਓਕੇ ਹਾਂ, ਜਿੰਨੇ ਵੀ ਪ੍ਰੋਫਿਟ ਹੋਏ ਨੇ ਸਾਰਿਆਂ ਦੇ ਕੇਸ ਲੰਮੇ ਨੇ। ਹਜ਼ਰਤ ਮੁਹੰਮਦ ਦਾ ਕੇਸ ਮਿਲਦਾ ਲੰਮਾ, ਪਰ ਉਹਦੇ ਸੇਵਕਾਂ ਨੂੰ ਕਿਹਾ ਤੁਸੀਂ ਕੱਟ ਲਓ ਬਿਕੋਜ਼ ਦੇ ਕੈਨੋਟ ਬਿਕਮ ਹਿਮ ਰਾਈਟ। ਮੈਸੇਜ ਕੀ ਹੈ? ਤੂੰ ਮੇਰੇ ਵਰਗਾ ਨਹੀਂ ਹੋ ਸਕਦਾ। ਕ੍ਰਿਸਚੀਅਨ ਦੇ ਵਿੱਚ ਜੀਸਸ ਦੇ ਫੋਟੋ ਦੇਖ ਲਓ, ਦਾੜਾ ਵੀ ਹੈ, ਕੇਸ ਵੀ ਹੈਗੇ ਆ, ਰਾਈਟ? ਬਟ ਹੀ ਡਿਡਨਟ ਇੰਪੋਜ਼ ਔਨ ਹਿਸ ਚੇਲੇਸ। ਵਾਈ? ਬਿਕੋਜ਼ ਆਈ ਹੈਵ ਟੂ ਬੀ ਸੁਪੀਰੀਅਰ ਦੈਨ ਯੂ, ਰਾਈਟ? ਇਹ ਗੱਲ ਹੈ ਨਾ। ਪਰ ਗੁਰੂ ਤਾਂ ਗੁਰੂ ਗੋਬਿੰਦ ਸਿੰਘ ਇਕੱਲਾ ਹੀ ਹੈ ਨਾ ਜਿਹਨੇ ਆਪਣਾ ਸਰੂਪ ਆਪਣੇ ਸਿੱਖਾਂ ਨੂੰ ਵੀ ਦੇ ਦਿੱਤਾ ਤੇ ਇਹ ਵੀ ਕਹਿ ਦਿੱਤਾ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਓਕੇ, ਸੋ ਨਾਓ ਸਾਖੀ ਆਉਂਦੀ ਹੈ ਭਾਈ ਤਾਰੂ ਸਿੰਘ ਦੀ। ਨਾਓ ਭਾਈ ਤਾਰੂ ਸਿੰਘ ਜੀ ਵਾਸ ਓਨਲੀ 25 years old। 25 ਆ, ਲੈਟ ਮੀ ਰਿਪੀਟ ਅਗੇਨ ਆ, 25 ਸਾਲ ਦੀ ਉਮਰ ਹੈ ਭਾਈ ਤਾਰੂ ਸਿੰਘ ਜੀ ਦੀ। ਤੇ ਇਹ ਜਿਹੜੇ ਹਨ ਐਬਸੋਲੂਟ ਵਿਚਾਰੇ ਜਿਹੜੇ ਹਨ ਸੇਵਾ ਵੀ ਕਰਦੇ ਨੇ, ਨਾਮ ਵੀ ਜਪਦੇ ਨੇ, ਬਾਣੀ ਵੀ ਪੜ੍ਹਦੇ ਨੇ ਤੇ ਇਹ ਹਮੇਸ਼ਾ ਗਰੀਬਾਂ ਨੂੰ ਜਾ ਕੇ ਲੰਗਰ ਛਕਾਉਂਦੇ ਸਨ, ਇਨਕਲੂਡਿੰਗ ਦੋ ਸਿੱਖ ਜਿਹੜੇ ਵਿਚਾਰੇ ਜੰਗਲਾਂ ਵਿੱਚ ਰਹਿੰਦੇ ਸਨ ਨਾ, ਕਿਉਂਕਿ ਦੈਟ ਟਾਈਮ ਜ਼ਕਰੀਆ ਖਾਨ ਵਾਸ ਕਿਲਿੰਗ ਐਵਰੀ ਸਿੱਖ ਔਨ ਦ ਰੋਡ, ਸਾਰਿਆਂ ਨੂੰ ਮਾਰ ਦਿੰਦਾ ਸੀ। ਸੋ ਜ਼ਕਰੀਆ ਖਾਨ ਤੋਂ ਬਚਣ ਵਾਸਤੇ ਸਿੱਖ ਜੰਗਲਾਂ ਵਿੱਚ ਚਲੇ ਗਏ ਤੇ ਭਾਈ ਤਾਰੂ ਸਿੰਘ ਉਹਨਾਂ ਵਾਸਤੇ ਵੀ ਲੰਗਰ ਜਾ ਕੇ ਵਰਤਾਉਂਦਾ ਹੁੰਦਾ ਸੀ। ਕੀ ਹੁੰਦਾ ਹੈ ਭਾਈ ਤਾਰੂ ਸਿੰਘ ਸੇਵਾ ਕਰਦਿਆਂ ਕਾਫੀ ਚਿਰ ਹੋ ਗਿਆ। ਇੱਕ ਬੰਦਾ ਉੱਥੇ ਸੀਗਾ ਹਰ ਭਗਤ ਨਿਰੰਜਨਿਆ, ਹੈ ਸੀ ਹਿੰਦੂ,
ਉਹਨੇ ਜਾ ਕੇ ਚੁਗਲੀ ਲਾ ਕੇ ਗਵਰਨਰ ਆਫ ਲਾਹੌਰ ਨੂੰ ਜਾ ਕੇ ਕਹਿਤਾ, ਭਾਈ ਤਾਰੂ ਸਿੰਘ ਇਹ ਸਿੱਖਾਂ ਨੂੰ ਜਾ ਕੇ ਜੰਗਲਾਂ 'ਚ ਲੰਗਰ ਛਕਾਉਂਦਾ ਹੈ, ਇਹ ਜਿਹੜਾ ਗਲਤ ਕੰਮ ਕਰ ਰਿਹਾ ਹੈ। ਭਾਈ ਤਾਰੂ ਸਿੰਘ ਨੂੰ ਫੜ ਕੇ ਲੈ ਗਏ ਜ਼ਕਰੀਆ ਖਾਨ ਦੇ ਕੋਲ। ਜ਼ਕਰੀਆ ਖਾਨ ਨੇ ਉਹਨਾਂ ਨੂੰ ਬਹੁਤ ਕੁੱਟਿਆ ਮਾਰਿਆ। ਇੱਕੋ ਹੀ ਸ਼ਰਤ ਹੈ, ਤੂੰ ਕਨਵਰਟ ਹੋ ਜਾ, ਇਸਲਾਮ ਵਿੱਚ ਆ ਜਾ, ਤੈਨੂੰ ਛੱਡ ਦਿਆਂਗੇ। ਭਾਈ ਤਾਰੂ ਸਿੰਘ ਨੂੰ ਟੌਰਚਰ ਕੀਤਾ, ਕੁੱਟਿਆ ਮਾਰਿਆ, ਭੁੱਖਾ ਰੱਖਿਆ, ਕਈ ਮਹੀਨੇ ਕਰਦਾ ਰਿਹਾ। ਭਾਈ ਤਾਰੂ ਸਿੰਘ ਨੇ ਹਿੱਲਿਆ ਨਹੀਂ। ਅਖੀਰਕਾਰ ਜ਼ਕਰੀਆ ਖਾਨ ਇੱਕ ਵਾਰੀ ਕਹਿੰਦਾ ਇਹਦੇ ਕੇਸ ਕੱਟ ਦਿਓ, ਜੇ ਇਹਦੇ ਕੇਸ ਕੱਟ ਦੀਆਂ ਇਹਦੀ ਸਿੱਖੀ ਦੂਰ ਹੋ ਜਾਏਗੀ, ਆਪਣੇ ਆਪ ਇਹ ਡੀਮੋਟੀਵੇਟਡ ਹੋ ਕੇ ਇਹ ਗੱਲ ਆਪਣੀ ਮੰਨ ਲਏਗਾ। ਦੇਖੋ ਨਾ ਜ਼ਕਰੀਆ ਖਾਨ ਉਹਨੇ ਸਿੱਖੀ ਕਿੱਥੇ ਦੇਖੀ? ਭਾਈ ਤਾਰੂ ਸਿੰਘ ਦੇ ਕੇਸਾਂ ਵਿੱਚ ਦੇਖੀ। See, this is how important case is. If you don't understand, ask ਜ਼ਕਰੀਆ ਖਾਨ that. ਜ਼ਕਰੀਆ ਖਾਨ ਨੇ ਹੋਰ ਕੁਝ ਨਹੀਂ ਕਿਹਾ, ਉਹਨੇ ਨਹੀਂ ਕਿਹਾ ਜੀ ਸੁन्नत ਕਰਾ ਦੋ ਜਾਇਦਾ, ਇਹ ਕੁਝ ਨਹੀਂ, ਇਹਦੇ ਕੇਸ ਕੱਟ ਦੇ। And one fact that I want to share with you, ਜਿਹੜਾ ਵੀ ਬੰਦਾ ਨਾ ਅਨਸ਼ੋਨ ਹੈ from his birth until his death ਨਾ, ਜਿਹਨੇ ਕਿਤੇ ਵੀ ਕੇਸ ਨਹੀਂ ਕੱਟੇ ਨਾ, ਉਹਦੇ ਤੇ ਕੋਈ ਜਾਦੂ ਟੂਣਾ ਚੱਲਦਾ ਹੀ ਨਹੀਂ, ਲਾ ਲਓ ਜੋਰ। ਜਿਹੜੇ ਬੰਦੇ ਨੇ ਆਪਣੇ ਜਨਮ ਤੋਂ ਲੈ ਕੇ ਕਿਤੇ ਨਾ ਕੇਸ ਕੱਟੇ ਹੋਣ, ਉਹਨੂੰ ਕੋਈ ਵੀ ਜਾਦੂ ਟੂਣਾ ਤੁਸੀਂ ਜਿਹੜੇ ਮਰਜ਼ੀ ਬੰਦੇ ਤੋਂ ਕਰਾ ਲਓ, ਉਹ ਕਿਤੇ ਨਹੀਂ ਵਰਕ ਹੋਊਗਾ। ਇਟ ਡਜ਼ਨਟ ਵਰਕ। ਕੇਸਾਂ 'ਚ ਇੰਨੀ ਸ਼ਕਤੀ ਹੈ। ਓਕੇ, ਫੇਰ ਕੀ ਹੋਇਆ? ਉਹ ਕਹਿੰਦਾ ਇਹਦੇ ਕੇਸ ਕੱਟ ਦੋ। ਉਹਨੇ ਜਿਹੜਾ ਨਾਈ ਲੈ ਕੇ ਆਇਆ, ਵਾਪਸ ਲੈ ਕੇ ਆਇਆ, ਕਹਿੰਦਾ ਕੇਸ ਕੱਟੋ ਇਹਨਾਂ ਦੇ। ਉਹ ਜਦੋਂ ਨੇੜੇ ਜਾਂਦੇ ਆ ਨਾ ਭਾਈ ਤਾਰੂ ਸਿੰਘ ਦੇ, ਉਹਨਾਂ ਦੇ ਹੱਥ ਕੰਬਣ ਲੱਗ ਜਾਂਦੇ ਆ, ਉਹ ਬਲਾਈਂਡ ਹੋ ਜਾਂਦੇ ਨੇ, ਉਹਨਾਂ ਦਾ ਸਰੀਰ ਨਮ ਹੋ ਜਾਂਦਾ ਹੈ। ਉਹਨਾਂ ਨੇ ਕਿੰਨੀ ਕੋਸ਼ਿਸ਼ ਕੀਤੀ, ਕਿੰਨੇ ਬੰਦੇ ਲੈ ਕੇ ਆਏ, ਸਾਰੇ ਛੱਡ ਕੇ ਭੱਜ ਗਏ। ਦੇਖੋ ਗੁਰੂ ਦੀ ਸਿੱਖੀ ਹੈ ਨਾ, ਗੁਰੂ ਆਪ ਰੱਖਦਾ ਹੈ। ਫੇਰ ਕੀ ਹੋਇਆ? ਜ਼ਕਰੀਆ ਖਾਨ ਸੋਚਣ ਲੱਗਿਆ, ਭਾਈ ਤਾਰੂ ਸਿੰਘ ਨੇ ਕਹਿਣ ਲੱਗਾ, ਚੰਗਾ ਫਿਰ ਜਿਵੇਂ ਤੇਰਾ ਖੋਪੜਾ ਲਾ ਦਾਂ, ਤੇਰੀ ਸਕਲ ਜਿਹੜੀ ਹੈ ਨਾ ਉਤਲੀ, ਇਹ ਮੈਂ ਸਾਰੀ ਸਕਲ ਹੀ ਲਾ ਦਵਾਂ। ਭਾਈ ਤਾਰੂ ਸਿੰਘ ਦਾ ਸਕਲ ਤੂੰ ਲਾ ਪਰ ਮੇਰੇ ਕੇਸ ਨਾ। ਤੇ ਭਾਈ ਤਾਰੂ ਸਿੰਘ ਨੇ ਖੁਸ਼ ਹੋ ਕੇ ਕਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ, ਸਤਿਗੁਰੂ ਜੀ ਮੇਰੀ ਕੀ ਸਿੱਖੀ ਨਿਭ ਜਾਵੇ। ਉਹਨਾਂ ਨੇ ਪਤਾ ਕੀ ਕੀਤਾ? ਉਹ ਲੈ ਕੇ ਆਏ ਆਪਣੇ ਟੂਲਸ। ਕਿਹੜੇ ਟੂਲਸ? ਉਹ ਬੰਦੇ ਕਿਹੜੇ ਲੈ ਕੇ ਆਏ? ਜਿਹੜੇ ਚਮੜੀ ਦਾ ਕੰਮ ਕਰਦੇ ਨੇ, ਜਿਹੜੇ ਗਾਂ ਦੀ ਚਮੜੀ ਕੱਢਦੇ ਨੇ, ਜਿਹੜੇ ਜਿਹੜਾ ਹਨ ਬੱਕਰੀਆਂ ਦੀ ਚਮੜੀ ਕੱਢਦੇ ਨੇ, ਉਹ ਬੰਦੇ ਨੂੰ ਲੈ ਕੇ ਆਏ ਕੋਬਲਰ ਨੂੰ। ਉਹਨੇ ਆ ਕੇ ਪੀਸੋ ਰੱਖ ਕੇ ਇੱਥੇ ਭਾਈ ਤਾਰੂ ਸਿੰਘ ਦਾ ਮੱਥਾ ਤੋੜ ਦਿੱਤਾ, ਸਾਰਾ ਤਾਰ ਕੇ ਪਿੱਛੇ ਤੱਕ, ਐਂਡ ਅੰਟਿਲ ਦੀ ਐਂਡ ਹੇਅਰ। ਉਹ ਸਾਰੀ ਹੈ ਲਾਈਨ ਤੋਂ ਉਹਨੇ ਭਾਈ ਤਾਰੂ ਸਿੰਘ ਦਾ ਖੋਪੜਾ ਲਾ ਕੇ ਕੱਢ ਦਿੱਤਾ। ਭਾਈ ਤਾਰੂ ਸਿੰਘ ਇਜ਼ ਸਟਿਲ ਅਲਾਈਵ, ਬਲੱਡ ਆ ਰਿਹਾ ਹੈ, ਉਹਨਾਂ ਦਾ ਖੋਪੜਾ ਲਾ ਦਿੱਤਾ। ਭਾਈ ਤਾਰੂ ਸਿੰਘ ਨੂੰ ਚੱਕ ਕੇ ਇੱਕ ਵੈਲ ਦੇ ਵਿੱਚ ਸੱਟ ਦਿੱਤਾ, ਵੀ ਇਹਨੂੰ ਮਾਰਨਾ ਵੀ ਨਹੀਂ, ਆਪੇ ਤੜਫਦਾ ਰਹੂਗਾ। 22 days ਭਾਈ ਤਾਰੂ ਸਿੰਘ stayed in the well and he repeated ਗੁਰਬਾਣੀ। ਉਹ ਗੁਰਬਾਣੀ ਪੜ੍ਹਦਾ ਹੀ ਰਿਹਾ 21 days ਵਾਸਤੇ। ਚੜ੍ਹਦੀ ਕਲਾ ਵਿੱਚ ਸਿੱਖ ਆਉਂਦੇ ਨੇ, ਉੱਤੋਂ ਦੇਖਦੇ ਨੇ, ਭਾਈ ਤਾਰੂ ਸਿੰਘ ਵਾਸਤੇ ਲੰਗਰ ਭੇਜਦੇ ਨੇ, ਕਹਿੰਦੇ ਤੈਨੂੰ ਕੱਢ ਦਈਏ ਇੱਥੇ। ਭਾਈ ਤਾਰੂ ਸਿੰਘ ਦਾ ਮੈਨੂੰ ਨਾ ਕੱਢਿਓ। ਬਾਣੀ ਪੜ੍ਹਦਾ ਰਿਹਾ। ਫਿਰ ਉੱਥੇ ਕੀ ਹੋਇਆ? ਜ਼ਕਰੀਆ ਖਾਨ he couldn't urinate, ਉਹਦਾ ਪਿਸ਼ਾਬ ਰੁਕ ਗਿਆ ਜ਼ਕਰੀਆ ਖਾਨ ਦਾ। ਨਾ ਭਾਈ ਤਾਰੂ ਸਿੰਘ ਨੇ ਇੱਕ ਗੱਲ ਕਹੀ ਸੀ ਜ਼ਕਰੀਆ ਨੂੰ, ਜ਼ਕਰੀਆ ਤੈਨੂੰ ਮੂਹਰੇ ਤੋੜ ਕੇ ਲੈ ਕੇ ਜਾਵਾਂਗੇ ਅਸੀਂ, ਤੇਰੇ ਜਾਣ ਤੋਂ ਪਹਿਲਾਂ ਅਸੀਂ ਵੀ ਨਹੀਂ ਜਾਂਦੇ, ਕਹਿੰਦਾ ਤੈਨੂੰ ਮੂਹਰੇ ਤੋੜ ਕੇ ਲੈ ਕੇ ਜਾਵਾਂਗੇ। ਹੁਣ ਜ਼ਕਰੀਆ ਖਾਨ ਦਾ ਯੂਰੀਨੇਟ ਉਹ ਨਹੀਂ ਕਰ ਸਕਦਾ, ਉਹ ਵਿੱਚ ਫਸ ਗਿਆ। ਉਹਨੇ ਕਈ ਹਕੀਮ ਸੱਦੇ, ਕਿਸੇ ਕੋ ਇਲਾਜ ਨਾ ਹੋਇਆ। ਅਖੀਰ ਇੱਕ ਸਿਆਣਾ ਬੰਦਾ ਆਇਆ, ਕਹਿੰਦਾ ਜ਼ਕਰੀਆ ਤੂੰ ਇੱਕ ਗੁਰਸਿੱਖ ਦੇ ਨਾਲ ਇਹ ਕੰਮ ਕੀਤਾ, ਪਾਪ ਕੀਤਾ ਹੈ, ਉਹਦੇ ਕਰਕੇ ਤੇਰਾ ਇਹ ਹਾਲ ਹੋਇਆ। ਉਹ ਕਹਿੰਦਾ ਭਾਈ ਆਏਂ ਕਰੋ। ਫਿਰ ਸਿੱਖਾਂ ਨੂੰ ਪੁੱਛਿਆ ਅਸੀਂ ਕੀ ਕਰੀਏ? ਸਿੱਖਾਂ ਨੇ 5 ਪਿਆਰੇ ਨੇ ਇਕੱਠੇ ਹੋ ਕੇ ਅਰਦਾਸ ਕੀਤੀ। ਅਰਦਾਸ ਕਰਕੇ ਹੁਕਮ ਕੀਤਾ, ਕਹਿੰਦਾ ਭਾਈ ਤਾਰੂ ਸਿੰਘ ਦੀ ਜੁੱਤੀ ਲੈ ਲਓ, ਜ਼ਕਰੀਆ ਖਾਨ ਦੇ ਸਿਰ 'ਚ ਮਾਰੋ। ਕਹਿੰਦੇ ਜਿਉਂ-ਜਿਉਂ ਇਹ ਜੁੱਤੀ ਵੱਜੇਗੀ ਉਹ ਯੂਰੀਨੇਟ ਕਰੇਗਾ। ਸੋ ਉਹ ਜੁੱਤੀ ਲੈ ਕੇ ਭਾਈ ਤਾਰੂ ਸਿੰਘ ਦੀ ਜ਼ਕਰੀਆ ਖਾਨ ਦੇ ਸਿਰ 'ਚ ਮਾਰੀ। ਮਾਰਦਿਆਂ ਮਾਰਦਿਆਂ ਜਿੰਨੀ ਵੱਜਦੀ ਉਹ ਯੂਰੀਨੇਟ ਕਰ ਰਿਹਾ ਹੈ, ਉਹਦਾ ਯੂਰੀਨੇਟ ਜਿਹੜਾ ਯੂਰੀਨ ਛੁੱਟਦਾ ਹੈ, ਛੁੱਟਦਾ, ਉਹ ਕਹਿੰਦਾ ਹੋਰ ਮਾਰੋ, ਹੋਰ ਮਾਰੋ, ਹੋਰ ਮਾਰੋ। ਮਾਰਦੇ ਮਾਰਦੇ ਮਰੇ ਗਿਆ। ਜ਼ਕਰੀਆ ਖਾਨ ਭਾਈ ਤਾਰੂ ਸਿੰਘ ਤੋਂ ਪਹਿਲਾਂ ਹੀ ਜਿਹੜਾ ਹਨ ਉਹ ਮਰ ਗਿਆ। ਫਿਰ ਭਾਈ ਤਾਰੂ ਸਿੰਘ ਨੂੰ ਪਤਾ ਲੱਗਿਆ। ਭਾਈ ਤਾਰੂ ਸਿੰਘ ਨੇ ਅਰਦਾਸ ਕਰਕੇ ਕਹਿੰਦੇ ਹੁਣ ਚੱਲ ਅਸੀਂ ਵੀ ਜਾਂਦੇ ਹਾਂ। ਦੇਖੋ ਭਾਈ ਤਾਰੂ ਸਿੰਘ ਆਪਣੀ ਮਰਜ਼ੀ ਨਾਲ ਗਿਆ। ਦੇਖੋ ਗੁਰਸਿੱਖਾਂ ਵਿੱਚ ਤਾਕਤ ਕਿੰਨੀ ਹੈ। ਦੇ ਕੈਨ ਈਵਨ ਡਿਸਾਈਡ देयर ਡੈਥ, ਯੂ ਨੋ, ਵੀ ਹੁਣ ਮੈਂ ਜਾਣਾ, ਮੈਂ ਨਹੀਂ ਜਾਣਾ। ਦੇ ਕੈਨ ਡਿਸਾਈਡ ਬਿਕੋਜ਼ ਉਹਨਾਂ ਦਾ ਗੁਰੂ ਪਰਮਾਤਮਾ ਹੈ। ਪਰਮਾਤਮਾ ਕੈਨ ਗੋ ਬਿਯੋਂਡ ਦ ਰੂਲਸ, ਕੁਛ ਵੀ ਕਰ ਸਕਦਾ ਹੈ ਮਹਾਰਾਜ। ਦੇਖੋ ਇਸ ਤਰ੍ਹਾਂ ਉਹਨਾਂ ਨੇ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਐਡੀ ਵੱਡੀ ਕੁਰਬਾਨੀ, 25 years old, ਇਹ ਵੱਡੀ ਗੱਲ।
ओके हुण दूसरी है रहत। महाराज कहते रहनी रहे सोई सिख मेरा ओ ठाकुर मैं उसका चेहरा। ये भाई देसा सिंह दा रहतनामा है। उन्होंने ये लिखिया कहते सिख गुरु तो की मंगनिया रहत योर कोड ऑफ कंडक्ट हाउ यू स्टे हाउ टू लिव योर लाइफ वट डू यू डू विद योर बॉडी वट यू डू विद योर माइंड ये सब कुछ रहत है। तुसी की करना है ये सारिया गल्लां दे नाल। इट शोज यू द पाथ हाउ टू लिव योर लाइफ स्टाइल की होना चाहिए है। तो इत्थे रहत जिहड़ी है महाराज ने आपां नूं दत्ती है। यू नो वाई रहत वेरी सिंपल। नाउ यू वांट टू अचीव समथिंग इन योर लाइफ सो टू अचीव दैट यू हैव टू प्रिपेयर योर सैल्फ। सो जिहड़ा प्रिपेरेशन है ये रहत है। हौली हौली थोड़े माइंड नूं चेंज करेगा। हौली हौली यू विल बी मोर एंड मोर यू हैव भरोसा ऑन महाराज। You will go on that path. You see, this is always one thing, you know, when people walk through, you know, when you go to the airports, right, you walk through the security gate, right, where the metal are detected. Hun ki hunda hai ji utthe jaake, you know, everybody else they take out everything, they put in the basket, that's it, they don't worry, right? But for a Sikh, whenever you want to walk through that, वो अपनी करपान बारे सोचदा, अपने कड़े बारे सोचदा, right? होरां वास्ते तां ये प्रॉब्लम है नहीं ना। when you walk through that definitely it's going to light up। एक दिन ਮੈਨੂੰ ਇੱਕ ਜਣ ਕਹਿ ਹੀ ਦਿੱਤਾ ਉਹ ਕਹਿੰਦਾ ਉਹ ਯਾਰ ਉਹ ਕਹਿੰਦਾ ਵੀ ਇਹਨੂੰ ਚੈੱਕ ਕਰ ਲਾ ਇਹ ਲੰਘ ਕੇ ਗਿਆ ਵੀ ਖੜਕ ਗਿਆ ਲਾ ਕਹਿੰਦਾ ਹੀ ਸਿੱਖ ਡੈਫੀਨਿਟਲੀ ਇਜ਼ ਗੋਇੰ ਟੂ ਬੀਪ ਕਹਿੰਦਾ ਇਹ ਸਿੱਖ ਆ ਇਹਨੂੰ ਤਾਂ ਬੀਪ ਕਰਨਾ ਹੀ ਕਰਨਾ ਕੁਛ ਦਾ ਉਹ ਸਾਰਾ ਚੈੱਕ ਕਰਦੇ। So they don't let you carry kirpan. Only no domestic flights in India you can carry 6-inch kirpan, no problem. Even longer also people carry on flights. But international flights you are not allowed. Even सारी countries से नहीं होता, थोड़ा लानी पैंदी है. But then you want to wear ishnani kirpan maybe, you know, to have kirpan at least with you. But then you go through that and sometimes you know before going through you are doing benti chaupe da part Maharaj hun laaj rakh liyo ethe ho. You know, there were times after the 9/11, even the turbans they asked you to open, you know. So ਉਹ ਵੀ ਗੱਲਾਂ ਹੋਈਆਂ ਉਦੋਂ ਵੀ ਅਰਦਾਸ ਕਰੀ ਦੀ ਮਹਾਰਾਜ ਲਾਜ ਰੱਖ ਲਿਓ ਹੁਣ। So that means the rahat bring you close to God, you know, every time you remember God. ਮੈਂ ਤਾਂ ਕਹਿੰਦਾ ਮਹਾਰਾਜ ਤੇਰਾ ਸ਼ੁਕਰ ਹੈ ਹਰ ਇੱਕ ਅੰਗ ਤੇ you remind me of what I am. ਮੈਂ ਆਪਣਾ ਕੜਾ ਦੇਖਦਾ ਹਾਂ ਮੈਨੂੰ ਗੁਰੂ ਗੋਬਿੰਦ ਸਿੰਘ ਚੇਤੇ ਆਉਂਦਾ। I see my face in the mirror, I remember Guru Gobind Singh because this is that's Roop. I look at my kirpan, I remember Guru Gobind Singh. See, you are so close to him when the rahats are with you. ਫਿਰ ਦੇਖੋ ਹੁਣ ਇੱਥੇ ਸਾਖੀ ਆਉਂਦੀ ਆ ਸੰਤ ਰਾਮ ਦੀ। ਇਹ ਤਾਂ ਚਲੋ ਸਾਖੀ ਹੈਗੀ ਆ ਗੁਰੂ ਅਰਜਨ ਦੇਵ ਜੀ ਦੇ ਟਾਈਮ ਦੀ। ਓਕੇ, ਵੀ ਆਰ ਨਾਟ ਈਵਨ ਟਾਕਿੰਗ ਅਬਾਊਟ ਗੁਰੂ ਗੋਬਿੰਦ ਸਿੰਘ ਟਾਈਮ ਆ, ਗੁਰੂ ਅਰਜਨ ਦੇਵ ਜੀ ਟਾਈਮ ਇੱਕ ਭਾਈ ਸੰਤ ਰਾਮ ਜੀ ਹੋਇਆ ਕਰਦੇ ਸੀਗੇ। ਹੀ ਵਾਸ ਅ ਸਿੱਖ ਆਫ ਗੁਰੂ ਅਰਜਨ ਦੇਵ ਜੀ। ਤੇ ਇਹ ਭਾਈ ਸੰਤ ਰਾਮ ਜੀ ਜਿਹੜੇ ਆ ਨਾ ਇਹ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਦੇ ਸਨ। ਇਹਨਾਂ ਦਾ ਨਿਤਨੇਮ ਸੀਗਾ। And he was a guard on the door of Jahangir. ਜਿਹੜਾ ਜਹਾਂਗੀਰ ਦਾ ਮੇਨ ਡੋਰ ਸੀਗਾ ਨਾ ਉਹਦੇ ਮਹਿਲ ਨੂੰ ਵੜਨ ਵਾਲਾ ਭਾਈ ਸੰਤ ਰਾਮ was a guard on that particular door. ਤੇ ਉਹ ਸੀ ਤੇ ਇੱਕ ਹੋਰ ਗਾਰਡ ਸੀਗਾ, ਦੋ ਜਾਣੇ ਸੀਗੇ। ਤੇ ਜਹਾਂਗੀਰ ਉਹਦੀ ਫੈਮਿਲੀ ਹਮੇਸ਼ਾ ਉਹ ਦਰਵਾਜ਼ੇ ਤੋਂ ਲੰਘ ਕੇ ਆਪਣੇ ਮਹਿਲਾਂ ਨੂੰ ਜਾਂਦੇ ਸਨ। ਇੱਕ ਦਿਨ ਦੀ ਗੱਲ ਹੈ ਕਿ ਜਹਾਂਗੀਰ ਤੇ ਉਹਦੀ ਡਾਟਰ ਜਿਹੜੀ ਆ ਨਾ ਉਹਦੀ ਪ੍ਰਿੰਸੈਸ ਉਹ ਇਹ ਦਰਵਾਜ਼ੇ ਦੀ ਲੰਘ ਕੇ ਜਾ ਰਹੀ ਹੈ ਤੇ ਉਹਦੀ ਅੱਖ ਪੈ ਗਈ ਭਾਈ ਸੰਤ ਰਾਮ ਤੇ। ਉਹ ਜਿਹੜੀ ਪ੍ਰਿੰਸੈਸ ਹੈ ਉਹ ਜਾ ਕੇ ਆਪਣੀ ਮਾਂ ਬੇਗਮ ਨੂੰ ਕਹਿੰਦੀ ਨਾ ਕਹਿੰਦੀ ਜੇ ਮੈਂ ਵਿਆਹ ਕਰਾਵਾਂਗੀ ਨਾ ਮੈਂ ਇਹਦੇ ਨਾਲ ਕਰਾਉਣਾ, ਇਹ ਬਹੁਤ ਸੋਹਣਾ ਮੈਨੂੰ ਬਹੁਤ ਚੰਗਾ ਲੱਗਿਆ, ਮੈਂ ਜੇ ਵਿਆਹ ਕਰਾਉਣਾ ਤੇ ਇਹਦੇ ਨਾਲ ਕਰਾਉਣਾ। ਸੰਤ ਰਾਮ ਨੂੰ ਕਹਿਣ ਲੱਗੀ। ਇਹ ਗੱਲ ਬੇਗਮ ਨੇ ਜਾ ਕੇ ਜਹਾਂਗੀਰ ਨੂੰ ਕਹੀ। ਪਹਿਲਾਂ ਤਾਂ ਆਪਣੀ ਪੁੱਤਰੀ ਨੂੰ ਸਮਝਾਇਆ ਕਿਉਂ ਤੂੰ ਇਹਦੇ ਨਾਲ ਵਿਆਹ ਕਰਨਾ, ਇਹ ਤਾਂ ਗਾਢ ਹੈ ਆਪਣਾ, ਤੇਰਾ ਵਿਆਹ ਕੋਈ ਨਵਾਬ ਨਾਲ ਕਰਾਂਗੇ, ਕੋਈ ਵੱਡੇ ਨਾਲ ਕਰਾਂਗੇ, ਕੋਈ ਸੁਲਤਾਨ ਨਾਲ ਕਰਾਂਗੇ। ਕਹਿੰਦੀ ਨਹੀਂ, ਜੇ ਮੈਂ ਕਰਨਾ ਵਿਆਹ ਇਹਦੇ ਨਾਲ ਕਰਨਾ, ਨਹੀਂ ਤਾਂ ਮੈਂ ਨਹੀਂ ਕਰਨਾ। ਆਈ ਐਮ ਨਾਟ ਗੋਇੰਗ ਟੂ ਹੈਵ ਮਾਈ ਸੈਲਫ ਮੈਰਿਡ ਟੂ ਐਨੀਵਨ ਐਲਸ। ਸੋ ਕੀ ਹੋਇਆ ਜੀ, ਉਹ ਬੇਗਮ ਨੇ ਜਾ ਕੇ ਜਹਾਂਗੀਰ ਨੂੰ ਕਿਹਾ। ਜਹਾਂਗੀਰ ਕਹਿੰਦਾ ਚਲੋ ਕਿਹੜੀ ਵੱਡੀ ਗੱਲ ਹੈ, ਇਹਨੂੰ ਆਪਾਂ ਮੁਸਲਮਾਨ ਬਣਾ ਲੈਂਦੇ ਹਾਂ, ਮੁਸਲਮਾਨ ਬਣਾ ਕੇ ਇਹਨੂੰ ਨਵਾਬ ਬਣਾ ਦਿੰਦੇ ਹਾਂ, ਕੀ ਵੱਡੀ ਗੱਲ ਹੈ। ਸਿੰਪਲ ਤੇ ਗੱਲਾਂ ਹੋ ਰਹੀਆਂ ਹੈ। ਉਹਨਾਂ ਦੀ ਜਿਹੜੀ ਸਰਵੈਂਟ ਆ ਨਾ ਉਹਨੇ ਇਹ ਗੱਲ ਸੁਣ ਲਈ। ਉਹ ਸਰਵੈਂਟ ਦਾ ਪਤੀ ਜਿਹੜਾ ਸੀਗਾ ਉਹ ਪਟਨ ਸੀਗਾ ਭਾਈ ਸੰਤ ਰਾਮ ਦੇ ਜਿਹੜਾ ਨਾਲ ਖੜਦਾ ਸੀ ਗੜ ਨਾ ਉਹਦਾ ਹਸਬੈਂਡ ਸੀ। ਉਹਨੇ ਜਾ ਕੇ ਆਪਣੇ ਹਸਬੈਂਡ ਨੂੰ ਰਾਤੋਂ ਰਾਤ ਦੱਸ ਦਿੱਤਾ। ਉਹ ਹਸਬੈਂਡ ਭੱਜਿਆ ਗਿਆ ਭਾਈ ਸੰਤ ਰਾਮ ਦੇ ਘਰ, ਕਹਿੰਦਾ ਸੰਤ ਰਾਮ ਤੇਰੇ ਤਾਂ ਭਾਗ ਖੁੱਲ ਗਏ। ਉਹ ਮੁਸਲਮਾਨ ਸੀਗਾ, ਉਹ ਕਹਿੰਦਾ ਤੇਰੇ ਭਾਗ ਖੁੱਲ ਗਏ। ਕਹਿੰਦਾ ਲੋਕ ਤਾਂ ਚਾਹੁੰਦੇ ਆ ਜਹਾਂਗੀਰ ਦੀ ਲੜਕੀ ਨਾਲ ਵਿਆਹ ਕਰਨ ਵਾਸਤੇ, ਤੈਨੂੰ ਤਾਂ ਉਹਨੇ ਪਸੰਦ ਕਰ ਲਿਆ,
वाह भी वाह, कहता तू तो कहता हुण तू नवाब बन जाना, वड्डा बंदा बन जाना है। वो तो खुश हो रहा है। संत भाई संत राम जी कहन लगे तो बड़ा माड़ा होया, कहता मैनू मुसलमान बना लेना, मैं तो सिख हाँ, मैं तो गुरु अर्जन देव जी का सिख हाँ, मैं अपनी सिक्खी नहीं छड्डनी। ते की होया, वो कहता जे तू नहीं कराउणा तो हुणे भज जा, नहीं तो जहांगीर ने तैनूं छड्डना कोई नहीं हैगा। उन्हें घोड़ा लैके उन्हें अपनी रफल रुफल जिहड़ी सी फड़ा के अपने पढ़न नूं घोड़े ते चढ़िया, निकल गया लाहौर तो। रातों रात पेशावर पहुंच गया। वो पेशावर देखो कितना दूर आ, वो रातों रात पेशावर पहुंच गया। ते उन्ने तक जहांगीर नूं पता लग गया कि वो गढ़ भज गया, संत राम जी भज गए। उन्हें की कीता, रातों रात ਉਹਦੇ पोस्टर बना के ਉਹਨੂੰ पेंटिंग करा के उसकी ਉਹਦੇ ਤੇ ਹੁਕਮਨਾਮੇ ਨਾਲ ਭੇਜਦੇ ਜਹਾਂਗੀਰ ਨੇ ਵੀ ਜਿੱਥੇ ਵੀ ਇਹ ਮਿਲੇ ਗਿਵ ਹਿਮ 2 choices। फर्स्ट चॉइस इज दैट ही अग्रीज टू मैरी माई प्रिंसस, मेरी लड़की नाल ਉਹ ਵਿਆਹ करे ਤਾਂ ਕਹਿੰਦੇ ਉਹਨੂੰ ਪਾਲਕੀਆਂ ਤੇ ਬਿਠਾ ਕੇ ਲਿਆਇਓ, ਸਤਕਾਰ ਕਰਿਓ, ਉਹਦੇ ਉੱਤੇ ਚੌਰ ਕਰਿਓ ਤੁਸੀਂ, ਬਿਕੋਜ਼ ਉਹ ਮੇਰਾ ਦਾਮਾਦ ਹੈ, ਉਹਨੂੰ ਸਤਕਾਰ ਨਾਲ ਲੈ ਕੇ ਆਇਓ। If he doesn't agree, the second thing what you need to do is cut his head, put on a tray and present to me। 2 choices। ਕੀ ਹੋਇਆ, ਭਾਈ ਸੰਤ ਰਾਮ ਦੇ ਪੋਸਟਰ ਸਾਰੇ ਕਿਤੇ ਲੱਗ ਗਏ। ਭਾਈ ਸੰਤ ਰਾਮ ਜੀ ਉਹ ਜਾ ਕੇ ਧਰਮਸ਼ਾਲਾ 'ਚ ਪਹੁੰਚਿਆ, ਉਹ ਕਿਸੇ ਨੇ ਦੇਖ ਲਿਆ, ਉਹਨੇ ਰਿਪੋਰਟ ਕਰ ਦਿੱਤੀ ਗਵਰਨਰ ਨੂੰ। ਉਹ ਗਵਰਨਰ ਫੌਜ ਲੈ ਕੇ ਆ ਕੇ ਸੰਤ ਰਾਮ ਜੀ ਨੂੰ ਅਰੈਸਟ ਕਰ ਲਿਆ। ਸੰਤ ਰਾਮ ਨੂੰ ਕਹਿੰਦਾ ਭਾਈ ਤੂੰ ਸੋਚ, ਤੇਰੇ ਭਾਗ ਖੁੱਲ ਗਏ, ਤੇਰੀ ਐਡੀ ਵੱਡੀ ਕਿਸਮਤ ਆ ਜਿਹੜੀ ਅਸ ਨੂੰ ਨਹੀਂ ਮਿਲਦੀ। ਕਹਿੰਦੇ ਤੂੰ ਮੰਨ ਜਾ ਭਾਈ, ਤੈਨੂੰ ਸਵਰਗ ਮਿਲ ਜਾਣਗੇ ਇਹ ਲਾਈਫ ਦੇ ਵਿੱਚ, ਮੰਨ ਜਾ। ਭਾਈ ਸੰਤ ਰਾਮ ਕਹਿੰਦਾ ਮੈਨੂੰ ਇੱਥੇ ਤਾਂ ਤੁਸੀਂ ਦੇ ਦਿਓਗੇ ਸਵਰਗ, ਮਰ ਕੇ ਮੈਨੂੰ ਕੀ ਮਿਲੇਗਾ। ਕਹਿੰਦਾ ਇੱਥੇ ਤਾਂ ਮੈਂ ਥੋੜਾ ਚਿਰ ਹਾਂ, ਮਰ ਕੇ ਤਾਂ ਮੇਰਾ ਲੰਮਾ ਸਮਾਂ ਹੈ ਨਾ। ਦੂਜੀ ਗੱਲ, ਮੈਂ ਆਪਣੇ ਗੁਰੂ ਨੂੰ ਕਿਉਂ ਛੱਡਾਂ, ਮੇਰੇ ਗੁਰੂ ਨੇ ਜਿਹਨੇ ਮੈਨੂੰ ਗੁਰਸਿੱਖੀ ਦਿੱਤੀ, ਮੈਨੂੰ ਆਪਣਾ ਬਣਾਇਆ, ਮੈਂ ਉਹਨੂੰ ਕਿਵੇਂ ਛੱਡ ਦਿਆਂ। ਹਾਊ ਕੈਨ ਆਈ ਸ਼ੋ ਮਾਈ ਬੈਕ ਟੂ ਮਾਈ ਗੁਰੂ। ਫਿਰ ਉਹ ਕਹਿੰਦੇ ਭਾਈ ਮੌਤ ਵਾਸਤੇ ਤਿਆਰ ਹੋ ਜਾ। ਭਾਈ ਸੰਤ ਰਾਮ ਕਹਿਣ ਲੱਗੇ ਚੰਗਾ ਫਿਰ ਮੌਤ ਕਬੂਲ ਹੈ, ਪਰ ਕਹਿੰਦੇ ਇੱਕ ਵਾਰ ਹੈ ਮੈਨੂੰ ਇਸ਼ਨਾਨ ਕਰ ਲੈਣ ਦਿਓ। ਆਈ ਵਿਲ ਸਿਟ ਡਾਊਨ ਵੇਅਰ ਯੂ ਵਾਂਟ ਮੀ ਟੂ ਸਿਟ। ਕਹਿੰਦੇ ਇਸ਼ਨਾਨ ਕਰਕੇ ਮੈਂ ਬਹਿ ਕੇ ਮੈਂ ਜਪਜੀ ਸਾਹਿਬ ਦਾ ਪਾਠ ਕਰਾਂਗਾ। ਜਦੋਂ ਮੈਂ ਆਪਣੀ ਗਰਦਨ ਨੀਵੀਂ ਕੀਤੀ ਨਾ, ਮਤਲਬ ਮੈਂ ਪਾਠ ਦਾ ਭੋਗ ਪਾ ਲਿਆ ਹੈ, ਮੇਰਾ ਪਾਠ ਜਦੋਂ ਕੰਪਲੀਟ ਹੋ ਜਾਏਗਾ ਜਪਜੀ ਸਾਹਿਬ ਦਾ, ਮੇਰਾ ਸਿਰ ਨੀਵਾਂ ਹੋਗਾ, ਮੈਂ ਜਦੋਂ ਉੱਤੇ ਚੱਕਿਆ ਤੁਸੀਂ ਕੱਟ ਦਿਓ ਮੇਰਾ ਸਿਰ। ਕੀ ਹੋਇਆ, ਐਸਾ ਹੀ ਹੋਇਆ। ਉਹਨਾਂ ਨੇ ਸਿਰ ਲਾ ਦਿੱਤਾ ਭਾਈ ਸੰਤ ਰਾਮ ਦਾ, ਇੱਕ ਥਾਲ ਵਿੱਚ ਪਾ ਕੇ ਕੱਪੜਾ ਪਾ ਕੇ ਜਹਾਂਗੀਰ ਨੂੰ ਭੇਜ ਦਿੱਤਾ। ਐਂਡ ਦੈਟ ਵਾਸ ਪ੍ਰੈਜ਼ੈਂਟਡ ਇਨ ਦ ਕੋਰਟ ਆਫ ਜਹਾਂਗੀਰ। ਜਹਾਂਗੀਰ ਦੇ ਕੋਲ ਸਿਰ ਆ ਗਿਆ। ਉਹਨੇ ਇਹ ਸਿਰ ਨੂੰ ਆਪਣੀ ਪੁੱਤਰੀ ਦੇ ਕਮਰੇ ਵਿੱਚ ਭੇਜਿਆ, ਚੇਂਬਰ ਵਿੱਚ। ਕਹਿੰਦਾ ਮੇਰੀ ਪ੍ਰਿੰਸਸ ਜਿਹੜੀ ਆ ਉਹਦੇ ਚੇਂਬਰ 'ਚ ਲੈ ਜਾਓ। ਆਪ ਨਾਲ ਤੁਰਿਆ, ਆਪਣੇ ਸੇਵਕ ਤੋਂ ਸਿਰ ਚੁਕਾਇਆ, ਜਾ ਕੇ ਆਪਣੀ ਲੜਕੀ ਦੇ ਚੇਂਬਰ ਵਿੱਚ ਪਹੁੰਚ ਗਿਆ। ਲੜਕੀ ਦੇ ਚੇਂਬਰ ਜਾ ਕੇ ਕਹਿੰਦਾ ਪੁੱਤਰੀ ਮੈਂ ਤੇਰੇ ਵਾਸਤੇ ਗਿਫਟ ਲੈ ਕੇ ਆਇਆ। ਉਹ ਪੁੱਤਰੀ ਨੇ ਜਦੋਂ ਚੱਕਿਆ ਉਹ ਪਰਦਾ, ਉਹ ਕਹਿੰਦੀ ਇਹ ਤਾਂ ਉਹੀ ਹੈ। ਤੇ ਉਹ ਪੁੱਤਰੀ ਜਿਹੜੀ ਸੀ ਨਾ ਉਹ ਕਹਿੰਦੀ ਜਿਉਂਦਿਆਂ ਜੀ ਤਾਂ ਸੰਤ ਰਾਮ ਨੇ ਮੈਨੂੰ ਹੱਥ ਨਹੀਂ ਲਾਉਣ ਦਿੱਤਾ ਨਾ, ਕਹਿੰਦੀ ਮੈਂ ਮਰੇ ਹੋਈ ਨੂੰ ਹੱਥ ਲਾ ਕੇ ਦੇਖ ਲਵਾਂ। ਉਹਨੇ ਆਪਣਾ ਹੱਥ ਕੱਢਿਆ ਤੇ ਭਾਈ ਸੰਤ ਰਾਮ ਦੇ ਚਿਹਰੇ ਨੂੰ ਹੱਥ ਲਾਉਣ ਲੱਗੀ। ਗੁਰੂ ਗੋਬਿੰਦ ਸਿੰਘ ਨੇ ਲਿਖਿਆ ਚਰਿਤਰਾਂ ਵਿੱਚ, ਸਵਾ ਗਲਿਸ਼ਟ ਸਿਰ ਉਠਿਓ ਤੋ ਨਾ ਕਬੂਲੀ ਨਾਰ। ਕਹਿਣ ਲੱਗੇ ਉਹ ਸਿਰ ਜਿਹੜਾ ਫਲੋਟ ਹੋ ਗਿਆ ਉੱਤੇ ਨੂੰ, ਉਹਨੇ ਹੱਥ ਨਹੀਂ ਲਾਉਣ ਦਿੱਤਾ। ਇਹ ਦੇਖ ਕੇ ਜਹਾਂਗੀਰ ਡਰ ਗਿਆ। ਤੇ ਦੇਖੋ ਕਹਿੰਦਾ ਇਹ ਸਿੱਖ ਕਿਹੋ ਜਿਹੇ ਬੰਦੇ ਹੁੰਦੇ ਨੇ, ਕਿੱਡੇ ਵੱਡੇ ਕਾਫਿਰ ਨੇ। ਕਹਿੰਦਾ ਮੁਸਲਮਾਨ ਤਾਂ ਬਣਦੇ ਨਹੀਂ, ਮਰਿਆਂ ਨੂੰ ਵੀ ਨਹੀਂ ਆਪਾਂ ਹੱਥ ਲਾ ਸਕਦੇ। ਉਹਦੀ ਪੁੱਤਰੀ ਕਹਿੰਦੀ ਅੱਬਾ ਜਾਨ ਮੈਨੂੰ ਗੱਲ ਸਮਝ ਆ ਗਈ। ਕਹਿੰਦੀ ਅੱਬਾ ਜਾਨ ਇਹਨੇ ਜਿਉਂਦਿਆਂ ਜੀ ਆਪਣਾ ਫੇਥ ਰੱਖਿਆ, ਇਹਨੇ ਜਿਉਂਦਿਆਂ ਜੀ ਆਪਣਾ ਧਰਮ ਰੱਖਿਆ, ਹੁਣ ਇਹ ਮਰ ਗਿਆ। ਉਹ ਕਹਿੰਦੀ ਅੱਲਾ ਖੁਦਾ ਜਿਹੜਾ ਹੈ ਨਾ ਇਹਦਾ ਧਰਮ ਰੱਖ ਰਿਹਾ ਹੈ। ਉਹ ਖੁਦਾ ਹੁਣ ਆਪ ਇਹਦਾ ਧਰਮ ਰੱਖ ਰਿਹਾ ਹੈ। ਦੇਖੋ ਇਹ ਗੱਲ ਕੋਈ ਝੂਠੀ ਨਹੀਂ, ਇਹ ਐਕਚੁਅਲ ਰੀਅਲ ਸਟੋਰੀ ਹੈ। ਇਹ ਕੋਈ ਇਹ ਨਹੀਂ ਆਪਾਂ ਕਹਿੰਦੇ ਅੰਤ ਕਥਨੀ ਹੈ, ਇਹ ਚੀਜ਼ਾਂ ਹੋਈਆਂ ਹੈ। ਮਹਾਰਾਜ ਆਪਣੀ ਕਲਾ ਵਰਤਾਉਂਦੇ ਨੇ। The only thing that you have to see, people say na I want to see miracles, you want to see miracles, ਜ਼ਰੂਰ ਤੁਹਾਨੂੰ ਦਿਸਣਗੇ। ਇੱਕ ਨਹੀਂ ਦਿਸੇਗਾ, ਲੱਖਾਂ ਦਿਸਣਗੇ। ਇੱਕ ਗੱਲ ਆ, ਆਪਣੇ ਆਪ ਨੂੰ ਗੁਰੂ ਨੂੰ ਸੌਂਪ ਦਿਓ, ਫੇਰ ਦੇਖਿਓ ਮਿਰੇਕਲਸ ਐਂਡ ਮਿਰੇਕਲਸ। ਉਹ ਫਿਰ ਅੰਤ ਨਹੀਂ ਕੋਈ ਵੀ ਆਉਂਦਾ। ਸੋ ਇਸ ਤਰ੍ਹਾਂ ਕਰਕੇ ਦੇਖੋ ਹੁਣ ਇਹ ਤਾਂ ਹੋ ਗਈ ਗੱਲ ਜਿਹੜੀ ਹੈ, ਉਹ ਜਿਹੜੀ ਗੱਲ ਸੀਗੀ ਮਹਾਰਾਜ ਦੀ ਸਿੱਖੀ ਦੀ, ਕਿਵੇਂ ਉਹਨਾਂ ਨੇ ਆਪਣਾ ਸਿਰ ਦੇ ਕੇ ਵੀ ਆਪਣਾ ਆਪ ਨੂੰ ਨਿਸ਼ਾਵਰ ਕਰਕੇ ਆਪਣੀ ਰਹਿਤ ਨੂੰ ਰੱਖਿਆ। ਓਕੇ, देयर आर लॉट ऑफ साखीज ऑन दिस। ਓਕੇ, ਹੁਣ ਆਪਾਂ ਵਿਵੇਕ ਤੇ ਆ ਜਾਈਏ। ਵਿਵੇਕ ਮੀਨਸ ਬਿਬ ਏਕ, ਮੀਨਸ ਦੋ ਤੋਂ ਇੱਕ ਹੋਣਾ, ਡਾਊਟ ਦੀ ਅਵਸਥਾ ਤੋਂ ਸਿੰਗਲ ਹੋ ਜਾਣਾ।
मतलब कि हुण आपां नूं लगदा परमात्मा भी है, माया भी है, दैट इज बिब टू. You want to convert the two into one? No, Paramatma is in Sargun and Nirgun. It's only one Paramatma, ek onkar. That's it, finished. That is ek. Bib ek, दो तो एक हो जाना. So bib ek ਜਿਹੜਾ ਵਿਵੇਕ ਹੈ ਉਹਦੇ ਨਾਲ ਕੀ ਹੁੰਦਾ, ਗਿਆਨ ਦੀ ਪ੍ਰਾਪਤੀ ਹੈ. That means you have the knowledge now of your spiritual knowledge ਜਿਹੜਾ ਤੁਹਾਡੇ ਵਿੱਚ ਆ ਗਿਆ ਹੈ. ਮਹਾਰਾਜ ਜਿਹੜੇ ਹਨ, ਦੇਖੋ ਇਹ ਅਵਸਥਾ ਨੂੰ ਭਾਈ ਗੁਰਦਾਸ ਨੇ ਦੱਸਿਆ. ਭਾਈ ਗੁਰਦਾਸ ਜੀ ਕੀ ਕਹਿ ਰਹੇ ਨੇ, ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ. ਕਹਿਣਗੇ ਦੇਖੋ ਗੁਰਮੁਖ ਉਹ ਹੁੰਦੇ ਨੇ ਜਾਂ ਗੁਰਮੁਖ ਜਿਹੜਾ ਗੁਰੂ ਦੇ ਜਿਹੜਾ ਗੁਰੂ ਮੁਖੀ ਹੈ ਉਹਦੇ ਮੂੰਹ ਤੋਂ ਨਿਕਲੇ ਹੋਏ ਉਪਦੇਸ਼ ਨੂੰ ਜਿਨ੍ਹਾਂ ਨੇ ਸੁਣਿਆ, ਕਹਿੰਦੇ ਉਹ ਸਾਧ ਅਸਾਧ. ਅਸਾਧ ਮੀਨਸ ਮਨ ਜਿਹੜਾ ਨਹੀਂ ਸਾਧਿਆ ਜਾਂਦਾ, ਕੈਨੋਟ ਬੀ ਕਰੈਕਟਡ, ਦ ਮਾਈਂਡ ਵਿਚ ਇਜ਼ ਸੋ ਕਨਿੰਗ, ਸੋ ਜਿਹੜਾ ਫਲਿਕਰਿੰਗ ਮਾਈਂਡ ਹੈ, ਜਿਹੜਾ ਕਿਸੇ ਦੇ ਕਬਜ਼ੇ 'ਚ ਨਹੀਂ ਆਉਂਦਾ, ਉਹ ਅਸਾਧ ਹੈ, ਕੈਨੋਟ ਬੀ ਕੰਟਰੋਲ. ਉਹਨੂੰ ਸਾਧ ਲਿਆ, ਸਾਧ ਕੇ ਉਹਨੂੰ ਸਾਧ ਵਿਖਾਣੀ ਹੈ. ਸਿੱਖ ਫਿਰ ਸਾਧ ਬਣੇ. ਸਾਧ ਆਰ ਦੋਜ਼ ਪੀਪਲ ਹੂ ਹੈਵ ਕੰਕਰਡ ਦੇਅਰ ਮਾਈਂਡ, ਜਿਹੜਾ ਨਹੀਂ ਕੰਕਰ ਹੋ ਸਕਦਾ. ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਬੁੱਧ ਵਿਵੇਕ ਵਿਵੇਕੀ ਜਾਣੀ ਹੈ. ਕਹਿੰਦੇ ਗੁਰਮੁਖਾਂ ਨੂੰ ਫਿਰ ਤੁਸੀਂ ਵਿਵੇਕੀ ਜਾਣੋ, ਕਿਉਂਕਿ ਗੁਰੂ ਦੇ ਕਿਰਪਾ ਕਰਕੇ, ਗੁਰੂ ਦੀ ਨਜ਼ਰ ਨਾਲ ਉਹਨਾਂ ਨੂੰ ਗਿਆਨ ਪ੍ਰਕਾਸ਼ ਹੋ ਗਿਆ. See, one realization that is very simple for us, ਦੁਨੀਆ ਝੂਠੀ. You see people dying every day in your lifetime. Your loved ones also you have seen. Your close ones also you have seen. There are people dying every day around you. ਹਜੇ ਵੀ ਆਪਾਂ ਦੁਨੀਆ ਨੂੰ ਸੱਚ ਕਰਕੇ ਮੰਨ ਕੇ ਬੈਠੇ, ਹਜੇ ਵੀ ਆਪਾਂ ਨੂੰ ਲੱਗਦਾ ਹੈ ਦੁਨੀਆ ਸੱਚੀ ਹੈ. Now, there is a Sakhi of Bhai Kanhaiya ji. Vivek means you see God in everyone. ਭਾਈ ਕਨਈਆ ਦਾ ਜਿਹੜਾ ਜਨਮ ਹੈ 1648 ਦੇ ਵਿੱਚ ਹੋਇਆ. ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਵਿੱਚ ਸਿੱਖ ਬਣੇ ਤੇ ਇਹਨਾਂ ਦਾ ਜਿਹੜਾ ਹੈ, ਇਹ ਜਿਹੜੇ ਹਨ ਖੱਤਰੀ ਫੈਮਿਲੀ ਵਿੱਚੋਂ ਹਨ. ਹਾਂਜੀ, ਇਹਨਾਂ ਦਾ ਜਿਹੜਾ ਹਨ ਉਹਨਾਂ ਦਾ ਜਿਹੜਾ ਸੁਧਾਰਾ ਜਾਂ ਕੀ ਵਜ਼ੀਰਾਬਾਦ ਜਿਹੜਾ ਸ਼ਹਿਰ ਹੈ ਉਹਦੇ ਕੋਲ ਇਹਨਾਂ ਦਾ ਘਰ ਸੀਗਾ, ਸਿਆਲਕੋਟ ਦੇ ਵਿੱਚ. ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਆ ਗਏ. ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਕੋਲ ਆਏ. ਜਦੋਂ ਅਨੰਦਪੁਰ ਦਾ ਜੰਗ ਹੋ ਰਿਹਾ ਹੈ ਨਾ, ਉਹਦੇ ਵਿੱਚ ਇਹਨਾਂ ਨੂੰ ਗੁਰੂ ਮਹਾਰਾਜ ਨੇ ਮਸ਼ਕੀ ਦੇ ਦਿੱਤੀ ਵੀ ਤੂੰ ਪਾਣੀ ਪਿਲਾਈ, ਵੀ ਪਾਣੀ ਦੀ ਸੇਵਾ ਕਰੀ ਜੰਗ ਦੇ ਵਿੱਚ. ਨਾ ਜੰਗ ਦੇ ਵਿੱਚ nobody want to do ਸੇਵਾ, because arrows are coming, the bombs are coming, the bullets are coming. Who want to do ਸੇਵਾ inside there? The bullets may kill you, right? So ਕੀ ਹੁੰਦਾ ਹੈ ਨਾ, ਇਹ ਵਿਚਾਰਾ ਲੈ ਕੇ ਮਸ਼ਕੀ, ਇਹਨੂੰ ਕੋਈ ਪਰਵਾਹ ਨਹੀਂ ਮੌਤ ਦੀ. ਗੁਰੂ ਦਾ ਹੁਕਮ ਮੰਨਿਆ, ਇਹ ਪਾਣੀ ਪਿਲਾਉਣ ਲੱਗ ਗਿਆ ਸਾਰਿਆਂ ਨੂੰ. ਜਿੱਥੇ ਇਹ ਨਾ obviously ਭਾਈ ਕਨਈਆ is a Sikh who wants to help the Sikh warriors, right? ਪਰ ਇਹਨੇ ਜੋ ਪਾਣੀ ਪਿਲਾਉਣਾ, ਜਦੋਂ ਕੋਈ ਮੁਗਲ ਡਿੱਗ ਪੈਂਦਾ ਹੈ ਉਹਨੂੰ ਵੀ ਪਾਣੀ ਪਿਲਾ ਦਿੰਦਾ. ਉਹ ਅੱਧਾ ਮਰਿਆ ਹੁੰਦਾ, ਡਿੱਗਿਆ ਹੁੰਦਾ ਹੈ, ਉਹਨੂੰ ਪਾਣੀ ਪਿਲਾ ਕੇ ਉਹ ਫਿਰ ਖੜ ਜਾਂਦਾ ਹੈ, ਫਿਰ ਜਾ ਕੇ ਸਿੱਖਾਂ ਨਾਲ ਲੜਦਾ ਹੈ. ਇਸ ਤਰ੍ਹਾਂ ਕਰਦਿਆਂ ਹੋਇਆਂ ਸਿੱਖਾਂ ਨੇ ਆਬਜ਼ਰਵ ਕੀਤਾ, ਕਹਿੰਦੇ ਇਹ ਤਾਂ ਟ੍ਰੇਟਰ ਆ, ਇਹ ਸਾਨੂੰ ਪਾਣੀ ਪਿਲਾਉਂਦਾ, ਨਾਲ ਉਹਨਾਂ ਨੂੰ ਵੀ ਪਾਣੀ ਪਿਲਾਈ ਜਾਂਦਾ. ਜਿਨ੍ਹਾਂ ਨੂੰ ਅਸੀਂ ਡੇਗਦੇ ਹਾਂ ਕੁੱਟ ਮਾਰ ਕੇ, ਉਹ ਫਿਰ ਖੜੇ ਹੋ ਜਾਂਦੇ ਨੇ. ਉਹਨਾਂ ਨੇ ਜਿਹੜਾ ਜਾਣਿਆ ਕਿ ਇਹ ਟ੍ਰੇਟਰ ਹੈ, ਇਹਨੇ ਜਿਹੜਾ ਹਨ ਇਹ ਜਿਹੜਾ ਹੈ ਵੀ ਉਹ ਜਿਹੜਾ ਦੂਜੇ ਪਾਸੇ ਨਾਲ ਰਲਿਆ ਹੋਣਾ, ਉੱਥੋਂ ਪੈਸੇ ਲਏ ਹੋਣੇ ਨੇ. ਕੀ ਹੋਇਆ, ਭਾਈ ਕਨਈਆ ਦੇ ਹੱਥ ਪੈਰ ਬੰਨ੍ਹ ਕੇ ਨਾ ਗੁਰੂ ਗੋਬਿੰਦ ਸਿੰਘ ਕੋਲ ਲੈ ਕੇ ਆਏ. ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਪੁੱਛਿਆ ਭਾਈ ਕਨਈਆ ਨੂੰ, ਕਹਿੰਦੇ ਕਨਈਆ ਤੂੰ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ? ਕਹਿੰਦੇ ਸਿੱਖ ਕਹਿੰਦੇ ਆ ਤੂੰ ਦੁਸ਼ਮਣਾਂ ਨੂੰ ਪਾਣੀ ਪਿਲਾ ਰਿਹਾ ਹੈ. ਭਾਈ ਕਨਈਆ ਨੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਮੈਂ ਤਾਂ ਤੁਹਾਨੂੰ ਹੀ ਪਾਣੀ ਪਿਲਾਉਂਦਾ, ਮੈਂ ਤਾਂ ਕਿਸੇ ਹੋਰ ਨੂੰ ਪਿਲਾਉਂਦਾ ਹੀ ਨਹੀਂ. ਮਹਾਰਾਜ ਕਹਿੰਦੇ ਕਿਵੇਂ? ਕਹਿੰਦਾ ਜਿੱਥੇ ਮੈਂ ਦੇਖਦਾ ਮੈਨੂੰ ਗੁਰੂ ਗੋਬਿੰਦ ਸਿੰਘ ਦਿਖਾਈ ਦੇ ਰਿਹਾ, ਮੈਂ ਤਾਂ ਤੁਹਾਨੂੰ ਪਾਣੀ ਪਿਲਾ ਰਿਹਾ, ਮੈਨੂੰ ਕੋਈ ਦੁਸ਼ਮਣ ਨਹੀਂ ਮੈਂ ਪਾਣੀ ਪਿਲਾਇਆ, ਮੈਂ ਤਾਂ ਤੁਹਾਨੂੰ ਪਿਲਾ ਰਿਹਾ. ਮਹਾਰਾਜ ਨੇ ਗਲਵਖੜੀ ਵਿੱਚ ਲੈ ਲਿਆ, ਜੱਫੀ ਪਾ ਲਈ ਉਸਨੂੰ. ਕਹਿੰਦੇ ਕਨਈਆ ਤੂੰ ਸਿੱਖੀ ਸਮਝੀ ਹੈ. ਨਾਓ ਜਸਟ ਇਮੇਜਿਨ ਦਿਸ, Guru Gobind Singh is saying this and he is being attacked by the Mughals. Mughals supposed to be his enemies, you know, who is coming to attack him. Yet Guru Gobind Singh is giving an honor to Bhai Kanhaiya for serving them. And Bhai Kanhaiya Guru Gobind Singh ਨੂੰ ਦੁਸ਼ਮਣਾਂ ਦੇ ਵਿੱਚ ਵੀ ਦੇਖ ਰਿਹਾ ਹੈ. You can imagine the avastha that Maharaj has given to the Sikhs. ਕਿੱਡੀ ਵੱਡੀ ਇਹ ਅਵਸਥਾ ਹੈ. ਤੇ ਮਹਾਰਾਜ ਨੇ ਕੋਲੋਂ ਮੱਲਮ ਪੱਟੀ ਵੀ ਦੇਤੀ, ਕਹਿੰਦੇ ਮੈਂ ਜਿਹੜਾ ਹਨ ਜਦੋਂ ਮੈਨੂੰ ਜਿਹੜਾ ਕੋਈ ਫੱਟ ਲੱਗਦਾ ਕੋਈ ਉਹਨਾਂ ਤੋਂ ਮੱਲਮ ਪੱਟੀ ਵੀ ਕਰ ਦਿਆ ਕਰ. ਗੁਰੂ ਮਹਾਰਾਜ ਕਿਸੇ ਦੇ ਦੁਸ਼ਮਣ ਨਹੀਂ ਹੈ, ਮਹਾਰਾਜ ਦਾ ਸਾਰਿਆਂ ਦਾ ਭਲਾ ਕਰਨ ਵਾਲੇ. ਓਕੇ, ਨਾਓ ਵੀ ਕਮ ਟੂ ਵਿਸ਼ਾ ਤੇ ਭਰੋਸਾ. ਵਿਸ਼ਾ ਕੀ ਹੈ? ਟਰਸਟ. ਭਰੋਸਾ ਹੈ ਫੇਥ. ਨਾਓ ਇਹ ਜਿਹੜਾ ਹੈ
एक कंप्लीट ट्रस्ट एंड फेथ आपां किहदे ते रखना है? गुरु ते। भावें कोई भी चैलेंजेस आवे जिंदगी दे विच, दैट्स वन थिंग यू मस्ट ऑलवेज रिमेंबर। इमेजिन you are holding a rope and people are beating you. Maybe it's a rain and shine, or the wind comes, blow you here and there, but you're holding to one rope. And you must remember one thing: if you leave that rope, you're going to drop. So whatever comes around you, around your environment, whatever challenging, around an adverse environment that comes to you, only one thing you must remember: you must not let go the rope. This is what we call विश्वास ते भरोसा। गुरु दा भरोसा नहीं छड्डना, चाहे कोई भी दुख आ जावे, कोई भी सुख आ जावे, जो कुछ भी जिंदगी च होवे, गुरु दा पल्ला नहीं छड्डना। one day गुरु गोबिंद सिंह महाराज जी हजूर साहिब दे विच गोदावरी दे कंढे ते बैठे सीगे। महाराज दे हत्थ दे विच कुछ जिहड़े हन, महाराज ने कुछ पत्थर चके। महाराज वो पत्थर गोदावरी विच सट रहे ने एक एक करके, ते महाराज दे आले दुआले बहुत सिख सीगे। गुरु गोबिंद सिंह महाराज ने पूछा सिखां नूं एक क्वेश्चन, कहंदे गुरसिखो दसो, मैं पत्थर सिट रहा पानी दे विच, ये डुब रहे आ, किहड़ी गल करके डुब रहे आ? वाई दे आर ड्राउनिंग। हुण सिख कई साइंटिफिक दे पढ़े हुए सन, साइंस पढ़े हुए, फिजिक्स पढ़े हुए सन। हाँ जी, अपने वर्गे सियाणे सिख जिहड़े आपां बैठे हैं सारे वेरी इंटैलीजेंट सिक्स, नाइस सिक्स, लॉजिकल सिक्स। आपां कहंदे महाराज ये पत्थर ना, ये मैस इहदा भारा है, इहदा वेट भारा है, सो दैट्स वाई इट ड्राउन्स। वेरी सिंपल, एनीबॉडी कैन टेल यू। सारे उन्होंने वो कहा, सारे यही कहे कि हाँ महाराज यही गल है, पत्थर भारे डिगी जाते हैं, डुबे गए वो कि तरन के भारे ने। गुरु गोबिंद सिंह महाराज ने उस वेले ना भाई दया सिंह ने पूछा, कहते दया सिंह तू दस। भाई दया सिंह ना 5 प्यारिਆਂ ਵਿੱਚੋਂ ਉਹਦੇ ਅੱਖਾਂ 'ਚੋਂ अथरू आ गए नो। ही टोल गुरु गोबिंद सिंह महाराज, कहते महाराज ਮੈਨੂੰ नहीं पता पत्थर भारे ਹੁੰਦੇ ਨੇ ਜਾਂ ਇਹਨਾਂ ਦਾ ਮੈਸ ਵੱਡਾ ਹੁੰਦਾ ਹੈ ਜਾਂ वेट है, ਮੈਨੂੰ नहीं पता, पर ਮੈਨੂੰ एक गल का पता है, ਜਿਹੜਾ ਤੁਹਾਡੇ ਹੱਥ ਤੋਂ ਛੁੱਟ ਗਿਆ ਉਹ ਡੁੱਬ ਗਿਆ। ਸਿੰਪਲ। ਕਹਿੰਦੇ ਮੈਨੂੰ ਹੋਰ ਗੱਲਾਂ ਦਾ ਨਹੀਂ ਪਤਾ, whatever that goes out of your hand ਉਹ ਚੀਜ਼ ਡੁੱਬੇਗੀ ਡੁੱਬੇਗੀ, ਉਹਨੂੰ ਕੋਈ ਤਾਰ ਨਹੀਂ ਸਕਦਾ। This is how it is. See, the thing is, what are we holding to in our life? That is one question that we have to ask ourselves. अपना आसरा की है? And most of us अपना आसरा की है breath. आप ब्रेथ नूं अपना आसरा बना के बैठे। डू यू नो व्हेन यू ब्लो योर ब्रेथ आउट इट गोज 12 fingers of your nose, then you breathe in again, you bring in the same breath again, it comes, you come to life. When you let go you are dead. हम आदमी हाँ एक दमी दे आदमी हाँ। So suddenly the breath that you have blown out never come back, you are gone. So our asra is what? Pavan. ਆਪਾਂ ਹਵਾ ਦੇ ਆਸਰੇ ਜਿਉ ਰਹੇ ਹਾਂ ਭਾਈ। ਇਫ ਦਿਸ ਇਜ਼ ਵਾਟ ਯੂ ਕਾਲ ਲਾਈਫ, ਬਟ ਲਾਈਫ ਇਜ਼ ਮੋਰ ਦੈਨ ਦਿਸ। ਆਸਰਾ ਆਪਾਂ ਗੁਰੂ ਨੂੰ ਬਣਾਉਣਾ ਹੈ। ਐਂਡ ਦੈਨ ਦ ਬਿਊਟੀਫੁਲ ਪਾਰਟ ਹੈ, ਦੁਨੀਆ ਰੱਬ ਨੂੰ ਲੱਭਦੀ ਹੈ ਨਾ। ਵਰਲਡ ਇਜ਼ ਸਰਚਿੰਗ ਫॉर ਗॉड, ਐਵਰੀਬਾਡੀ ਸੇਜ਼ ਵੈਸ ਗॉड, ਵੈਸ गॉड, ਵੈਸ गॉड। ਤੁਹਾਡੇ ਕੋਲ ਰੱਬ ਪ੍ਰਤੱਖ ਬੈਠਾ। ਯੂ ਗੋਟ ਅ ਫਿਜ਼ੀਕਲ ਫਾਰਮ ਆਫ ਗॉड, गॉड ਹਿਮਸੈਲਫ। ਗੁਰੂ ਨਾਨਕ गॉड ਹੈ, ਗੁਰੂ ਗੋਬਿੰਦ ਸਿੰਘ गॉड ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ गॉड ਹੈ। ਤੁਸੀਂ ਰੱਬ ਨੂੰ ਕਿੱਥੇ ਲੱਭਦੇ ਹੋ? Now what you have to do is serve him. You don't have to search for him, you just have to serve him. ਕਿੰਨੀ ਸੌਖੀ ਗੱਲ ਕਰਤੀ ਭਾਈ। So this is the process. ਹੁਣ ਮਹਾਰਾਜ ਬਾਣੀ ਚ ਕਹਿੰਦੇ ਜੋ ਮੰਗੋ ਸੋਈ ਪਾਵੋ। ਪਾਤਸ਼ਾਹ ਜੀ ਮੈਂ ਜੋ ਮੰਗਦਾ ਮੈਂ ਉਹੀ ਪਾਉਣਾ ਹੈ। ਆਪਣੇ ਖਸਮ ਭਰੋਸਾ। ਉਹਨੂੰ ਆਪਣੇ ਖਸਮ ਤੇ ਭਰੋਸਾ ਹੈ। ਮੈਨੂੰ ਜੋ ਦੇਗਾ ਠੀਕ ਦੇਗਾ। Now there comes a ਸਾਖੀ of ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਵਾਸ ਇਨ ਆਗਰਾ। ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਬਣੇ ਨਾ, ਭਾਈ ਗੁਰਦਾਸ ਜੀ ਫਰੋਮ ਆਗਰਾ ਸੰਗਤ ਨੂੰ ਲੈ ਕੇ ਅੰਮ੍ਰਿਤਸਰ ਆ ਰਹੇ ਸਨ। ਰਸਤੇ ਦੇ ਵਿੱਚ ਬਿਆਸਾ ਆ ਗਈ। ਭਾਈ ਗੁਰਦਾਸ ਨੇ ਉਹ ਬਿਆਸਾ ਨਦੀ ਨੂੰ ਕ੍ਰੋਸ ਕਰਨ ਵਾਸਤੇ ਉੱਥੇ ਖੜੇ ਹਨ ਕੰਢੇ ਤੇ, ਵੀ ਇਹਨੂੰ ਕ੍ਰੋਸ ਕਰਨਾ ਹੈ। ਬਟ what happened was at that time ਉਹ ਈਵਨਿੰਗ ਹੋ ਗਿਆ ਸੀਗਾ, ਲੇਟ ਹੋ ਗਿਆ ਸੀ। ਜੋ the boats which usually are there to cross people around, ਉਹ ਬੋਟ ਜਿਹੜੇ ਸੀਗੇ ਉੱਥੇ ਹੈ ਨਹੀਂ ਸੀਗੇ, ਸਾਰੇ ਘਰ ਨੂੰ ਮੁੜ ਗਏ। ਰਾਤ ਪੈਣ ਵਾਲੀ ਹੋ ਗਈ ਤੇ ਬਿਆਸਾ ਨਦੀ ਵਾਸ ਵੈਰੀ ਹਾਈ ਐਟ ਦੈਟ ਟਾਈਮ, ਹਾਈ ਟਾਈਡ ਸੀਗਾ ਉਦੋਂ, ਬਹੁਤ ਹਾਈ ਚੱਲ ਰਹੀ ਸੀਗੀ। ਸੋ ਸਿੱਖ ਕਹਿਣ ਲੱਗੇ ਵੀ ਭਾਈ ਗੁਰਦਾਸ ਜੀ ਸੋਚਣ ਲੱਗੇ ਹੁਣ ਵੀ ਹੈਵ ਟੂ ਸਟੇ ਅ ਨਾਈਟ ਹੀਅਰ, ਵੀ ਭਲਕੇ ਆਪਾਂ ਕ੍ਰੋਸ ਕਰਾਂਗੇ। ਉੱਥੇ ਇੱਕ ਸਿੱਖ ਗੁਰਬਾਣੀ ਪੜ੍ਹ ਰਿਹਾ ਸੀ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਇਹ ਸ਼ਬਦ ਪੜਿਆ, ਭਾਈ ਗੁਰਦਾਸ ਦੇ ਮਨ ਚੋਂ ਕਲਿੱਕ ਹੋ ਗਿਆ।
ਕਹਿੰਦਾ ਗੁਰ ਕਾ ਬਚਨ ਬਸੇ ਜੀ ਨਾਲੇ, ਗੁਰੂ ਦਾ ਬਚਨ ਤਾਂ ਆਪਣੇ ਜੀ ਨਾਲ ਰਹਿੰਦਾ ਹੈ, ਆਪਣੇ ਆਪ ਜਿਹੜਾ ਆਪਣਾ ਰੀਅਲ ਸੈਲਫ ਨਾ ਉਹਦੇ ਨਾਲ ਰਹਿੰਦਾ ਹੈ। ਜਲ ਨਹੀਂ ਡੁੱਬਾ, ਕਹਿੰਦੇ ਕਿ ਜਲ 'ਚ ਤਾਂ ਡੁੱਬੇ ਨਹੀਂ ਸਕਦੇ। ਭਾਈ ਗੁਰਦਾਸ ਜੀ ਕਹਿੰਦੇ ਚਲੋ ਗੁਰਬਾਣੀ ਤੇ ਭਰੋਸਾ, ਕਹਿੰਦਾ ਮਹਾਰਾਜ ਹਮੇਸ਼ਾ ਕਹਿੰਦੇ ਆਪਾਂ ਭਰੋਸਾ ਨਹੀਂ ਕਰਦੇ, ਲੈਟਸ ਵਾਕ ਔਨ ਬਿਆਸ, ਕਿਉਂਕਿ ਜਲ ਨਹੀਂ ਡੁੱਬਾ ਤਸਕਰ ਨਹੀਂ ਲੈਵੇ, ਤਸਕਰ ਵਿੱਚ ਚੋਰ, ਚੋਰ ਉਹਨੂੰ ਚੁਰਾ ਨਹੀਂ ਸਕਦੇ, ਜਲ ਪਾਣੀ ਉਹਨੂੰ ਡੋਬ ਨਹੀਂ ਸਕਦਾ, ਡਰਾਉਨ ਨਹੀਂ ਕਰ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਚਲੋ ਗੁਰੂ ਮਹਾਰਾਜ ਦਾ ਨਾਮ ਲੈ ਕੇ ਵੀ ਵਾਕ ਔਨ ਬਿਆਸਾ। ਨਾਓ ਐਟ ਦੈਟ ਟਾਈਮ ਵਾਟ ਹੈਪਨ ਇਜ਼, ਕੀ ਹੁੰਦਾ, ਉਹ ਚੜੀ ਹੋਈ ਹੈ ਨਾ ਨਦੀ, ਨਾਓ ਯੂ ਆਰ ਗੋਇੰਗ ਟੂ ਸਟੈਪ ਇਨ, ਡੂ ਯੂ ਹੈਵ ਦ ਭਰੋਸਾ, ਦੈਟ ਇਜ਼ ਵਾਟ ਯੂ ਕਾਲ ਭਰੋਸਾ। ਸੋ ਭਾਈ ਗੁਰਦਾਸ ਜੀ ਮੂਹਰੇ ਲਾ ਕੇ ਉਹਨਾਂ ਨੇ ਆਪਣਾ ਪੈਰ ਰੱਖਿਆ, ਦ ਬਿਆਸਾ ਵੈਂਟ ਡਾਊਨ ਇਮੀਡੀਏਟਲੀ। ਤੁਸੀਂ ਮੋਸਸ ਦੀ ਕਹਾਣੀ ਸੁਣੀ ਆ, ਮੋਸਸ ਕਹਿੰਦੇ ਉਹ ਸਮੁੰਦਰ ਪਾਸੇ ਤੋਂ ਹੋ ਗਿਆ ਸੀਗਾ, ਭਾਈ ਹਾਂਜੀ ਹਾਂ 10 ਕਮਾਂਡਮੈਂਟਸ, ਸੋ ਉਹ ਪਾਸੇ ਹੋ ਗਿਆ ਸੀ, ਭਾਈ ਗੁਰਦਾਸ ਨੇ ਵੀ ਕਰਤਾ, ਕਿਉਂਕਿ ਗੁਰੂ ਦੇ ਸ਼ਬਦ ਦੇ ਵਿੱਚ ਭਰੋਸਾ। ਐਂਡ ਦਿਸ ਸੇਮ ਸ਼ਬਦ ਵੀ ਆਰ ਰੀਡਿੰਗ ਟੁਡੇ, ਯੂ ਨੋ, it's not that the shabd was different at that time, we are reading the same shabd today. You want to do it, you can do it today. You want to practice it, you can do it today. You want to try it, go and try it today, you can do it. ਫੇਰ ਕੀ ਹੈ, ਮਹਾਰਾਜਾ ਰਣਜੀਤ ਸਿੰਘ ਅਟਕ ਦਰਿਆ ਅੱਡਾ ਚੜਿਆ ਹੋਇਆ, ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲੇ ਨਾਲ ਹੈ, ਜਿਹੜਾ ਹਨ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਇਹਨੂੰ ਕ੍ਰੋਸ ਕਿਵੇਂ ਕਰਨਾ, ਅਟਕ, ਅਟਕ ਵੀ ਕਹਿੰਦੇ ਨਾ ਉਹਨੂੰ, ਅਟਕ ਦੀ ਜਿਹੜੀ ਸਪੈਲਿੰਗ ਅਟਕ ਹੁੰਦੀ ਹੈ, ਉਹ ਕਾਬੁਲ ਜਿਹੜਾ ਹਨ ਅਫਗਾਨਿਸਤਾਨ ਨੂੰ ਜਾਣ ਨੂੰ। ਸੋ ਕਹਿੰਦੇ ਵੀ ਉਹ ਕ੍ਰੋਸ ਗਿਆ, ਉਹਦੇ ਵਿੱਚ ਆਗੇ ਸਾਰੀਆਂ ਫੌਜਾਂ ਕਰੀਆਂ, ਸਿੱਖ ਫੌਜਾਂ, ਕਿਉਂਕਿ ਅੱਧੀ ਫੌਜ ਉੱਥੇ ਜਾ ਰਹੀ ਸੀ, ਉਹ ਲੜ ਰਹੇ ਸਨ, ਐਂਡ ਦੇ ਨੀਡ ਮੋਰ ਇਨਫੈਂਟਰੀ, ਉਦੋਂ ਉਹਨਾਂ ਨੂੰ ਲੋੜ ਸੀਗੀ ਤੇ ਉੱਥੇ ਜਾ ਨਹੀਂ ਸਕਦੇ, ਬਹੁਤ ਚੜਿਆ ਹੋਇਆ ਅਟਕ ਦਰਿਆ। ਉਸ ਵੇਲੇ ਬਾਬਾ ਵੀਰ ਸਿੰਘ ਨੇ ਕਿਹਾ, ਰਣਜੀਤ ਸਿੰਘ ਗੁਰੂ ਤੇ ਭਰੋਸਾ ਨਹੀਂ ਤੈਨੂੰ, ਕਿ ਕਹਿੰਦਾ ਭਰੋਸਾ ਤਾਂ ਹੈਗਾ ਪਰ ਹੁਣ ਕੀ ਕਰੀਏ। ਬਾਬਾ ਵੀਰ ਸਿੰਘ ਕਹਿੰਦੇ ਅਰਦਾਸ ਕਰੀਏ। ਬਾਬਾ ਵੀਰ ਸਿੰਘ ਨੇ ਖੜ ਕੇ ਨਾ ਅਰਦਾਸ ਕੀਤੀ, ਕਹਿੰਦੇ ਕਲਗੀਧਰ ਪਾਤਸ਼ਾਹ ਕਿਰਪਾ ਕਰ ਦਿਓ। ਹੁਣ ਰਣਜੀਤ ਸਿੰਘ ਨੂੰ ਕਿਹਾ ਵੜ ਜਾ ਹੁਣ ਅੰਦਰ। ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਘੋੜਾ ਵਿੱਚ ਵਾੜਿਆ, ਅਟਕ ਦਰਿਆ ਆਏ ਹੋ ਗਿਆ, ਪਾਸੇ ਹੋ ਗਿਆ ਸਾਰਾ ਪਾਣੀ, ਸਾਰੀ ਫੌਜ ਲੰਘ ਗਈ। ਇਹ ਆ ਗੁਰੂ ਦੀ ਬਾਣੀ। ਤੇ ਉਹਨੂੰ ਕ੍ਰੋਸ ਕਰਕੇ ਫਿਰ ਗੋਬਿੰਦਵਾਲ ਸਾਹਿਬ ਇੱਕ ਰਾਤ ਰਹਿ ਕੇ ਭਾਈ ਗੁਰਦਾਸ ਜੀ ਅੰਮ੍ਰਿਤਸਰ ਪਹੁੰਚਦੇ। ਨਾਓ ਭਰੋਸੇ ਦੀ ਗੱਲ ਜਿਹੜੀ ਆ ਨਾ, ਇਹ ਤਾਂ ਭਰੋਸਾ ਸੀ। ਹੁਣ ਅਗਲਾ ਕੀ ਹੈ, ਨਾਮ। ਨਾਮ ਦੀ ਲੋੜ ਹੈ ਆਪਾਂ ਨੂੰ, ਆਪਾਂ ਗੁਰੂ ਤੋਂ ਸਿਰਫ ਨਾਮ ਮੰਗਣਾ ਹੈ, ਪਾਤਸ਼ਾਹ ਜੀ ਨਾਮ ਬਖਸ਼ ਦਿਓ, ਕਿਉਂਕਿ ਨਾਮ ਤੇ ਨਾਮੀ, ਨਾਮੀ ਮਿਸ ਪਰਮਾਤਮਾ, ਕੋਈ ਫਰਕ ਨਹੀਂ ਹੈ। ਗੁਰੂ ਨਾਨਕ ਐਂਡ ਗੁਰੂ ਨਾਨਕ ਫਿਜ਼ੀਕਲ ਫਾਰਮ, ਉਹਨਾਂ ਦਾ ਨਾਂ ਗੁਰੂ ਨਾਨਕ ਤੇ ਗੁਰੂ ਨਾਨਕ ਦਾ ਫਿਜ਼ੀਕਲ ਫਾਰਮ ਗੋਟ ਨੋ ਡਿਫਰੈਂਸ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਦਾ ਨਾਮ ਤੇ ਉਹਨਾਂ ਦਾ ਫਿਜ਼ੀਕਲ ਫਾਰਮ ਨੋ ਡਿਫਰੈਂਸ, ਦੋਵੇਂ ਨਾਮ ਤੇ ਨਾਮੀ ਇੱਕ ਹਨ। ਸੋ ਫਿਰ ਕਹਿੰਦੇ ਐਸਾ ਹੈ ਗੁਰਬਾਣੀ ਜਿਹੜੀ ਹੈ ਨਾਮ ਰੂਪ ਹੈ। ਕਹਿੰਦੇ ਇਹ ਜਿਹੜਾ ਹਨ ਭਰੋਸਾ ਤੇ ਫੇਥ ਰੱਖਣਾ ਬਹੁਤ ਜ਼ਰੂਰੀ ਆ ਨਾਮ ਤੇ ਵੀ, ਨਾਮ ਹੀ ਸਭ ਕੁਝ ਹੈ। ਮਹਾਰਾਜ ਕਹਿੰਦੇ ਨਾਨਕ ਦੀਜੈ ਨਾਮ ਦਾਨ ਰਾਖੋ ਹੀਏ ਪਰੋਏ, ਪਾਤਸ਼ਾਹ ਜੀ ਮੈਨੂੰ ਨਾਮ ਦਾ ਦਾਨ ਦੇ ਦੇ, ਮੈਂ ਆਪਣੇ ਹੀਰੇ ਵਿੱਚ, ਆਪਣੇ ਦਿਲ ਦੇ ਵਿੱਚ ਉਹਨੂੰ ਪਰੋ ਕੇ ਰੱਖਾਂ, ਜਿਵੇਂ ਮਾਲਾ ਬਣਦੀ ਹੈ ਮਣਕਿਆਂ ਨੂੰ ਪਰੋ ਕੇ। ਤੋ ਇੱਥੇ ਜਿਹੜਾ ਇੱਕ ਸਾਖੀ ਜਿਹੜਾ ਹਨ, ਉਹ ਸਾਖੀ ਜਿਹੜਾ ਹਨ ਆਉਂਦੀ ਹੈ, ਪਰ ਉਸ ਤੋਂ ਪਹਿਲਾਂ ਕਹਿੰਦੇ ਨਾਮ ਤੋਂ ਮਿਲਦਾ ਕੀ ਹੈ, ਵਾਟ ਡੂ ਯੂ ਗੈਟ ਆਊਟ ਆਫ ਨਾਮ। ਨਾਮ ਦਾਨ ਦੇ ਜਨ ਆਪਣੇ, ਕਹਿੰਦੇ ਪਰਮਾਤਮਾ ਆਪਣੇ ਜਨਾਂ ਨੂੰ, ਆਪਣੇ ਪਿਆਰਿਆਂ ਨੂੰ ਨਾਮ ਦਿੰਦਾ ਹੈ, ਦੁੱਖ ਦਰਦ ਕਾ ਹੰਤਾ। ਕਿਉਂਕਿ ਦੁੱਖ ਤੇ ਦਰਦ, ਦੁੱਖ ਜਿਹੜੇ ਦੁੱਖ ਨੇ, ਪੇਨਸ ਨੇ, ਉਹ ਸਾਰੇ ਜਿਹੜੇ ਦਰਦ ਨੇ, ਜਿਹੜੀਆਂ ਬਿਮਾਰੀਆਂ ਨੇ, ਜਿਹੜੀਆਂ ਆਦੀਆਂ ਵਿਆਧੀਆਂ ਉਪਾਧੀਆਂ ਨੇ, ਇਹ ਸਾਰੀਆਂ ਮੁੱਕ ਜਾਂਦੀਆਂ। ਨਾਮ ਦਾਰੂ ਹੈ, ਸਰਬ ਰੋਗ ਕਾ ਔਖਦ ਨਾਮ, ਨਾਮ ਸਾਰੀਆਂ ਬਿਮਾਰੀਆਂ ਦੀ ਦਵਾਈ ਹੈ। It's one medicine that can cure every disease in the world. So that's why ਜਿੱਥੇ ਵੀ ਨਾਮ ਜਪਿਆ ਜਾਂਦਾ, ਉਹ এনवायरमेंट ਦੇ ਵਿੱਚ ਵੀ ਜਿਹੜਾ ਹਨ ਸਵੱਛਪਣਾ ਆ ਜਾਂਦਾ ਹੈ, ਉਹ এনवायरमेंट ਵੀ ਠੀਕ ਹੋ ਜਾਂਦਾ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ, ਨਾਮ ਜਪਿਆ ਜਾਂਦਾ ਹੈ। ਸੋ ਇਸ ਕਰਕੇ ਹੁਣ ਇੱਥੇ ਆਪਾਂ ਭਾਈ ਗੋਂਦੇ ਜੀ ਦੀ ਸਾਖੀ ਲੈਣੀ। ਭਾਈ ਗੋਂਦਾ ਜੀ ਗੁਰੂ ਹਰ ਰਾਏ ਸਾਹਿਬ ਜੀ ਦਾ ਸਿੱਖ ਹੈ, ਤੇ ਇਹ ਜਿਹੜਾ ਹੈ ਗੁਰੂ ਮਹਾਰਾਜ ਦਾ ਬਹੁਤ ਪਿਆਰਾ। ਇਹ ਕਿਰਤਪੁਰ ਵਿੱਚ ਰਹਿੰਦਾ ਸੀਗਾ ਤੇ ਹਰ ਰੋਜ਼ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰਦਾ ਸੀ। ਸੋ ਐਵਰੀ ਡੇ ਮਹਾਰਾਜ ਦੇ ਦਰਸ਼ਨ ਕਰਨੇ। ਕੀ ਹੋਇਆ, ਇੱਕ ਵਾਰ ਮਹਾਰਾਜ ਨੇ ਇਹਨੂੰ ਹੁਕਮ ਕੀਤਾ ਕਿ ਤੂੰ ਕਾਬੁਲ ਚਲਿਆ ਜਾ, ਉੱਥੇ ਜਾ ਕੇ ਪ੍ਰਚਾਰ ਕਰ, ਧਰਮਸ਼ਾਲਾ ਬਣਾ। ਭਾਈ ਗੋਂਦਾ ਜੀ ਕਹਿੰਦੇ ਮਹਾਰਾਜ ਮੈਂ ਤਾਂ ਤੁਹਾਡੇ ਚਰਨਾਂ ਦਾ ਜਿਹੜਾ ਹਾਂ ਪਿਆਰਾ ਹਾਂ, ਮੈਂ ਤਾਂ ਹਮੇਸ਼ਾ ਤੁਹਾਡੇ ਚਰਨਾਂ ਤੇ ਮੱਥਾ ਟੇਕ ਕੇ ਜਿਉਂਦਾ ਹਾਂ, ਮੈਂ ਚਲਿਆ ਗਿਆ ਫਿਰ ਤੁਹਾਡੇ ਦਰਸ਼ਨ ਨਹੀਂ ਹੋਣਗੇ। ਮਹਾਰਾਜ ਕਹਿੰਦੇ ਉੱਥੇ ਵੀ ਤੈਨੂੰ ਦਰਸ਼ਨ ਦਿਆ ਕਰਾਂਗੇ। ਕੀ ਹੋਇਆ, ਧਿਆਨ ਵਿਖੇ ਗੁਰ ਕੇ ਵਿਖ ਨਿਜ ਹਾਥ। ਕਹਿਣਗੇ ਕੀ ਹੁੰਦਾ ਹੈ ਨਾ,
ਭਾਈ ਗੋਂਦਾ ਜੀ ਇੱਕ ਦਿਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਨੇ ਕੀ ਕੀਤਾ, ਧਿਆਨ ਜੋੜ ਲਿਆ। ਬਾਣੀ ਪੜ੍ਹਦੇ 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 ਉਹਦਾ ਧਿਆਨ ਕਿੱਥੇ ਚੱਕ ਗਿਆ, ਗੁਰੂ ਮਹਾਰਾਜ ਦੇ ਚਰਨਾਂ ਵਿੱਚ। ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੋ ਧਿਆਨ ਲੱਗਿਆ ਨਾ, ਉਹ ਉੱਥੇ ਹੀ ਟਿਕ ਗਿਆ। ਉਹਨੇ ਧਿਆਨ ਦੇ ਵਿੱਚ ਜਾ ਕੇ ਗੁਰੂ ਹਰਿਰਾਏ ਸਾਹਿਬ ਦੇ ਚਰਨ ਪਕੜ ਲਏ। He hold ਗੁਰੂ ਹਰਿਰਾਏ ਸਾਹਿਬ ਜੀ ਚਰਨ with his concentration। ਉਹਨੇ ਮਹਾਰਾਜ ਦੇ ਚਰਨ ਪਕੜ ਲਏ ਤੇ ਪਕੜ ਕੇ ਰੱਖੇ। ਉਧਰ ਗੁਰੂ ਹਰਿਰਾਏ ਸਾਹਿਬ ਜੀ ਬੈਠੇ ਸਨ ਸੰਗਤ ਦੇ ਵਿੱਚ, ਆਪਣੇ ਤਖਤ ਤੇ ਬੈਠੇ, ਸਾਰੀ ਸੰਗਤ ਬੈਠੀ। ਮਹਾਰਾਜ ਨੇ ਆਪਣੀਆਂ ਲੱਤਾਂ ਨਾ ਨੇੜੇ ਕਰਕੇ ਤੇ ਮਹਾਰਾਜ ਦੇ ਚਰਨ ਉਹਨੇ ਫੜ ਲਏ। ਮਹਾਰਾਜ ਜੀ ਆਏ ਬੈਠੇ, ਉਹਨੇ ਦੋਵੇਂ ਚਰਨ ਜਿਵੇਂ ਜੋੜ ਕੇ ਮਹਾਰਾਜ ਨੇ ਆਪਣੇ ਦੋਵੇਂ ਪੈਰ ਆਏ ਰੱਖੇ ਚਰਨ। ਸੋ ਕੀ ਹੋਇਆ, ਉਸ ਵੇਲੇ ਕਹਿੰਦੇ ਪੱਗ ਅਰਬਿੰਦ ਗਹੇ ਰਤ ਸਾਥ, ਆਪਣੇ ਪਿਆਰ ਦੇ ਨਾਲ ਗੁਰੂ ਮਹਾਰਾਜ ਦੇ ਚਰਨ ਪਕੜ ਲਏ। ਇਸ ਆਨੰਦ ਮੈਂ ਲੈ ਹੋਏ ਗਇਓ, ਕਹਿ ਲਗੇ ਆਪਣੇ, ਉਹ ਬਿਲਕੁਲ ਆਪਣੇ ਆਪ ਨੂੰ ਖੋ ਗਿਆ। He forgot himself, full concentration ਗੁਰੂ ਮਹਾਰਾਜ ਦੇ ਚਰਨ ਉਹਨੇ ਪਕੜ ਲਏ। ਕਹਿੰਦੇ ਨਿਰਵਿਕਲਪ ਸਮਾਧ ਠਇਓ, ਕਹਿ ਲਗੇ ਨਿਰਵਿਕਲਪ, no thoughts, nothing comes to him, ਬਸ ਉਹਨੇ ਮਹਾਰਾਜ ਦੇ ਚਰਨ ਪਕੜ ਲਏ। ਉਧਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਤਖਤ ਤੇ ਬੈਠੇ, ਆਸਾ ਦੀ ਵਾਰ ਦਾ ਭੋਗ ਪੈ ਗਿਆ। It was time for breakfast। ਮਹਾਰਾਜ ਨੂੰ ਸਿੱਖ ਕਹਿੰਦੇ ਬ੍ਰੇਕਫਾਸਟ ਛਕ ਲਓ। ਮਹਾਰਾਜ ਚੁੱਪ। ਸਮਾਂ ਲੰਘਿਆ, 2 ਘੰਟਾ ਹੋਇਆ, ਫਿਰ ਸੱਦਿਆ, ਫਿਰ ਮਹਾਰਾਜ didn't answer। lunch came, no, ਮਹਾਰਾਜ didn't get up। the whole day he sat on his throne। ਮਹਾਰਾਜ ਚਰਨ ਜੋੜ ਕੇ ਬੈਠੇ ਰਹੇ। ਸ਼ਾਮ ਨੂੰ ਹੋ ਗਈ, ਸ਼ਾਮ ਪੈ ਗਈ। It was only 48 minutes before sunset। ਉਦੋਂ ਮਹਾਰਾਜ ਜੀ ਨੇ ਆਪਣੇ ਚਰਨ ਜਿਹੜਾ ਹਨ ਖੁੱਲੇ ਕੀਤੇ ਤੇ ਮਹਾਰਾਜ ਜੀ ਖੜੇ ਹੋਏ। ਸਿੱਖਾਂ ਨੇ ਪੁੱਛਿਆ, ਪਾਤਸ਼ਾਹ ਜੀ ਕੀ ਹੋ ਗਿਆ, ਸਾਰਾ ਦਿਨ ਤੁਸੀਂ ਬੈਠੇ ਰਹੇ, ਲੰਗਰ ਵੀ ਨਹੀਂ ਛਕਿਆ। ਮਹਾਰਾਜ ਕਹਿਣ ਲੱਗੇ ਮੈਂ ਕੀ ਕਰਾਂ, ਮੇਰਾ ਸਿੱਖ ਗੋਂਦੇ ਨੇ ਮੇਰੇ ਚਰਨ ਪਕੜ ਲਏ ਸੀਗੇ, ਹੁਣ ਮੈਂ ਕਿਵੇਂ ਉੱਠ ਕੇ ਜਾਵਾਂ, ਮੈਂ ਕਿੱਥੇ ਜਾਵਾਂ, ਉਹਨੇ ਤਾਂ ਪਕੜ ਕੇ ਰੱਖੇ ਮੇਰੇ ਚਰਨ। ਉਧਰ ਭਾਈ ਗੋਂਦਾ ਜਦੋਂ ਉੱਠਿਆ ਉਦੋਂ ਮਹਾਰਾਜ ਜੀ ਉੱਠੇ। ਸੋ ਕੀ ਹੋਇਆ, ਕਾਬੁਲ ਦੀਆਂ ਸੰਗਤਾਂ ਨੇ ਇਹ ਗੱਲ ਨੋਟ ਕਰ ਲਈ ਵੀ ਕਿਹੜਾ ਦਿਨ ਸੀ, ਕਿਹੜਾ ਟਾਈਮ ਸੀਗਾ। ਇੱਧਰ ਇਹ ਸੰਗਤਾਂ ਨੇ ਵੀ ਲਿਖ ਲਿਆ, ਕਹਿੰਦੇ ਮਹਾਰਾਜ ਜੀ ਆਹ ਦਿਨ ਸਾਰਾ ਦਿਨ ਬੈਠੇ ਸੀ ਅੰਟਿਲ ਦਿਸ ਟਾਈਮ। ਜਦੋਂ ਕਾਬੁਲ ਦੀ ਸੰਗਤ ਵਾਪਸ ਆਈ ਨਾ ਕੀਰਤਪੁਰ ਸਾਹਿਬ, ਤਾਂ ਉਦੋਂ ਉਹਨਾਂ ਨੇ ਮੈਚ ਕੀਤਾ, ਕਹਿੰਦੇ ਠੀਕ ਆ ਭਾਈ ਗੋਂਦਾ ਵੀ ਨਹੀਂ ਉੱਠੇ ਸੀਗੇ ਉਦੋਂ, ਤੇ ਗੁਰੂ ਹਰਿਰਾਏ ਸਾਹਿਬ ਵੀ ਨਹੀਂ ਉੱਠੇ ਸੀ। ਦੇਖੋ ਕਹਿੰਦੇ ਦੋਨੋਂ ਚਰਨ ਇਕੱਤਰ ਕਰੇ, ਕਹਿੰਦੇ ਬੈਠ ਨਹੀਂ ਹਲਕੋ ਤਰੇ, ਕਹਿੰਦੇ ਕਿ ਮਹਾਰਾਜ ਜੀ ਹਿੱਲੇ ਵੀ ਨਹੀਂ, ਕਿਉਂਕਿ ਉਹਨਾਂ ਦੇ ਸੇਵਕ ਨੇ ਉਹਨਾਂ ਦੇ ਚਰਨ ਪਕੜ। ਦੇਖੋ ਇਹ ਆ ਸਿੱਖੀ। ਯੂ ਕੈਨ ਈਵਨ ਹੋਲਡ ਮਹਾਰਾਜ ਜੀ ਚਰਨ, ਯੂ ਨੋ that much of power you have, that much of love that Guru gives you। ਸੋ ਇਸ ਤਰ੍ਹਾਂ ਕਰਕੇ ਹੁਣ ਕਈ ਡੋਨੇਸ਼ਨ ਹਨ ਜਿਹੜੇ ਯੂਸਲੈਸ ਹੁੰਦੇ ਨੇ, ਕੀਤਿਆਂ ਹੋਇਆਂ ਵੀ ਨਾ ਕੀਤਿਆਂ ਵਰਗੇ ਹੁੰਦੇ ਨੇ। ਉਹ ਕਿਹੜੇ ਨੇ, ਰਾਜੇ ਧਰਮ ਜਿਹੜਾ ਹਨ, ਰਾਜੇ ਧਰਮ ਕਰਹਿ ਪਰਥਾਏ, ਕਹਿਣਗੇ ਰਾਜੇ ਜਿਹੜੇ ਨੇ ਉਹ ਕਰਮ ਕਰਦੇ ਨੇ, ਉਹ ਲੋਕਾਂ ਨੂੰ ਦਿਖਾਵਾ ਕਰਦੇ ਨੇ। they are doing for political reason, for self gain। ਕਹਿੰਦੇ ਆਸਾ ਬੰਦੇ ਦਾਨ ਕਰਾਏ। ਕਈ ਲੋਕ ਜਿਹੜੇ ਆਸਾ ਨੂੰ ਬੰਨ ਕੇ ਮੈਂ ਇਹ ਦਵਾਂਗਾ ਮੈਨੂੰ ਇਹ ਮਿਲੇਗਾ, ਮੈਂ ਇਹ ਦਵਾਂਗਾ ਮੈਨੂੰ ਇਹ ਮਿਲੇਗਾ, ਉਹਨੂੰ ਕਹਿੰਦੇ ਆਸਾ ਬੰਦੇ ਦਾਨ ਕਰਾਏ। ਫੇਰ ਕਹਿੰਦੇ ਕੀ ਹੁੰਦਾ ਹੈ, ਕਹਿੰਦੇ ਰਾਮ ਨਾਮ ਬਿਨ ਮੁਕਤ ਨਾ ਹੋਈ, ਪਰਮਾਤਮਾ ਦੇ ਨਾਮ ਤੋਂ ਬਗੈਰ ਮੁਕਤੀ ਤਾਂ ਨਹੀਂ ਹੋਣੀ। ਥੱਕੇ ਕਰਮ ਕਮਾਈ ਜਿਓ, ਕਮਾਈ ਹੈ, ਸੋ ਥਾਕੇ ਕਰਮ ਕਮਾਈ ਹੈ, ਕਹਿੰਦੇ ਉਹ ਕਰਮ ਕਰ ਕਰਕੇ ਥੱਕ ਜਾਂਦੇ, ਉਹਨਾਂ ਨੂੰ ਮੁਕਤੀ ਨਹੀਂ ਮਿਲਦੀ। ਤਾਂ ਹੀ ਇਸ ਕਰਕੇ ਰਾਜੇ ਨੇ ਨਾ, ਬਿਕੋਜ਼ ਦੇ ਗਿਵ ਚੈਰਿਟੀ ਟੂ ਗੇਨ ਮੋਰ, ਸੋ ਇਨ ਦ ਨੈਕਸਟ ਲਾਈਫ ਉਹਨਾਂ ਦੇ ਕਰਮ ਜਿਹੜੇ ਪਲੱਸ ਹੁੰਦੇ ਨੇ, ਉਹਨਾਂ ਨੂੰ ਮਾਇਆ ਜ਼ਿਆਦਾ ਮਿਲ ਜਾਂਦੀ ਹੈ। ਦੈਟਸ ਆਲ ਇਟ ਗੋਜ਼, ਇਟਸ ਜਸਟ ਅ ਯੂਨੀਵਰਸਲ ਲਾਅ। ਫਿਰ ਤੀਰਥ ਵਰਤ ਅਰਦਾਨ ਕਰ। ਹੁਣ ਲੋਕ ਕਈ ਤੀਰਥ ਕਰਦੇ ਨੇ, ਵਰਤ ਰੱਖਦੇ ਨੇ, ਫਾਸਟਿੰਗ ਕਰਦੇ ਨੇ, ਦਾਨ ਦਿੰਦੇ ਨੇ, ਮਨ ਮੈਂ ਧਰੇ ਗੁਮਾਨ, ਮਨ 'ਚ ਹੰਕਾਰ ਕਰਦੇ ਨੇ, ਮੈਂ ਇੰਨਾ ਦਾਨ ਦਿੱਤਾ, ਮੈਂ ਇੰਨੀ ਯਾਤਰਾ ਕੀਤੀ, ਮੈਂ ਇੰਨੇ ਫਾਸਟ ਰੱਖੇ, ਮੈਂ ਇਹ ਕੀਤਾ, ਮੈਂ ਉਹ ਕੀਤਾ। ਦੇ ਆਰ ਵੈਰੀ ਪ੍ਰਾਊਡ ਆਫ ਦੈਮਸੈਲਫ। ਕਹਿੰਦੇ ਨਾਨਕ ਨੇਫਲ ਜਾਤ ਤਹਿ ਜਿਉ ਕੁੰਚਰ ਇਸ਼ਨਾਨ। ਇਹ ਸੁਣਦੇ ਆ ਨਾ ਸ਼ਲੋਕ ਮਹਲਾ ਨਾਵਾਂ। ਕਹਿੰਦੇ ਮਹਾਰਾਜ ਕਹਿੰਦੇ ਜਿਵੇਂ ਹਾਥੀ ਨੂੰ ਤੁਸੀਂ ਨੁਹਾ ਦਿਓ, ਐਲੀਫੈਂਟ ਨੂੰ ਤੁਸੀਂ ਉਹਨੂੰ ਚੰਗੀ ਤਰ੍ਹਾਂ ਨੁਹਾ ਕੇ ਸਾਬਣ ਦੇ ਨਾਲ ਪਾਊਡਰ ਲਾ ਦਿਓ, ਉਹਨੇ ਚੱਕ ਕੇ ਸਾਰੀ ਮਿੱਟੀ ਫਿਰ ਉੱਤੇ ਪਾ ਲੈਣੀ ਹੈ। ਕਹਿੰਦੇ ਜਿਉਂ ਕੁੰਚਰ ਇਸ਼ਨਾਨ, ਕਹਿਣਗੇ ਉਹ ਕੀਤਾ ਹੋਇਆ ਵੀ ਇਸ ਯੂਸਲੈਸ। ਅੱਗੇ ਹੁਣ ਲਾਸਟ ਥਿੰਗ, 4 ਤਰ੍ਹਾਂ ਦੇ ਡੋਨਰਸ ਹੁੰਦੇ ਨੇ ਜਿਹੜੇ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਨੂੰ ਦੱਸੇ ਹਨ। ਮਹਾਰਾਜ ਨੇ ਦੇਖੋ ਇੱਕ ਪੰਕਤੀ ਹੈ, ਇਹ 2 ਲਾਈਨਾਂ ਦੇ ਵਿੱਚ ਗੁਰੂ ਮਹਾਰਾਜ ਨੇ ਸਮਝਾ ਦਿੱਤੇ 4 ਤਰ੍ਹਾਂ ਦੇ। ਮਹਾਰਾਜ ਕਹਿੰਦੇ ਸਤਿਆ ਮਨ ਸੰਤੋਖ ਉਪਜੈ ਦੇਨੇ ਕੇ ਵਿਚਾਰ, ਦੇ ਦੇ ਮੰਗਾ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਓਕੇ ਨਾ, ਆ ਲਾਈਨਾਂ ਨਾ ਤੁਸੀਂ ਸੁਣੀ ਆਸਾ ਦੀ ਵਾਰ ਦੇ ਵਿੱਚ ਨਾ, ਇਹਦੇ ਵਿੱਚ ਇਹਨੂੰ ਬ੍ਰੇਕ ਕਰ ਲਓ। ਸਤਿਆ ਮਨ ਸੰਤੋਖ ਉਪਜੇ, ਇੱਕ ਤਾਂ ਡੋਨਸ ਉਹ ਹੁੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਚਾਅ ਆਉਂਦਾ ਹੈ ਕਿ ਵੀ ਕੁਝ ਚੰਗਾ ਕਰੀਏ, ਉਹ ਸੱਤ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰਕੇ ਉਹ ਦਾਨ ਦਿੰਦੇ ਨੇ ਵੀ ਮੇਰੇ ਵਿੱਚ ਸੱਤ ਸੰਤੋਖ ਧਰਮ ਵਿਚਾਰ ਜਿਹੜਾ ਹਨ ਇਹ ਆ ਜਾਵੇ, ਮੇਰੇ 'ਚ ਚੰਗੇ ਗੁਣ ਆਉਣ। ਸੋ ਆਈ ਵਾਂਟ ਟੂ ਇੰਪਰੂਵ ਮਾਈ ਸੈਲਫ, ਯੂ ਨੋ, ਦੇ ਆਰ ਗਿਵਿੰਗ ਆਊਟ ਬਟ
देयर इंटेंशन इज नॉट टू गेन एनीथिंग। निष्कामता, ਉਹ ਨਿਸ਼ਕਾਮਤਾ ਵਿੱਚ ਦੰਦੇ ਨੇ, ਸਤਿਆ ਮਨ ਸੰਤੋਖ ਉਪਜੈ, ਜਿੰਨਾ ਉਹ ਦੰਦੇ ਨੇ ਉਨਾ ਉਹਨਾਂ ਨੂੰ ਸੰਤੋਖ ਆਉਂਦਾ ਹੈ ਨਾ। ਸੋ ਦੂਜੇ ਤਰ੍ਹਾਂ ਦੇ ਕੀ ਹੈ, ਦੇਣਾ ਕਹਿ ਵਿਚਾਰ, ਕਈ ਬੰਦੇ ਜਿਹੜੇ ਸੋਚਦੇ ਹੀ ਰਹਿੰਦੇ ਮੈਂ ਦੇਣਾ ਮੈਂ ਦੇਣਾ ਮੈਂ ਦੇ, ਦੰਦੇ ਨਹੀਂ, ਜਸਟ ਥਿੰਕਿੰਗ। ਉਹ ਟੁੱਟ ਦੇ ਵਿੱਚ ਉਹਨਾਂ ਦੇ ਚੱਲਦਾ ਰਹਿੰਦਾ ਹੈ, ਆਈ ਥਿੰਕ ਆਈ ਮਸਟ ਡੋਨੇਟ ਨਾ। then next month ਹੋ ਗਿਆ, I think next month ਲਾ, this month a bit tight, so next month ਕਰ ਲਾਂਗੇ। ਫਿਰ ਕੀ ਹੁੰਦਾ, never mind, I think next year I will get my increment, then I will do, next year ਹੋ ਗਿਆ, no ਲਾ, still cannot ਲਾ। ਉਹ ਸੋਚਦੇ 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 ਉਹਨੂੰ ਚੱਕ ਕੇ ਸੰਸਕਾਰ ਦਿੰਦੇ ਆ, ਬੰਦਾ ਮਰ ਗਿਆ, ਗੋਡ। ਹੁਣ ਤੀਜੇ ਤਰ੍ਹਾਂ ਦੇ ਕਿਹੜੇ ਨੇ, ਦੇ ਮੰਗੈ ਸਹਿਸਾ ਗੁਣਾ। ਵਾਓ, ਕਈ ਦੰਦੇ ਨੇ ਸਵਾ ਡਾਲਾ, ਅੱਜ ਤੱਕ ਵੀ ਦੇਗ ਲੋਕ ਕਰਾਉਂਦੇ ਨੇ ਸਵਾ ਡਾਲੇ ਦੀ, ਓਕੇ, ਸਵਾ ਡਾਲਾ ਯੂ ਗੋ ਇਨ ਡੂ ਦੇਗ। ਅਰਦਾਸ ਕੀਤੀ, ਗਿਆਨੀ ਜੀ ਚੰਗੀ ਤਰ੍ਹਾਂ ਅਰਦਾਸ ਕਰਿਓ, ਮੇਰਾ ਨਾਂ ਲਿਓ, ਮੈਂ ਨਾ ਮਹਾਰਾਜ ਤੋਂ ਜਿਹੜਾ ਹਨ ਵੀ ਮਹਾਰਾਜ ਜੀ ਮੈਨੂੰ 1 ਮਿਲੀਅਨ ਦੀ ਲੋਟਰੀ ਲਾ ਦੇਵੇ, ਮਹਾਰਾਜ ਜੀ ਮੈਨੂੰ ਆਪਣੇ ਬਿਜ਼ਨਸ ਦੇ ਵਿੱਚ ਨਾ ਬਹੁਤ ਵੱਡੀ ਪ੍ਰੋਫਿਟ ਦੇਣ। ਦੰਦੇ ਨੇ ਵਿਦ ਦ ਇੰਟੈਂਸ਼ਨ ਆਫ ਗੈਟਿੰਗ ਮੋਰ। ਸਹਿਸਾ ਗੁਣਾ ਵੀ ਬਹੁਤ ਵੱਡਾ। ਦੇਖੋ ਨਾ, ਹਿੰਦੂ ਲੋਕ ਮੰਨਦੇ ਆ ਨਾ, ਜਦੋਂ ਤੁਸੀਂ ਦਾਨ ਦਿੰਦੇ ਆ ਉਹ ਕਹਿੰਦੇ ਤੁਹਾਨੂੰ ਵਾਪਸ 1000 ਦੇ ਵਿੱਚ ਮਿਲੇਗਾ, ਇਨ ਦ ਪ੍ਰਪੋਰਸ਼ਨ ਆਫ ਥਾਊਜ਼ੈਂਡਸ। ਪਰ ਜਿਹੜੇ ਮੁਸਲਮਾਨ ਆ ਨਾ, ਉਹ ਕਹਿੰਦੇ 70 ਟਾਈਮਸ ਮੋਰ ਮਿਲਦਾ ਹੈ। ਜੇ ਤੁਸੀਂ ਇੱਕ ਦਿਓਗੇ ਤੁਹਾਨੂੰ 70 ਮਿਲੇਗਾ, ਓਕੇ। ਸੋ ਇਸ ਤਰ੍ਹਾਂ ਲੋਕਾਂ ਦੀਆਂ ਗਿਣਤੀਆਂ ਹਨ ਵੀ ਦੇ ਕੇ ਲੈਣ ਦੀ ਆਸ ਪਹਿਲਾਂ ਰੱਖੋ। ਹਜੇ ਦਿੱਤਾ ਨਹੀਂ, ਲੈਣ ਦੀ ਆਸ ਪਹਿਲਾਂ ਪਈ ਹੈ। Can you imagine? You didn't give, but you are already thinking, what should I ask? I'm giving $1, a lot of money, ਰੈਸਟੋਰੈਂਟ 'ਤੇ ਜਾ ਕੇ 50 ਡਾਲਰ ਦਾ ਖਾਣਾ ਖਾ ਜਾਂਦਾ, ਇਕੱਲਾ ਬੈਠਾ ਢਿੱਡ ਭਰ ਕੇ, ਤੇ ਮਹਾਰਾਜ ਨੂੰ ਦੇਣ ਵਾਸਤੇ $1 ਤੇ ਲੈਣਾ 1 ਮਿਲੀਅਨ ਆ, ਓਕੇ ਚਲੋ। ਤੇ ਕਹਿੰਦੇ ਸੋਭ ਕਰੇ ਸੰਸਾਰ। ਚੌਥੇ ਤਰ੍ਹਾਂ ਦੇ ਡੋਨਰਸ ਕਿਹੜੇ ਨੇ, ਵੀ ਮੈਂ ਦੇ ਰਿਹਾ ਹਾਂ, ਸਾਰੇ ਦੇਖ ਲਓ ਮੈਂ ਦੇ ਰਿਹਾ ਹਾਂ, ਪ੍ਰੇਸ ਮੀ ਪਲੀਜ਼ ਪਲੀਜ਼ ਪਲੀਜ਼, please please, and then you call their newspapers, newscasters, wait look at me, I'm giving। so check ਦਿੰਦੇ ਨੇ, ਵੱਡੇ ਵੱਡੇ ਬੋਰਡ ਬਣਾ ਕੇ ਨਾ ਆਏ ਫੜਾਉਂਦੇ ਹੁੰਦੇ ਆ, ਪੇਪਰਾਂ 'ਚ ਲਿਖਦਾ, ਉਹਦੇ ਵਿੱਚ ਉਹ ਵੀਡੀਓ ਵਿੱਚ ਆਉਂਦਾ, so whole world will see, wow he gave donation for how much, 2000 only। ਮੈਂ ਕਿਹਾ ਫਿੱਟੇ ਮੂੰਹ ਤੁਹਾਡੇ, ਨੱਕ ਡੋਬ ਕੇ ਮਰ ਜਾਓ। 2000 ਦੇਣ ਵਾਸਤੇ ਅੱਡਾ ਡੰਬਰ ਕੀਤਾ ਤੁਸੀਂ, ਹੈ ਦਿੱਤਾ 2000, come on man, ਹੈ ਨਾ, be realistic ਲਾ, give something more ਲਾ, your check ਵੱਡੇ ਵੱਡੇ ਕਰਕੇ ਫਾਇਦਾ ਕੀ ਆ। ਲੋਕ ਇਸ ਤਰ੍ਹਾਂ ਹੀ ਕਰਦੇ ਨੇ, ਦੰਦੇ ਥੋੜਾ ਬੋਲਦੇ ਹੀ ਜਾਂਦੇ, ਹੈ ਨਾ। ਸੋ ਇਹ ਚੌਥੇ ਤਰ੍ਹਾਂ ਦੇ ਬੰਦੇ ਇਹ ਹੁੰਦੇ ਨੇ। ਚਲੋ ਆਪਾਂ ਕਨਕਲੂਸ਼ਨ ਕਰ ਲਈਏ ਹੁਣ। ਸੋ ਦਾਨ ਕੀ ਹੈ, ਆਪਣੀ ਲਾਈਫ ਜਿਹੜੀ ਹੈ ਆਪਣੇ ਗੁਰੂ ਦੇ ਆਲੇ ਦੁਆਲੇ ਘੁੰਮਣੀ ਚਾਹੀਦੀ ਹੈ। ਯੂ ਸ਼ੁੱਡ ਬੀ ਅਰਾਊਂਡ ਯੋਰ ਗੁਰੂ all the time। then you want to also give the most precious donation that you have, which is your body, your mind. You want to give that even to the Guru to achieve your goal of life.